ਹੁਣ ਸਿੱਧੂ ਮੂਸੇਵਾਲਾ ਤਾਰਤਾ, ਕਹਿੰਦੇ ਨਾਜਰ ਸਿੰਘ ਮਾਨਸ਼ਾਹੀਆ ਦਾ ਤਾਂ ਹੁਣ ਕਹਿੰਦੇ ਇਹ ਲੱਗ ਹੀ ਰਿਹਾ ਵੀ ਪੱਤਾ ਸਾਫ਼ ਹੋ ਰਿਹਾ। ਦੁੱਖ ਨਹੀਂ ਲੱਗਦਾ? ਇਹਨੂੰ ਤੁਸੀਂ ਪੱਤਾ ਸਾਫ਼ ਕਿਉਂ ਕਹਿੰਦੇ ਹੋ? ਵਿਧਾਇਕ ਤਾਂ ਸਾਰੇ ਪੰਜਾਬ 'ਚੋਂ 3 ਕਰੋੜ ਦੀ ਆਬਾਦੀ 'ਚੋਂ 117 ਹੀ ਬਣਦੇ ਨੇ, ਇਹਦਾ ਮਤਲਬ ਬਾਕੀਆਂ ਦਾ ਪੱਤਾ ਸਾਫ਼ ਹੈ। ਆਮ ਆਦਮੀ ਪਾਰਟੀ ਛੱਡੀ ਕਿਉਂ? ਇਹ ਵੀ ਕਿਹਾ ਜਾਂਦਾ ਹੈ ਕਿ ਧੋਖਾ ਦੇ ਕੇ ਕਿਉਂ ਪਾਸੇ ਗਈ? ਜੇ ਪਾਰਟੀ ਛੱਡਣੀ ਹੀ ਸਭ ਤੋਂ ਵੱਡਾ ਗੁਨਾਹ ਹੈ, ਫਿਰ ਮੈਂ ਸਭ ਤੋਂ ਵੱਡਾ ਗੁਨਾਹਗਾਰ ਹਾਂ। ਜੇ ਕੇਜਰੀਵਾਲ ਜੀ ਵਿਕਰਮ ਮਜੀਠੀਆ ਤੋਂ ਮਾਫੀ ਨਾ ਮੰਗਦੇ ਤਾਂ ਸ਼ਾਇਦ ਅਸੀਂ ਇਹ ਫੈਸਲਾ ਨਾ ਲੈਂਦੇ। ਕਾਂਗਰਸੀ ਕਿਉਂ ਜੁਆਇਨ ਕੀਤੀ? ਕਿ ਸੱਤਾ ਦਾ ਆਨੰਦ ਲੈਣਾ ਸੀ? ਵੀ ਨਾਜਰ ਸਿੰਘ ਨੇ ਕੰਮ ਕਰਾਇਆ ਸੀ ਤੇ ਕੋਈ ਪੰਜੀ ਕਿਸੇ ਤੋਂ ਕੋਈ ਫੰਡ ਤੱਕ ਲਿਆ ਹੋਵੇ, ਬਾਕੀ ਤਾਂ ਛੱਡੋ ਪਰੇ। ਜਿਨ੍ਹਾਂ ਰਾਹੀਂ ਤੁਸੀਂ ਪਾਰਟੀ ਜੁਆਇਨ ਕੀਤੀ, ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਰਹੇ। ਜਦੋਂ ਉਹਨਾਂ ਨੇ ਕੰਮ ਨਹੀਂ ਕੀਤੇ ਤਾਂ ਵਿਧਾਇਕ ਕਿਵੇਂ ਕਰਵਾ? ਚਲੋ ਮੈਨੂੰ ਤਾਂ ਉਮੀਦ ਸੀ ਨਾ। ਜਿਵੇਂ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਤੈਅ ਹੁੰਦੀਆਂ, ਕੋਈ ਸ਼ਰਤ ਹੋਈ ਸੀ ਟਿਕਟ ਨੂੰ ਲੈ ਕੇ ਮਾਨਸਾ ਦੀ ਨੂੰ? ਪਾਲ ਸਿੰਘ ਖਹਿਰਾ ਤੇ ਈਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਉਹਨਾਂ ਦੀ ਤੁਹਾਨੂੰ ਲੱਗਦਾ ਕਿ ਕਾਂਗਰਸ ਉਸ ਤਰੀਕੇ ਨਾਲ ਪਿੱਠ 'ਤੇ ਖੜੇ ਜਿਵੇਂ ਖੜਨਾ ਚਾਹੀਦਾ ਸੀ? ਮੈਂ ਕਿਹੜਾ ਖਹਿਰਾ ਸਾਹਿਬ ਦੇ ਨਾਲ ਪੜ੍ਹਿਆ ਜਾਂ ਅਸੀਂ ਇਕੱਠੇ ਕੋਈ ਜੌਬ ਕੀਤੀ ਹੈ? ਕਿ ਜੇ ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲਦੀ ਹੈ ਉਹਨੂੰ ਤੁਸੀਂ ਕਿਵੇਂ ਦੇਖੋ? ਕੋਈ ਗਾਇਕੀ 'ਚ ਅੱਛਾ ਗਾਇਆ ਹੋਵੇ ਉਹਨਾਂ ਨੇ, ਜਿਹੜੀ ਲੋਕ ਆਸ਼ਿਸ਼ ਕਰਦੇ ਹੋਣ। ਸਾਲੀਆਂ ਨੂੰ ਕੱਟ ਕੇ ਇੱਕ ਨਵਾਂ ਬੰਦਾ ਲੈ ਕੇ ਆਉਣਾ ਸਹੀ ਹੈ? ਲੋਕਾਂ ਦੇ ਆਵਾਜ਼, ਖੈਰ ਲੋਕਾਂ ਨੇ ਇਸ ਚੀਜ਼ ਨੂੰ ਕੋਈ ਬਹੁਤਾ ਵਧੀਆ ਨਹੀਂ ਸਮਝਿਆ। ਮੈਂ ਨਵੀਂ ਰਾਜਨੀਤੀ ਦੀਆਂ ਗੱਲਾਂ ਕਰਨ ਆਈ ਸੀ। ਆਪ ਕਿਹੜੀਆਂ ਕਮੀਆਂ ਰਹੀਆਂ ਜਿਨ੍ਹਾਂ ਦੇ ਕਰਕੇ ਲੱਗਿਆ ਕਿ ਨਹੀਂ ਇਹ ਨਵੀਂ ਰਾਜਨੀਤੀ ਨਹੀਂ, ਇਹ ਪੁਰਾਣੀ ਹੈ? ਉਦੋਂ ਇਹ ਲੱਗ ਰਿਹਾ ਸੀ ਵੀ ਆਮ ਆਦਮੀ ਪਾਰਟੀ ਸਰਕਾਰ ਬਣੂਗੀ, 100 ਸੀਟਾਂ ਆਉਣਗੀਆਂ, ਤੇ ਐਂਡ ਤੇ ਜਾ ਕੇ ਲੁਟਕ ਗਏ 20 ਤੇ। ਉਹ ਪੋਸਟਰ ਦੇ ਵਿੱਚ ਇੱਕੋ ਗੱਲ ਲਿਖੀ ਹੋਈ ਸੀ, ਮੈਂ ਇੱਕ ਵਾਰ ਨਹੀਂ 1000 ਵਾਰ कहता हूँ कि मजीठिया चिट्टे का तस्कर है। तो फिर तुसीं लिखती रूप 'ਚ माफ़ी मंग लो। ਟਿਕਟਾਂ 2017 ਦੇ ਵਿੱਚ ਵੀ ਦਿੱਲੀ ਵਾਲਿਆਂ ਨੇ ਵੇਚੀਆਂ, ਹੁਣ ਵੀ ਕਹਿੰਦੇ ਆ ਕਿ 2022 ਦੇ ਵਿੱਚ ਵੀ ਕੋਈ ਹੈ ਇਲਜ਼ਾਮ 'ਚ ਸੱਚਾਈ ਹੈ ਕਿ ਵੈਸੀ ਗੱਲ ਹੈ? ਕਿਹੜੀ ਪਾਰਟੀ ਹੈ ਜਿਹੜੀ ਫੰਡ ਨਹੀਂ ਲੈਂਦੀ? ਕਿਵੇਂ ਦੇਖ ਰਹੇ ਹੋ 2022 ਦੀਆਂ ਚੋਣਾਂ ਨੂੰ? ਲੋਕ ਲਭਾਊ ਸਕੀਮਾਂ, ਲੋਕ ਲਭਾਊ ਨਾਅਰੇ, ਈਵਨ ਹੋ ਸਕਦਾ ਕਿਸੇ ਦੀ ਬਾਂਹ ਮਰੋੜੀ ਵਾਲੇ ਕੰਮ ਵੀ ਚੱਲਦਾ ਹੋਵੇ, ਅਸੀਂ ਉਹ ਕਰਵਾਵਾਂਗੇ। ਮਤਲਬ ਇੱਛਾ ਹੈ ਪੂਰੀ ਦੁਆਰਾ ਚੋਣ ਲੜਨ ਦੀ? ਜੇ ਪਾਰਟੀ ਟਿਕਟ ਨਹੀਂ ਦਿੰਦੀ ਆਜ਼ਾਦ ਲੜੋਗੇ? ਇਹ ਮੌਕਾ ਦੱਸੂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। 2017 ਦੀਆਂ ਚੋਣਾਂ ਮੌਕੇ ਇੱਕ ਪਾਰਟੀ, ਨਵੀਂ ਪਾਰਟੀ 20 ਸੀਟਾਂ ਲੈ ਕੇ ਗਈ। ਆਮ ਆਦਮੀ ਪਾਰਟੀ ਜਿਸ ਨੂੰ ਕਿਹਾ ਜਾਂਦਾ ਹੈ, ਦਾਅਵੇ 100 ਸੀਟਾਂ ਦੇ ਕੀਤੇ ਜਾਂਦੇ ਸਨ ਪਰ 20 ਸੀਟਾਂ ਤੇ ਸਿਮਟੀ। ਪਰ 20 MLA ਵੀ ਜਿਵੇਂ ਰੇਤ ਮੁੱਠੀ ਦੇ ਵਿੱਚੋਂ ਕਿਰਦੀ ਜਾਂਦੀ ਹੈ ਤਾਂ ਟਾਈਮ ਤੇ ਉਹ MLA ਵੀ ਇਸ ਪਾਰਟੀ ਕੋਲੋਂ ਕਿਰਦੇ ਗਏ। ਤਾਂ ਉਹਨਾਂ ਦੇ ਵਿੱਚ ਇੱਕ ਨਾਮ ਨਾਜਰ ਸਿੰਘ ਮਾਨਸ਼ਾਹੀਆ ਦੇ ਮਾਨਸਾ ਤੋਂ MLA ਬਣੇ ਸੀ। ਉਹਨਾਂ ਵੱਲੋਂ ਵੀ ਪਾਰਟੀ ਪਹਿਲਾਂ ਪਾਰਟੀ ਦੇ ਵਿੱਚੋਂ ਹੀ ਨਿਕਲੇ, ਸੁਖਪਾਲ ਸਿੰਘ ਖਹਿਰਾ ਨਾਲ ਹੋ ਗਏ। ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਕਾਂਗਰਸ ਜੁਆਇਨ ਕੀਤੀ ਤਾਂ ਉਹਨਾਂ ਨੇ ਕਾਂਗਰਸ ਵੀ ਜੁਆਇਨ ਕਰ ਲਈ ਉਹਨਾਂ ਦੇ ਨਾਲ। ਗੱਲਬਾਤ ਕਰਾਂਗੇ ਕਿਉਂ ਆਮ ਆਦਮੀ ਪਾਰਟੀ ਨੂੰ ਛੱਡਿਆ, ਕੀ MLA ਬਣ ਕੇ ਉਹਨਾਂ ਨੇ ਕੰਮ ਕੀਤੇ ਤੇ ਹੁਣ ਅੱਗੇ ਦੀ ਜਿਹੜੀ ਹੈ ਰਣਨੀਤੀ ਉਹ ਕੀ ਹੈ, ਉੱਤੇ ਸਭ ਤੋਂ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਨਾਜਰ ਸਿੰਘ ਮਾਨਸ਼ਾਹੀਆ ਨੇ। ਮਾਨਸ਼ਾਹੀਆ ਸਵਾਲ। ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾ ਸਵਾਲ ਜੀ, ਰਾਜਨੀਤੀ ਪਹਿਲਾਂ ਅਫਸਰੀ ਕੀਤੀ, ਰਾਜਨੀਤੀ ਦੇ ਵਿੱਚ ਆਏ, ਵਿਧਾਇਕੀ ਦਾ ਆਨੰਦ ਮਾਣਿਆ। ਅਫਸਰ ਲਾਈਨ ਤੇ ਵਿਧਾਇਕੀ, ਇਹਨਾਂ 'ਚ ਪਹਿਲਾਂ ਤਾਂ ਫਰਕ ਦੱਸੋ ਵੀ ਕੀ ਜਿਹੜਾ ਤੁਹਾਡਾ ਤਜਰਬਾ ਰਿਹਾ? ਦੇਖੋ ਸਿੱਧੂ ਸਾਹਿਬ, ਇਸ ਤਰ੍ਹਾਂ ਹੈ ਵੀ ਨਾ ਤਾਂ ਜਿਹੜੀ ਆਨੰਦ ਮਾਣਨ ਵਾਲੀ ਗੱਲ ਕੀਤੀ ਹੁੰਦੀ ਹੈ, ਜੇ ਤੁਸੀਂ ਬਾਕੀ ਆਪ ਦੀ ਜ਼ਿੰਮੇਵਾਰੀ ਨੂੰ ਸਮਝਣਾ ਹੋਵੇ ਹਾਂਜੀ ਤਾਂ ਉਹਦਾ ਆਨੰਦ ਅਫਸਰੀ 'ਚ ਵੀ ਨਹੀਂ ਹੁੰਦਾ ਤੇ ਵਿਧਾਇਕੀ 'ਚ ਵੀ ਨਹੀਂ ਹੁੰਦਾ। ਠੀਕ ਹੈ। ਹਾਂ, ਜਿੱਥੇ ਤੱਕ ਦੇਖੋ ਅਫਸਰੀ ਹੈਗੀ ਹੈ, ਜਿਸ ਬੰਦੇ ਨੂੰ ਇਹ ਸਮਝ ਹੋਵੇ ਪਬਲਿਕ ਸਰਵੈਂਟ ਦਾ ਮਤਲਬ ਕੀ ਹੁੰਦਾ ਹੈ, ਲੋਕਾਂ ਦੇ ਸੇਵਕ ਦਾ ਨਾਂ ਕੀ ਹੁੰਦਾ ਹੈ, ਤਾਂ ਮੈਨੂੰ ਨਹੀਂ ਲੱਗਦਾ ਵੀ ਮੈਥੋਂ ਕਦੇ ਇਸ ਤਰ੍ਹਾਂ ਦੀ ਕੋਈ ਕੋਤਾਹੀ ਹੋਈ ਹੋਵੇ ਵੀ ਕੋਈ ਜਿਹੜਾ ਹੈਗਾ ਮੈਂ ਆਪਦੀ ਸੇਵਾ ਨਿਭਾਉਣ 'ਚ ਨਾ ਕਾਮਯਾਬ ਹੋਇਆ ਹੋਵਾਂ। ਬੜੇ ਜਾਣੀ ਇੱਛਾ ਹੁੰਦੀ ਸੀ ਉਦੋਂ ਵੀ, ਜੇ ਕੋਈ ਕਿਸੇ ਵੀ ਲੋੜਵੰਦ ਨੂੰ ਕਿਸੇ ਵੇਲੇ ਵੀ ਜ਼ਰੂਰਤ ਹੈ ਕਿਸੇ ਕੰਮ ਦੀ ਜਾਂ ਕੋਈ ਹੋਰ ਹੈ ਤਾਂ ਹੁੰਦਾ ਸੀ ਵੀ ਉਹਦੀ ਗੱਲ ਸੁਣੀ ਜਾਵੇ ਤੇ ਉਹਦੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਪਰ ਇਹ ਕਹਿ ਲਓ ਵੀ ਮੇਰਾ
ਮਹਿਕਮਾ ਕੁਛ ਇਸ ਤਰ੍ਹਾਂ ਦਾ ਸੀ, ਪੋਲਿਊਸ਼ਨ ਕੰਟਰੋਲ ਬੋਰਡ, ਜਿਹਦੇ ਵਿੱਚ ਜਿਹੜੀ ਮਤਲਬ ਕਿ ਕਹਿ ਲਓ ਵੀ ਇਨਫੋਰਸਮੈਂਟ ਦੀ ਡਿਊਟੀ ਸੀ। ਪਰ ਉਹ ਇਨਫੋਰਸਮੈਂਟ ਡਿਊਟੀ ਮੈਂ ਆਪਣੇ ਵੱਲੋਂ ਬੜੀ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਨਾਲ ਜਿਹੜੀ ਮਤਲਬ ਕਿ ਮੈਂ ਜਨਵਰੀ 2015 'ਚ ਉਹ ਅਫਸਰੀ ਆਪਦੇ ਰਿਟਾਇਰ ਹੋਣ ਤੋਂ 4 ਸਾਲ ਪਹਿਲਾਂ ਛੱਡਤੀ ਸੀ ਕਿਸੇ ਕਾਰਨ ਕਰਕੇ। ਤੇ ਮੈਂ ਜੁਲਾਈ 2015 'ਚ ਫਿਰ ਪਾਰਟੀ ਦੇ ਵਿੱਚ ਜਿਹੜੇ ਉਸ ਵੇਲੇ ਦੇ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਸੀ ਆਮ ਆਦਮੀ ਪਾਰਟੀ ਦੇ ਸਰਦਾਰ ਗੁਰਵਿੰਦਰ ਸਿੰਘ ਕੰਗ, ਉਹਨਾਂ ਨਾਲ ਮਦਦ ਕਰਨ ਦੇ ਤੌਰ ਤੇ ਜੁੜਿਆ ਸੀ। ਬਾਅਦ ਦੇ ਵਿੱਚ ਚਲੋ ਠੀਕ ਹੈ, ਦਿੱਲੀ ਵਾਲੇ ਸਾਡੇ ਅਬਜ਼ਰਵਰ ਸਾਹਿਬਾਨ ਸੀ, ਉਹਨਾਂ ਦੀ ਨਿਗਾਹ ਮੈਂ ਚੜ੍ਹ ਗਿਆ ਤਾਂ ਉਹਨਾਂ ਨੇ ਮੈਨੂੰ ਪਾਰਟੀ ਦੀ ਵਿੱਚ ਕੰਮ ਕਰਨ ਲਈ ਜਾਣੀ ਪ੍ਰੇਰਿਆ ਤੇ ਨਾਲ ਕੰਮ ਕਰਦਾ ਕਰਦਾ ਫਿਰ ਮੈਂ ਦੇਖ ਲਓ ਵੀ ਟਿਕਟ ਵੀ ਮਿਲੀ ਤੇ ਬੜੀ ਸ਼ਾਨਦਾਰ ਜਿੱਤ ਮੇਰੀ ਲੋਕ ਸਭਾ ਹਲਕਾ ਬਠਿੰਡੇ ਦੀਆਂ 9 ਸੀਟਾਂ 'ਚੋਂ ਸਭ ਤੋਂ ਵੱਡੇ ਮਾਰਜਨ ਨਾਲ ਮੈਂ ਜਿੱਤਿਆ ਸੀ। ਸਭ ਤੋਂ ਵੱਡੇ ਵਾਅਦੇ ਹਾਂਜੀ। ਆਮ ਆਦਮੀ ਪਾਰਟੀ ਵੱਲੋਂ ਜਿੱਤੇ। ਆਮ ਆਦਮੀ ਪਾਰਟੀ ਛੱਡੀ ਕਿਉਂ? ਆਮ ਆਦਮੀ ਪਾਰਟੀ ਛੱਡਣ ਦਾ ਵੈਸੇ ਸਮੇਂ-ਸਮੇਂ ਤੇ ਤੁਸੀਂ ਕਾਰਨ ਦੱਸਿਆ, ਪਰ ਮੁੱਖ ਕਾਰਨ, ਵੱਡਾ ਕਾਰਨ ਕੀ ਹੈ? ਜਿਸ ਪਾਰਟੀ ਨੇ ਤੁਹਾਨੂੰ ਐਮਐਲਏ ਬਣਾਇਆ ਉਸ ਪਾਰਟੀ ਨੂੰ ਛੱਡ ਕੇ ਇਹ ਵੀ ਕਿਹਾ ਜਾਂਦਾ ਹੈ ਕਿ ਧੋਖਾ ਦੇ ਕੇ ਕਿਉਂ ਪਾਸੇ ਗਏ? ਦੇਖੋ ਗੱਲ ਪਤਾ ਕੀ ਹੁੰਦੀ ਹੈ, ਜਦੋਂ ਅਸੀਂ ਪਾਰਟੀ 'ਚ ਜਿੱਤ ਪ੍ਰਾਪਤ ਕਰਕੇ ਐਮਐਲਏ ਬਣੇ ਆ, ਪਹਿਲੇ ਦਿਨ ਤੋਂ ਹੀ ਮੈਨੂੰ ਇਹ ਮਹਿਸੂਸ ਹੋਇਆ ਵੀ ਪਾਰਟੀ ਜਿਹੜੇ ਸਿਧਾਂਤ ਲੈ ਕੇ ਚੱਲੀ ਹੈ, ਜਿਹੜਾ ਮਿਸ਼ਨ ਲੈ ਕੇ ਚੱਲੀ ਹੈ, ਉਹ 'ਤੇ ਪੂਰਾ ਨਹੀਂ ਉਤਰ ਰਹੀ। ਠੀਕ ਹੈ। ਅਸੀਂ ਫਸਟ ਟਾਈਮ ਹੀ ਦਿੱਲੀ ਗਏ ਸੀ ਤਾਂ ਅਸੀਂ ਹਜੇ ਕਮੇਟੀ ਰੂਮ 'ਚ ਬੈਠੇ ਸੀ, 14-15 ਐਮਐਲਏ। ਸੰਜੇ ਸਿੰਘ ਜੀ ਜਿਹੜੇ ਪਾਰਟੀ ਦੇ ਉਸ ਵੇਲੇ ਜਨਰਲ ਸੈਕਟਰੀ ਸੀਗੇ, ਉਹ ਅੰਦਰ ਆਏ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਮੁਖਾਤਬ ਹੁੰਦੇ ਕਿਹਾ ਵੀ ਠੀਕ ਹੈ, ਵੀ ਵੈਸੇ ਤਾਂ ਆਪਣੀ ਸਰਕਾਰ ਬਣਨੀ ਸੀ, ਬੜਾ ਅਫਸੋਸ ਹੈ, ਪਰ ਤੁਸੀਂ ਚਲੋ ਜਿੱਤ ਕੇ ਆਏ ਹੋ, ਤੁਹਾਨੂੰ ਮੁਬਾਰਕਾਂ। ਤੇ ਹੁਣ ਅੱਜ ਇਹ ਹੈ ਵੀ ਆਪਣਾ ਮਕਸਦ ਤੁਹਾਨੂੰ ਇੱਥੇ ਬੁਲਾਉਣ ਦਾ LOP ਦੀ ਚੋਣ ਕਰਨੀ ਹੈ ਤੇ LOP ਵਾਸਤੇ ਜਿਹੜੀ ਹੈਗੀ ਹੈ PSC ਦੀ ਮੀਟਿੰਗ 'ਚ ਫੈਸਲਾ ਹੋ ਚੁੱਕਿਆ ਕਿਹਨੂੰ ਬਣਾਉਣਾ ਹੈ। ਸਾਨੂੰ ਨਾਂ ਨਹੀਂ ਸੀ ਦੱਸਿਆ ਪਰ ਫੈਸਲਾ ਹੋ ਚੁੱਕਿਆ ਦੱਸਿਆ ਸੀ। ਤੇ ਕੇਜਰੀਵਾਲ ਜੀ ਆਉਣਗੇ ਤੇ ਤੁਸੀਂ ਉਹਨਾਂ ਦੇ ਜਿਹੜਾ ਨਾਂ ਕਹਿਣਗੇ ਉਹਦੇ 'ਤੇ ਸਾਰੇ ਆਪਦੀ ਹਾਂ ਕਹਿ ਦਿਓ। ਤਾਂ ਮੈਂ ਉੱਥੇ ਜਾਣੀ ਜਦੋਂ ਉਹਨਾਂ ਦੇ ਪੁੱਛਣ ਮੁਤਾਬਕ ਵੀ ਜੋ ਉਹਨਾਂ ਨੇ ਪੁੱਛਿਆ ਵੀ ਕੋਈ ਗੱਲ ਤੁਸੀਂ ਕਹਿਣੀ ਹੋਵੇ, ਮੈਂ ਉਹਦੀ ਇਸ ਚੀਜ਼ ਦਾ ਆਬਜੈਕਸ਼ਨ ਰੇਜ਼ ਕੀਤਾ ਸੀ ਵੀ ਅਸੀਂ ਯਾਰ 20 ਐਮਐਲਏ ਜਿੱਤ ਕੇ ਆਏ ਹਾਂ, ਸਾਨੂੰ ਘੱਟੋ ਘੱਟ ਹੁਣ 20 ਨੂੰ ਚਾਹੇ ਕੇਜਰੀਵਾਲ ਜੀ 2-2 ਮਿੰਟ ਚੋਣ ਸੁਣ ਕੇ ਫੈਸਲਾ ਕਰਨ ਵੀ LOP ਕਿਹਨੂੰ ਬਣਾਉਣਾ ਹੈ, ਤਾਂ ਕਿ ਸਾਡੇ 'ਚੋਂ ਜਿਹੜੇ ਬੰਦੇ ਨਵੇਂ ਆ, ਜ਼ਿਆਦਾ ਨਵੇਂ ਸੀਗੇ, ਆਈ ਥਿੰਕ ਖਹਿਰਾ ਸਾਹਿਬ ਪਹਿਲਾਂ ਬਣੇ ਹੋਏ ਸੀ ਐਮਐਲਏ, ਦੂਜੀ ਵਾਰ ਸੀ ਉਹਨਾਂ ਦਾ, ਬਾਕੀ ਤਾਂ ਤਕਰੀਬਨ ਸਾਰੇ ਨਵੇਂ ਸੀ। ਹਾਂਜੀ। ਤਾਂ ਇਹ ਸੀਗਾ ਵੀ ਜੋ ਅਸੀਂ ਬਾਹਰ ਜਾਈਏ ਪ੍ਰੈਸ ਪੁੱਛੇ ਵੀ ਦੱਸੋ ਜੀ ਕਿਵੇਂ ਚੋਣ ਹੋਈ, ਕੀ ਕੀਤਾ, ਕਿਹਨੂੰ ਬਣਾਇਆ, ਸੁਭਾਵਿਕ ਹੁੰਦਾ, ਤੁਸੀਂ ਤਾਂ ਆਪ ਖੁਦ ਪ੍ਰੈਸ ਤੋਂ ਹੈਗੇ ਹੋ ਤੇ ਵੀ ਪੁੱਛਣਗੇ ਤਾਂ ਕਿਤੇ ਸੁਭਾਵਿਕ ਤੌਰ ਤੇ ਕੋਈ ਇਹ ਨਾ ਕਹਿ ਬੈਠੇ ਵੀ ਸਾਨੂੰ ਆਹ ਕਿਹਾ ਗਿਆ ਸੀ ਵੀ PSC 'ਚ ਕਰ ਲਿਆ ਫੈਸਲਾ ਵੀ ਕਿਹਨੂੰ ਬਣਾਉਣਾ ਹੈ LOP ਤੇ ਤੁਸੀਂ ਹਾਂ ਕਰ ਦਿਓ ਜੋ ਕੇਜਰੀਵਾਲ ਜੀ ਆਏ ਆਪਦੀ ਜੈਸ ਕਹਿ ਦਿਓ ਉਹਦੇ ਵਾਸਤੇ। ਤੇ ਮੈਂ ਜੀ ਤੁਸੀਂ 2-2 ਮਿੰਟ ਜੇ ਪੁੱਛ ਲਓਗੇ ਕਰਿਓ ਆਪਦੀ ਮਰਜ਼ੀ, ਪਰ ਬਾਹਰ ਜਾ ਕੇ ਹਰੇਕ ਦੇ ਮੂੰਹੋਂ ਸੱਚ ਨਿਕਲੇ ਵੀ ਸਾਨੂੰ 2-2 ਮਿੰਟ ਸੁਣਿਆ ਸੀ ਤੇ LOP ਦੀ ਚੋਣ ਅਸੀਂ ਉਸ ਤਰੀਕੇ ਨਾਲ ਕੀਤੀ ਹੈ। ਤੇ ਮੈਨੂੰ ਉਦੋਂ ਹੀ ਲੱਗਿਆ ਸੀ ਵੀ ਯਾਰ ਅਸੀਂ ਮਿਸ਼ਨ ਕਿਹੜਾ ਲੈ ਕੇ ਚੱਲੇ ਤਾਂ 20 ਬੰਦਿਆਂ ਨੂੰ ਵੀ ਪੁੱਛ ਰਹੇ, ਸਾਰਿਆਂ ਨੂੰ ਤਾਂ ਪੁੱਛਣਾ ਕੀ ਦੂਰ ਦੀ ਗੱਲ ਹੈ ਨਾ। ਤਾਂ ਉਸ ਗੱਲੋਂ ਵੀ ਮੈਨੂੰ ਥੋੜ੍ਹਾ ਜਿਹਾ ਇਹ ਲੱਗਿਆ। ਤੇ ਬਾਅਦ ਦੇ ਵਿੱਚ ਵੀ ਚੱਲਦੇ ਕਰਦੇ, ਕਿਉਂਕਿ ਅਸੀਂ ਜਦੋਂ ਇਲੈਕਸ਼ਨ ਚੱਲ ਰਹੀ ਸੀ ਨਾ, ਜਾਂ ਕੰਪੇਨ ਚੱਲ ਰਹੀ ਸੀ ਪਾਰਟੀ ਦੀ ਪਹਿਲਾਂ, ਤਾਂ ਸਾਥੋਂ ਇੱਕ ਪੋਸਟਰ ਲਵਾਏ ਗਏ ਸੀ ਕੰਧਾਂ 'ਤੇ। ਉਹ ਪੋਸਟਰ ਦੇ ਵਿੱਚ ਇੱਕੋ ਗੱਲ ਲਿਖੀ ਹੋਈ ਸੀ, ਮੈਂ ਇੱਕ ਵਾਰ ਨਹੀਂ 1000 ਬਾਰ ਕਹਿਤਾ ਹੂੰ ਕਿ ਮਜੀਠੀਆ ਚਿੱਟੇ ਕਾ ਤਸਕਰ ਹੈ। ਤੇ ਫਿਰ ਜਦੋਂ ਅਸੀਂ ਵਿਧਾਇਕ ਬਣਨ ਤੋਂ ਬਾਅਦ ਮਾਰਚ 2018 'ਚ ਕੇਜਰੀਵਾਲ ਜੀ ਨੇ ਉਹ ਚਿੱਟੇ ਕੇ ਤਸਕਰ ਵਾਲੀ ਆਪਦੀ ਕਹੀ ਗੱਲ ਤੋਂ ਮੁੱਕਰ ਗਏ ਤੇ ਮਜੀਠੀਆ ਸਾਹਿਬ ਤੋਂ, ਵਿਕਰਮਜੀਤ ਸਿੰਘ ਮਜੀਠੀਆ ਤੋਂ ਲਿਖਤੀ ਰੂਪ 'ਚ ਮਾਫੀ ਮੰਗੀ। ਤਾਂ ਸਾਨੂੰ ਬੜੇ ਆਪ ਵੀ ਅਫਸੋਸ ਹੋਇਆ ਵੀ ਯਾਰ ਇਹ ਕੀ ਕਰ ਲਿਆ ਅਸੀਂ, ਕੀ ਕੀਤਾ ਲੀਡਰ ਨੇ। ਤੇ ਦੂਜੇ ਪਾਸੇ ਜਿਹੜੀ ਮਤਲਬ ਕਿ ਸਾਨੂੰ ਪਿੰਡਾਂ ਤੋਂ ਨੌਜਵਾਨ ਬੱਚਿਆਂ ਦੇ ਵਲੰਟੀਅਰ ਦੇ ਫੋਨ ਆਏ ਵੀ ਆਹ ਦੱਸੋ ਕੀ ਹੋਇਆ ਜੀ, ਤੁਸੀਂ MLA ਹੋ ਪਾਰਟੀ ਦੇ, ਦੱਸੋ ਕਿਉਂ ਮੰਗੀ ਹੈ ਮਾਫੀ, ਜਦੋਂ ਕਿ ਮੈਂ ਤਾਂ ਨਹੀਂ ਸੀ ਮੰਗੀ, ਨਾ ਕਿਸੇ ਹੋਰ MLA ਨੇ ਮੰਗੀ ਸੀ। ਪਰ ਸਾਨੂੰ ਇਸ ਚੀਜ਼ ਦਾ ਜਵਾਬ ਦੇਣਾ ਔਖਾ ਹੋਇਆ। ਸਾਡੇ 'ਤੇ ਉਦੋਂ ਤੇ ਪ੍ਰੈਸ਼ਰ ਸੀਗਾ ਵਰਕਰਸ ਦਾ ਵੀ ਗਲਤ ਹੋ ਰਿਹਾ ਫੈਸਲੇ, ਗਲਤ ਹੋ ਰਿਹਾ ਫੈਸਲੇ। ਫਿਰ ਖਹਿਰਾ ਸਾਹਿਬ ਨੂੰ ਬਾਹਰ ਕੱਢਿਆ, ਫਿਰ ਪਾਰਟੀ ਦਫਾੜ ਹੋਈ, ਫਿਰ ਇਹ ਚੱਲਦੇ ਕਰਦੇ ਜਾਣੀ ਮਤਲਬ ਕਿ ਫਿਰ ਮੈਂ ਅਲਟੀਮੇਟਲੀ 2019 'ਚ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਸੀ, ਮੈਂ ਪਾਰਟੀ ਛੱਡਣੀ ਬਿਹਤਰੀ ਸਮਝੀ। ਕਾਂਗਰਸੀ ਕਿਉਂ ਜੁਆਇਨ ਕੀਤੀ? ਕਿ ਸੱਤਾ ਦਾ ਆਨੰਦ ਲੈਣਾ ਸੀ?
ਆਨੰਦ ਮੈਂ ਤੁਹਾਨੂੰ ਸਿੱਧੂ ਸਾਹਿਬ ਪਹਿਲਾਂ ਵੀ ਕਹਿ ਚੁੱਕਿਆ, ਆਨੰਦ ਵਾਲੀ ਕੋਈ ਗੱਲ ਨਹੀਂ। ਤੁਸੀਂ ਹੁਣ ਮੇਰੇ ਦਫ਼ਤਰ ਜਾ ਕੇ ਵੀ ਆਏ ਹੋ, ਹਾਂਜੀ ਠੀਕ ਹੈ। ਲੋਕਾਂ ਨੂੰ ਪਤਾ ਹੈ ਜਦੋਂ ਤੋਂ ਮੈਂ MLA ਬਣਿਆ, ਕੋਈ ਇਹ ਨਹੀਂ ਵੀ ਕਾਂਗਰਸ 'ਚ ਆ ਕੇ ਜਾਂ ਮੈਂ ਪਹਿਲਾਂ, ਮੇਰਾ ਦਫ਼ਤਰ ਖੁੱਲ੍ਹਾ ਹੈ। ਮੈਂ ਸਵੇਰੇ ਡੇਲੀ ਰੂਟੀਨ 'ਚ ਦਫ਼ਤਰ ਆ ਜਾਂਦਾ 10 ਵਜੇ 9 ਵਜੇ ਮੇਰਾ ਦਫ਼ਤਰ ਖੁੱਲ੍ਹਦਾ ਹੈ, 9 ਤੇ 10 ਦੇ ਵਿਚਾਲੇ ਮੈਂ ਪਹੁੰਚ ਜਾਂਦਾ ਤੇ ਸ਼ਾਮ ਤੱਕ ਜਦੋਂ ਤੱਕ ਲੋਕ ਆਉਂਦੇ ਰਹਿੰਦੇ, ਮੇਰਾ ਦਫ਼ਤਰ ਚੱਲਦਾ ਰਹਿੰਦਾ। 5 ਵਜੇ ਤੋਂ ਪਹਿਲਾਂ ਤਾਂ ਕਦੇ ਗਏ ਹੀ ਨਹੀਂ। ਜੇ ਵਿੱਚੋਂ ਦੀ ਜਾਣਾ ਵੀ ਪਵੇ ਕਿਸੇ ਪ੍ਰੋਗਰਾਮ ਤੇ, ਕਿਸੇ ਪਿੰਡ 'ਚ ਕੋਈ ਦੁੱਖ ਸੁੱਖ ਦੇ ਵਿੱਚ ਜਾਣਾ ਪਵੇ, ਭੋਗਾ ਵਗੈਰਾ ਤੇ ਵਿਆਹ ਵਗੈਰਾ 'ਚ, ਤਾਂ ਮੈਂ ਵਾਪਸ ਉੱਥੇ ਹੀ ਆ ਜਾਂਦਾ। ਤਾਂ ਤੁਸੀਂ ਦੇਖ ਲਓ ਵੀ ਜਿਹਨੂੰ ਇੰਨਾ ਕੰਮ ਕਰਨਾ ਪੈਂਦਾ ਹੋਵੇ ਤਾਂ ਫਿਰ ਉਹ ਆਨੰਦ ਕਾਹਦਾ ਹੈ? ਇਹ ਆਨੰਦ ਨਹੀਂ ਹੁੰਦਾ, ਇਹ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਮੈਂ 5 ਸਾਲ ਨਿਭਾਈ ਹੈ। ਤੇ ਮੈਂ ਇਸ ਐਂਗਲ ਤੋਂ ਮੇਰੀ ਤਸੱਲੀ ਹੈ ਆਪਣੇ ਆਪ 'ਚ ਵੀ ਮੈਂ ਲੋਕਾਂ ਦੀ ਸੇਵਾ ਕਰ ਸਕਿਆ ਜਿੰਨੀ ਮੇਰੀ ਸਮਰੱਥਾ ਸੀ। ਤੁਸੀਂ ਕਿਹਾ ਕਿ ਫੈਸਲਾ ਸੁਣਾ ਦਿੱਤਾ ਗਿਆ ਕਿ ਇਹ KC PAC 'ਚ ਡਿਸਾਈਡ ਕਰ ਲਿਆ ਇਹ ਵਿਅਕਤੀ ਤੁਹਾਡਾ LOP ਹੋਵੇਗਾ। ਕਾਂਗਰਸ ਵੀ ਤਾਂ ਇਦਾਂ ਹੀ ਕਰਦੀ ਹੈ। ਕਾਂਗਰਸ ਨੇ ਵੀ ਤਾਂ ਉੱਤੋਂ ਹੀ ਕਹਿ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਤੁਹਾਡੇ CM ਨੇ। ਚਲੋ ਇਹ ਤਾਂ ਪੁਰਾਣੀਆਂ ਪਾਰਟੀਆਂ ਨੇ, ਬਟ ਐਟ ਦੀ ਸੇਮ ਉਹ ਤਾਂ ਨਵੀਂ ਪਾਰਟੀ ਸੀ ਨਾ ਜਿਹਨੂੰ ਅਸੀਂ ਜੁਆਇਨ ਕੀਤਾ ਸੀ। ਜੇ ਸਾਰੇ ਕਿਤੇ ਇਹੀ ਹੋਈ ਜਾਣਾ ਹੈ ਤੇ ਫਿਰ ਕੁਦਰਤੀ ਹੈ, ਫਿਰ ਹਲਕੇ ਦੇ ਤੇ ਲੋਕਾਂ ਦੇ ਕੰਮਾਂ ਦਾ ਵੀ ਖਿਆਲ ਰੱਖਣਾ ਹੁੰਦਾ, ਜਿਨ੍ਹਾਂ ਕਰਕੇ ਉਹਨਾਂ ਨੇ ਮੈਨੂੰ ਵਿਧਾਇਕ ਬਣਾਇਆ ਸੀ। ਕਿਉਂਕਿ ਉਹ ਤਾਂ ਇਹ ਲੱਗਦਾ ਸੀ ਵੀ 100 ਸੀਟਾਂ ਆਮ ਆਦਮੀ ਪਾਰਟੀ ਦੀਆਂ ਆਉਣਗੀਆਂ ਤੇ ਸਾਡੀ ਸਰਕਾਰ ਬਣੂਗੀ, ਆਮ ਆਦਮੀ ਪਾਰਟੀ ਦੇ ਲੋਕਾਂ ਦੇ ਕੰਮ ਹੋਣਗੇ, ਪਰ ਉਹ ਤਾਂ ਕੁਝ ਹੋਇਆ ਨਹੀਂ। ਤੇ ਫਿਰ ਅਲਟੀਮੇਟਲੀ ਜਦੋਂ ਉਹਨਾਂ ਨੇ ਖੇੜਾ ਪਾ ਲਿਆ, ਖਲਾਰਾ ਪਾ ਕੇ ਬੈਠ ਗਏ, ਤਾਂ ਉਦੋਂ ਮੈਨੂੰ ਤਾਂ ਇਹ ਲੱਗਿਆ ਸੀ ਵੀ ਇਹ ਪਾਰਟੀ ਕਾਮਯਾਬ ਨਹੀਂ ਹੋ ਸਕਦੀ ਤੇ ਮੈਨੂੰ ਇਹ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਇਸ ਕਰਕੇ ਮੈਂ ਲੋਕ ਹਿੱਤ ਨੂੰ ਸਾਹਮਣੇ ਰੱਖ ਕੇ ਪਾਰਟੀ ਛੱਡੀ ਸੀ, ਨਾ ਕਿ ਆਪਦੇ ਕਿਸੇ ਆਨੰਦਮਈ ਜੀਵਨ ਵਾਸਤੇ। ਮੈਂ ਤੁਹਾਨੂੰ ਫਿਰ ਇਹੀ ਰਿਪੀਟ ਕਰਦਾ ਵੀ ਇਹ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜੇ ਸਮਝਣੀ ਹੋਵੇ ਇਹ ਪਾਵਰ ਜਾਂ ਆਨੰਦ ਨਹੀਂ ਹੁੰਦਾ। ਤੁਸੀਂ ਸਾਇਲੈਂਟ ਵੀ ਬੈਠ ਸਕਦੇ ਸੀ। MLA ਤਾਂ ਤੁਸੀਂ ਸੀਗੇ, ਕੰਮ ਨਾ ਕਰਦੇ, ਆਮ ਆਦਮੀ ਪਾਰਟੀ ਦੇ ਵਿੱਚ ਐਕਟਿਵ ਨਾ ਹੁੰਦੇ। ਦੂਜੀ ਪਾਰਟੀ ਕਿਉਂ? ਦੂਜੀ ਪਾਰਟੀ ਫਿਰ ਜਦੋਂ ਮੈਂ ਛੱਡੀ ਦਿੱਤੀ ਸੀ ਤਾਂ ਫਿਰ ਕੁਦਰਤੀ ਤੌਰ ਤੇ ਆਪਦੇ ਮੈਂ ਹਲਕੇ ਦਾ ਚੁਣਿਆ ਹੋਇਆ ਵਿਧਾਇਕ ਸੀ ਤੇ ਮੈਂ ਲੋਕਾਂ ਦੇ ਕੰਮ ਵੀ ਤਾਂ ਕਰਾਉਣੇ ਸੀ। ਮੈਂ ਘਰੇ ਬੈਠ ਕੇ ਕੀ ਕਰਨਾ ਸੀ? ਮੈਂ ਨੌਕਰੀ ਇਸ ਵਾਸਤੇ ਥੋੜ੍ਹਾ ਛੱਡੀ ਸੀ ਮੈਂ ਕੋਈ ਆਪਦਾ ਵਿਹਲੇ ਰਹਿਣਾ ਜਾਂ ਕੋਈ ਹੋਰ ਕਰਨਾ। ਮੈਂ ਕੋਈ ਨਾ ਕੋਈ ਜਿਹੜਾ ਸੀ ਸੋਸ਼ਲ ਸਰਵਿਸ ਕਰਨੀ ਸੀ, ਕੋਈ ਐਸੀ ਗੱਲ ਨਹੀਂ। ਜਿਨ੍ਹਾਂ ਰਾਹੀਂ ਤੁਸੀਂ ਪਾਰਟੀ ਜੁਆਇਨ ਕੀਤੀ, ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੀਆਂ ਫੋਟੋਆਂ ਆਈਆਂ ਜਦੋਂ ਤੁਸੀਂ ਜੁਆਇਨ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਰਹੇ ਕਿਉਂਕਿ ਉਹਨਾਂ ਤੇ ਵੀ ਇਲਜ਼ਾਮ ਲੱਗਦੇ ਕਿ ਉਹਨਾਂ ਨੇ ਵੀ ਨਹੀਂ ਕੰਮ ਕੀਤੇ। ਤੇ ਫਿਰ ਜਦੋਂ ਉਹਨਾਂ ਨੇ ਕੰਮ ਨਹੀਂ ਕੀਤੇ ਤਾਂ ਵਿਧਾਇਕ ਕਿਵੇਂ ਕਰਵਾ? ਚਲੋ ਮੈਨੂੰ ਤਾਂ ਉਮੀਦ ਸੀ ਨਾ, ਇਹ ਤਾਂ ਹੈ ਨਹੀਂ ਵੀ ਤੁਸੀਂ ਮਤਲਬ ਕਿ ਕੰਮ ਜੇ ਕੋਈ ਲੀਡਰ ਨਹੀਂ ਕਰਦਾ ਵੀ ਤੁਸੀਂ ਵੀ ਨਾ ਕਰੋ। ਮੈਂ ਆਪਦੀ ਸਮਰੱਥਾ ਮੁਤਾਬਕ ਤੁਹਾਨੂੰ ਪਹਿਲਾਂ ਵੀ ਦੱਸ ਸਕਿਆ ਜਿੰਨੇ ਲੋਕਾਂ ਦੇ ਕੰਮ, ਕਿਉਂਕਿ ਕੰਮ ਇਹ ਨਹੀਂ ਹੁੰਦੇ ਵੀ ਤੁਸੀਂ ਕੋਈ ਵੱਡੇ ਪ੍ਰੋਜੈਕਟ ਕੀ ਨੇ, ਛੋਟੇ ਕੀ ਨੇ ਜਾਂ ਕੋਈ ਹੋਰ ਹੈ। ਲੋਕਾਂ ਦੀਆਂ ਰੋਜ਼ਮਰਰਾ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਜਿਹਦੇ ਲਈ ਲੋਕਾਂ ਨੂੰ ਦਰ ਭਟਕਣਾ ਪੈਂਦਾ। ਜੇ ਤੁਸੀਂ ਉਹਦੇ ਵਿੱਚੋਂ 50% ਵੀ ਹੱਲ ਕਰਦੇ ਹੋ ਤਾਂ ਇੱਕ ਕਿਸਮ ਦੀ ਆਮ ਲੋਕਾਂ ਦੀ ਤਾਂ ਸੇਵਾ ਹੀ ਹੈ। ਤੇ ਉਹ ਸੇਵਾ ਮੈਂ ਬਾਖੂਬੀ ਨਿਭਾਈ ਹੈ। ਲੋਕਾਂ ਨੂੰ ਪਤਾ ਹੈ ਸਾਰਾ ਕੁਝ। ਮੇਰੇ ਦਫ਼ਤਰ ਦੇ ਵਿੱਚ ਜੇ ਆਉਣ ਜਾਣ ਲੋਕਾਂ ਦੀ ਗਿਣਤੀ ਕੀਤੀ ਜਾਵੇ ਹਜ਼ਾਰਾਂ 'ਚ ਹੈ। ਤੇ ਜਿਹੜਾ ਕੋਈ ਬੰਦਾ ਕਿਸੇ ਨੇ ਮੈਨੂੰ ਕਦੇ ਫੋਨ ਵੀ ਕੀਤਾ ਤਾਂ ਫੋਨ ਤੇ ਵੀ ਉਹਨੂੰ ਅਟੈਂਡ ਕੀਤਾ। ਜੇ ਕੋਈ ਮਿਲਣਾ ਆ ਤਾਂ ਵੀ ਅਟੈਂਡ ਕੀਤਾ। ਜੇ ਕਿਸੇ ਦਾ ਕੰਮ ਕਰਾਇਆ ਤਾਂ ਮਾਨਸਾ ਦੇ ਵਿੱਚੋਂ ਹਲਕੇ 'ਚੋਂ ਕੀ ਸਾਰੇ ਪੰਜਾਬ 'ਚ ਤੁਸੀਂ ਕਹਿ ਦਿਓ ਵੀ ਨਾਜਰ ਸਿੰਘ ਨੇ ਕੰਮ ਕਰਾਇਆ ਸੀ ਤੇ ਕੋਈ ਪੰਜੀ ਕਿਸੇ ਤੋਂ ਕੋਈ ਫੰਡ ਤੱਕ ਲਿਆ ਹੋਵੇ, ਬਾਕੀ ਤਾਂ ਛੱਡੋ ਪਰੇ। ਤੁਹਾਡੇ ਸਾਥੀ ਸੁਖਪਾਲ ਸਿੰਘ ਖਹਿਰਾ ਤੇ ED ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਉਹਨਾਂ ਦੀ ਤੁਹਾਨੂੰ ਲੱਗਦਾ ਕਿ ਕਾਂਗਰਸ ਉਸ ਤਰੀਕੇ ਨਾਲ ਪਿੱਠ ਤੇ ਖੜੇ ਜਿਵੇਂ ਖੜਨਾ ਚਾਹੀਦਾ ਸੀ? ਦੇਖੋ ਮੇਰੀ ਗੱਲ ਸੁਣੋ, ਇਹ ਸੁਖਪਾਲ ਸਿੰਘ ਖਹਿਰਾ ਤੇ ਪਾਰਟੀ ਕਮੈਂਟ ਕਰ ਸਕਦੀ ਹੈ ਕਿਉਂਕਿ ਮੈਂ ਉਦੋਂ ਪਹਿਲਾਂ ਹੀ ਪਾਰਟੀ ਛੱਡ ਚੁੱਕਿਆ ਜਦੋਂ ਤੋਂ ਉਹਨਾਂ ਤੇ ED ਦਾ ਕੇਸ ਬਣਿਆ। ਤੇ ਇਸ ਕਰਕੇ ਮੇਰਾ ਉਹਨਾਂ ਤੇ ਕੋਈ ਕਮੈਂਟ ਨਹੀਂ। ਉਹਨਾਂ ਦੀ ਆਪਦੀ ਪਰਸਨਲ ਲਾਈਫ ਹੈ, ਉਹਦੇ ਨਾਲ ਮੇਰਾ ਤਾਂ ਕੋਈ ਲਾਗਾ ਦੀ ਨਾ ਵੀ ਮੈਂ ਕਿਹੜਾ ਖਹਿਰਾ ਸਾਹਿਬ ਦੇ ਨਾਲ ਪੜ੍ਹਿਆ ਜਾਂ ਅਸੀਂ ਇਕੱਠੇ ਕੋਈ ਜੌਬ ਕੀਤੀ ਹੈ ਜਾਂ ਇਕੱਠੇ ਇੱਕ ਜ਼ਿਲ੍ਹੇ 'ਚ ਵਿਧਾਇਕ ਬਣਿਆ ਜਾਂ ਕੋਈ ਹੋਰ ਹੈ। ਜੇ ਅਸੀਂ ਪਾਰਟੀ ਕਰਕੇ ਥੋੜ੍ਹਾ ਚਿਰ ਇਕੱਠੇ ਰਹੇ ਹਾਂ, ਪਿੱਛੇ ਨਾਲ ਖੜੇ ਹੋ, ਪਹਿਲਾਂ ਵੀ ਖੜੇ ਸੀ, ਉਹ ਪਾਰਟੀ ਦੇ ਅੰਦਰ ਲਿਆ ਸੀ ਮੈਂ। ਉਹ ਕੋਈ ਇਹ ਤਾਂ ਨਹੀਂ ਵੀ ਜੇ ਕੋਈ ਕਿਸੇ ਤੇ ED ਦਾ ਕੇਸ ਬਣਦਾ ਜਾਂ ਕੋਈ ਹੋਰ ਉਹਦੇ ਲਈ ਮੇਰੀ ਕੋਈ ਭਾਈਵਾਲੀ ਹੈ ਮੈਂ ਉਹਦੇ ਨਾਲ ਖੜਾ। ਉਹ ਮੇਰੀ ਆਪਣੀ ਮਰਜ਼ੀ ਹੈ, ਉਹਨਾਂ ਦੀ ਆਪਣੀ ਮਰਜ਼ੀ ਹੈ, ਉਹਦੀ ਆਪਣੀ ਲਾਈਫ ਸਟਾਈਲ ਹੈ, ਮੇਰਾ ਆਪਣਾ। ਜਦੋਂ ਪਾਰਟੀ ਜੁਆਇਨ ਕੀਤੀ, ਕੋਈ ਜਿਵੇਂ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਤੈਅ ਹੁੰਦੀਆਂ, ਕੋਈ ਸ਼ਰਤ ਹੋਈ ਸੀ ਟਿਕਟ ਨੂੰ ਲੈ ਕੇ ਮਾਨਸਾ ਦੀ ਨੂੰ? ਨਹੀਂ, ਇਸ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਸੀ ਹੋਈ। ਐਵੇਂ ਮੈਂ ਕਹਾਂ ਵੀ ਹਾਂ ਜੀ ਮੇਰੇ ਨਾਲ ਕਮਿਟਮੈਂਟ ਹੋਈ ਸੀ, ਇਹ ਸੀ। ਹਾਂ, ਬਾਈ ਇਲੈਕਸ਼ਨ ਦਾ ਜ਼ਰੂਰ ਕਹਿੰਦੇ ਸੀ ਵੀ ਅਸੀਂ ਬਾਈ ਇਲੈਕਸ਼ਨ ਵੇਲੇ ਤੁਹਾਨੂੰ ਪ੍ਰੈਫਰੈਂਸ ਦੇਵਾਂਗੇ, ਪਰ ਉਹ ਬਾਈ ਇਲੈਕਸ਼ਨ ਬਾਅਦ 'ਚ ਸਰਕਾਰ ਨੇ ਕਰਾਈ ਨਹੀਂ ਤੇ ਇਸ ਕਰਕੇ ਟਿਕਟ ਦਾ ਕੋਈ ਕੁਐਸਚਨ ਹੀ ਨਹੀਂ ਪੈਦਾ ਹੋਇਆ। ਹੁਣ ਸਿੱਧੂ ਮੂਸੇਵਾਲਾ ਤਾਰਤਾ, ਕਹਿੰਦੇ ਨਾਜਰ ਸਿੰਘ ਮਾਨਸ਼ਾਹੀਆ ਦਾ ਤਾਂ ਹੁਣ ਕਹਿੰਦੇ ਇਹ ਲੱਗ ਹੀ ਰਿਹਾ ਵੀ ਪੱਤਾ ਸਾਫ਼ ਹੋ ਰਿਹਾ। ਦੁੱਖ ਨਹੀਂ ਲੱਗਦਾ? ਇਹਨੂੰ ਤੁਸੀਂ ਪੱਤਾ ਸਾਫ਼ ਕਿਉਂ ਕਹਿੰਦੇ ਹੋ? ਮੈਂ ਮੇਰੀ ਗੱਲ ਸੁਣੋ, ਨਹੀਂ ਮੇਰੀ ਇੱਕ ਕੁਆਲੀਫਿਕੇਸ਼ਨ ਸੀ ਜਿਹੜੀ ਲਈ ਮੈਂ ਜੌਬ ਲਈ ਪ੍ਰਿਪੇਅਰਡ ਸੀ। ਮੈਂ ਆਹ ਜੌਬ ਕਰਨੀ ਆ, ਆਹ ਕੁਆਲੀਫਿਕੇਸ਼ਨ ਅਕਵਾਇਰ ਕਰਕੇ ਹੈ ਨਾ। ਅਤੇ ਉਹ ਜੌਬ ਮੇਰੀ ਕੁਆਲੀਫਿਕੇਸ਼ਨ ਮੁਤਾਬਕ ਮੈਨੂੰ ਜੌਬ ਮਿਲੀ। ਮੈਂ ਆਪਦਾ 25 ਸਾਲ ਜੌਬ ਕੀਤੀ, ਠੀਕ ਹੈ ਨਾ। ਅਤੇ ਹੁਣ ਉਦੋਂ ਬਾਅਦ 5 ਸਾਲ ਹੀ ਮੈਂ ਵਿਧਾਇਕ ਬਣਿਆ। ਅਤੇ ਹੁਣ ਜੇ ਕੋਈ ਨਵਾਂ ਆ ਰਿਹਾ, ਮੈਂ ਵੀ ਤਾਂ ਨਵਾਂ ਹੀ ਆਇਆ ਸੀ। ਕਿਸੇ ਦੀ ਉਹਨੂੰ ਕਿਸੇ ਵੇਲੇ ਉਹ ਲੱਗੇ ਹੋ ਕਿਸੇ ਨੂੰ ਵੀ ਸਾਡਾ ਪੱਤਾ ਸਾਫ਼ ਹੋ ਗਿਆ। ਉਹ ਇਹ ਹੁੰਦਾ ਵੀ ਲੋਕਾਂ ਨੇ ਕਿਸ ਨੂੰ ਕਿਸ ਤਰ੍ਹਾਂ ਦਾ ਮੌਕਾ ਦੇਣਾ। ਮੈਨੂੰ ਮੌਕਾ ਦਿੱਤਾ ਸੀ। ਹੁਣ ਜੇ ਪਾਰਟੀ ਚਾਹੁੰਦੀ ਹੈ ਵੀ ਨਾਜਰ ਸਿੰਘ ਤੋਂ ਅਸੀਂ ਹੋਰ ਸੇਵਾ ਲੈਣੀ ਹੈ ਤਾਂ ਮੈਂ ਆਪਦੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ। ਬਟ ਐਟ ਦੀ ਸੇਮ ਟਾਈਮ ਜੇ ਪਾਰਟੀ ਦੀ ਆਪਣੀ ਕੋਈ ਹੋਰ ਤਰ੍ਹਾਂ ਦੀ ਇੱਛਾ ਹੈਗੀ ਹੈ ਤਾਂ ਕਿਸੇ ਨੂੰ ਕੰਪੈਲ ਥੋੜ੍ਹਾ ਕੀਤਾ ਜਾ ਸਕਦਾ।
ਕਿਉਂਕਿ ਇਹ ਵੱਡੀ ਜ਼ਿੰਮੇਵਾਰੀ ਹੈ ਜਿੱਥੋਂ ਮੈਂ ਭੱਜ ਕਦੇ ਨਹੀਂ ਸਕਦਾ। ਪਰ ਪਾਰਟੀ ਦੀ ਵੀ ਆਪਣੀ ਮਰਜ਼ੀ ਹੁੰਦੀ ਹੈ, ਜਿਹਨੂੰ ਮਰਜ਼ੀ ਟਿਕਟ ਦੇਵੇ ਜਾਂ ਨਾ ਦੇਵੇ, ਉਦੋਂ ਬਾਅਦ ਮੈਂ ਆਪਦਾ ਫੈਸਲਾ ਦੇਖਣਾ, ਆਪਦੀ ਲਾਈਫ ਕਿਵੇਂ ਲੀਡ ਕਰਨੀ ਹੈ। ਕੋਈ ਇਹ ਤਾਂ ਨਹੀਂ ਹੁੰਦਾ ਹਰੇਕ ਬੰਦਾ ਵਿਧਾਇਕ ਹੈ। ਵਿਧਾਇਕ ਤਾਂ ਸਾਰੇ ਪੰਜਾਬ 'ਚੋਂ 3 ਕਰੋੜ ਦੀ ਆਬਾਦੀ 'ਚੋਂ 117 ਹੀ ਬਣਦੇ ਨੇ। ਇਹਦਾ ਮਤਲਬ ਬਾਕੀਆਂ ਦਾ ਪੱਤਾ ਸਾਫ਼ ਹੈ। ਤੁਸੀਂ ਜ਼ਿੰਦਗੀ 'ਚ ਕਦੇ ਵਿਧਾਇਕ ਨਹੀਂ ਬਣੇ, ਤੁਹਾਡਾ ਪੱਤਾ ਸਾਫ਼ ਹੈ। ਇਸ ਕਰਕੇ ਇਹ ਨਹੀਂ ਟਿਕਟ ਐਂਗਲ ਤੋਂ ਤੁਹਾਡੀ ਆਪਣੀ ਇਹ ਹੋ ਸਕਦੀ ਹੈ ਸੋਚ ਵੀ ਜਿਹਨੂੰ ਟਿਕਟ ਨਾ ਮਿਲੇ ਉਹਦਾ ਪੱਤਾ ਸਾਫ਼ ਹੈ, ਪਰ ਮੈਂ ਨਹੀਂ ਸਮਝਦਾ ਵੀ ਉਹਦਾ ਪੱਤਾ ਸਾਫ਼ ਹੁੰਦਾ। ਮੈਂ ਆਪਦਾ 5 ਸਾਲ ਵਿਧਾਇਕੀ ਕੀਤੀ ਹੈ, ਬੜੇ ਚੰਗੀ ਤਰ੍ਹਾਂ ਜਿਹੜੀ ਮੈਂ ਆਪਦੀ ਸਮਰੱਥਾ ਮੁਤਾਬਕ ਲੋਕਾਂ ਦੇ ਕੰਮ ਆਇਆ, ਸੇਵਾ ਕੀਤੀ ਹੈ ਮਨੁੱਖਤਾ ਦੀ, ਅਤੇ ਮੈਂ ਇਸ ਨੂੰ ਪੱਤਾ ਸਾਫ਼ ਨਹੀਂ ਸਮਝਦਾ। ਮੇਰੇ ਲਈ ਉਹ ਜਿਸ ਤਰ੍ਹਾਂ ਹੁੰਦਾ ਨਾ ਵੀ 17 ਕੇ आगे जहाँ और भी है, ठीक है ना, वो भी ज़िंदगी में मोहब्बत के मुकाम और भी है, 17 के आगे जहाँ और भी है। कदे पत्ते साफ़ नहीं होंदे हुंदे, काम करने वाले दे पत्ते कदे नहीं साफ़ होंदे ना। मैं आपदा ਇਹਨੂੰ ਸਮਝਦਾ ਵੀ ਮੇਰਾ ਪੱਤਾ ਸਾਫ਼ ਹੋਇਆ। ਪਿਛਲੇ ਦਿਨੀ ਇੱਥੇ ਵਿਰੋਧ ਹੋਇਆ ਕਿ ਨੌਜਵਾਨ ਨੇ, ਯੂਥ ਆਗੂ ਨੇ ਵਿਰੋਧ ਕੀਤਾ ਹੈ ਸਿੱਧੂ ਮੂਸੇਵਾਲੇ ਦਾ। ਜਸਪਿੰਦਰ ਨਾਮ ਹੈ, ਤੁਸੀਂ ਵੀ ਸਾਰਾ ਸੁਣੇ ਹੋਊਗਾ। ਉਹਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਟਿਕਟ ਦੇ ਕੇ ਪਾਰਟੀ ਗਲਤ ਕਰ ਰਹੀ ਹੈ, ਅਸੀਂ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲਦੀ ਹੈ ਤੇ ਜਿਹੜੇ ਪੁਰਾਣੇ ਵਰਕਰ ਆ, ਚਲ ਤੁਸੀਂ ਵੀ ਕਿਹਾ ਮੈਂ ਵੀ ਨਵਾਂ ਆ, ਪੁਰਾਣੇ ਵਰਕਰਾਂ ਨਾਲ ਜੇਕਰ ਇਹ ਗੱਲ ਧੱਕਾ ਹੁੰਦਾ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਆ, ਉਹਨੂੰ ਤੁਸੀਂ ਕਿਵੇਂ ਦੇਖਦੇ? ਪਹਿਲੀ ਗੱਲ ਤਾਂ ਸਿੱਧੂ ਸਾਹਿਬ ਹੈ, ਮੈਂ ਇਸ ਪਾਰਟੀ 'ਚ ਕੋਈ ਨਵਾਂ ਨਹੀਂ ਹੈਗਾ। 1992 ਤੋਂ ਪਰਿਵਾਰਕ ਤੌਰ 'ਤੇ ਅਸੀਂ ਇਸ ਪਾਰਟੀ ਨਾਲ ਜੁੜੇ ਹੋਏ ਹਾਂ। ਠੀਕ ਹੈ। ਮੇਰਾ ਬ੍ਰਦਰ, ਤੁਸੀਂ ਕਿਹਾ ਨਾ ਨਵੇਂ ਆਏ ਆ, ਨਹੀਂ ਨਵੇਂ ਇਨ ਦਾ ਸੈਂਸ ਮੈਂ ਉਦੋਂ ਵਿਧਾਇਕ ਬਣਨ ਵਾਸਤੇ ਟਿਕਟ ਵਾਸਤੇ ਨਵਾਂ ਸੀ। ਠੀਕ ਹੈ। ਅਦਰਵਾਈਜ਼ 1992 ਤੋਂ ਪਰਿਵਾਰਕ ਤੌਰ 'ਤੇ ਅਸੀਂ ਇਸ ਪਾਰਟੀ ਨਾਲ ਜੁੜੇ ਹੋਏ ਹਾਂ। ਠੀਕ ਹੈ ਜੀ। ਮੇਰਾ ਬ੍ਰਦਰ ਕਾਂਗਰਸ ਦੇ ਵਿੱਚ ਕੰਮ ਕਰਦਾ ਰਿਹਾ ਹੈ। ਜਦੋਂ ਸੂਰਜੇਵਾਲਾ ਜੀ ਆਲ ਇੰਡੀਆ ਕਾਂਗਰਸ ਯੂਥ ਕਾਂਗਰਸ ਦੇ ਪ੍ਰਧਾਨ ਸੀਗੇ ਤਾਂ ਉਦੋਂ ਉਹ ਜ਼ਿਲ੍ਹੇ ਦਾ ਪ੍ਰਧਾਨ ਵੀ ਰਿਹਾ 3 ਸਾਲ ਦੇ ਕਰੀਬ। ਠੀਕ ਹੈ। ਅਤੇ ਮੈਂ ਵੀ ਇਹ ਕਹਿ ਲਓ ਪਰਿਵਾਰਕ ਤੌਰ 'ਤੇ ਇੱਕ ਸੋਚ ਹੁੰਦੀ ਹੈ, ਮੈਂ ਉਸ ਐਂਗਲ ਤੋਂ ਸਫ਼ਰ ਵੀ ਕਰਦਾ ਰਿਹਾ। ਅਤੇ ਜੇ ਤੁਸੀਂ ਇਹ ਵੀ ਜਾਣਨਾ ਚਾਹੋ ਵੀ ਫਿਰ ਮੈਂ ਪੋਲੀਟਿਕਸ 'ਚ ਆ ਕਿਉਂ ਗਿਆ, ਮੈਂ ਤਾਂ ਬਹੁਤ ਵਧੀਆ ਜੌਬ ਕਰਦਾ ਸੀ। 2009 'ਚ ਜਦੋਂ ਹਰਸਿਮਰਤ ਜੀ ਇੱਥੋਂ ਇਲੈਕਸ਼ਨ ਲੜ ਰਹੇ ਸੀ ਲੋਕ ਸਭਾ ਦੀ, ਬਠਿੰਡਾ ਹਲਕੇ ਤੋਂ, ਕਿਉਂਕਿ ਮਾਨਸਾ ਹੀ ਵਿੱਚ ਪੈਂਦਾ ਬਠਿੰਡਾ ਲੋਕ ਸਭਾ ਹਲਕੇ 'ਚ, ਉਦੋਂ ਮੈਂ ਅੰਮ੍ਰਿਤਸਰ ਪੋਸਟਡ ਸੀ। ਅਤੇ ਜਦੋਂ ਪਤਾ ਲੱਗਿਆ ਸਰਕਾਰ ਨੂੰ ਵੀ ਮੇਰਾ ਯੂਥ ਕਾਂਗਰਸ ਦਾ ਪ੍ਰਧਾਨ ਜਿਹੜਾ ਰਿਹਾ ਪਹਿਲਾਂ ਅਤੇ ਹੁਣ ਕਾਂਗਰਸ ਦੇ ਵਿੱਚ ਸਰਗਰਮ ਹੈ, ਸੀਨੀਅਰ ਪੋਜੀਸ਼ਨ 'ਚ ਹੈਗਾ, ਸਿਮਰਜੀਤ ਸਿੰਘ ਮਾਨਸ਼ਾਹੀ ਐਡਵੋਕੇਟ, ਅਤੇ ਉਹਦਾ ਜਾਣੀ ਮਤਲਬ ਕਿ ਬ੍ਰਦਰ ਹੈ ਨਾਜ਼ਰ ਸਿੰਘ ਮਾਨਸ਼ਾਹੀ, ਵੀ ਉਹਦੀ ਬਾਂਹ ਮਰੋੜ ਕੇ ਉਹਨੂੰ ਅਕਾਲੀ ਦਲ ਜੁਆਇਨ ਕਰਾਓ। ਫਿਰ 2014 'ਚ ਇਹੀ ਹੋਇਆ। ਦੋਨੇ ਵਾਰੀ ਅਸੀਂ ਸਫ਼ਰ ਕੀਤਾ। ਠੀਕ ਹੈ। ਜਿਹੜੇ ਕਈ ਲੋਕ ਕਹਿ ਦਿੰਦੇ ਨੇ ਵੀ ਅਸੀਂ ਟਕਸਾਲੀ ਕਾਂਗਰਸੀ ਹਾਂ ਜੀ, ਨਾਜ਼ਰ ਸਿੰਘ ਨਵਾਂ ਹੈ, ਤਾਂ ਫਿਰ 2009 'ਚ ਮੈਂ ਸਫ਼ਰ ਕੀਤਾ। 2014 'ਚ ਮੈਨੂੰ ਅੰਡਰ ਪ੍ਰੈਸ਼ਰ ਅਸਤੀਫਾ ਦੇਣਾ ਪਿਆ, ਜਿਹੜਾ ਬਾਅਦ ਦੇ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਬੋਰਡ ਨੇ, ਪਰ ਮੈਨੂੰ ਨੌਕਰੀ ਛੱਡਣੀ ਪਈ। ਮੈਂ ਉਹਨਾਂ ਹਾਲਾਤਾਂ 'ਚੋਂ ਨਿਕਲਦਾ ਪੋਲੀਟਿਕਸ 'ਚ ਆਇਆ। ਅਤੇ ਨਹੀਂ ਮੈਨੂੰ ਦੱਸੋ ਹੁਣ ਤੱਕ ਕਿੰਨੇ ਕੁ ਅਫਸਰ ਨੇ ਜਿਹੜੇ ਪੋਲੀਟਿਕਸ 'ਚ ਆਉਂਦੇ ਨੇ ਅਤੇ ਫਿਰ ਕਾਮਯਾਬ ਹੁੰਦੇ ਨੇ। ਦਰਬਾਰਾ ਸਿੰਘ ਗੁਰੂ ਜਿੱਡਾ ਤਾਂ ਮੇਰਾ ਉਹਦਾ ਨਹੀਂ ਸੀ, ਪ੍ਰਿੰਸੀਪਲ ਸੈਕਟਰੀ ਰਹੇ CM ਸਾਹਿਬ ਦੇ, ਅਤੇ 2 ਵਾਰੀ ਲੋਕਾਂ ਨੇ ਹਰਾਤਾ। IAS ਆਫਿਸਰ ਸੀ। DGP ਗਿੱਲ ਸਾਹਿਬ ਮੋਗੇ ਵਾਲੇ 2 ਵਾਰੀ ਲੋਕਾਂ ਨੇ ਹਰਾਤੇ, ਅਤੇ ਮੈਂ ਇੱਕ SC ਦੀ ਪੋਸਟ ਤੋਂ ਨੌਕਰੀ ਛੱਡ ਕੇ ਆਇਆ ਸੀ। ਠੀਕ ਹੈ। ਅਤੇ ਮੈਨੂੰ ਪਹਿਲੀ ਵਾਰ 'ਚ ਹੀ ਲੋਕਾਂ ਨੇ ਐਡੇ ਵੱਡੇ ਭਾਰੀ ਬਹੁਮਤ ਨਾਲ ਜਿਤਾਇਆ ਵੀ ਮਾਨਸਾ ਹਲਕੇ ਦੇ ਹੁਣ ਤੱਕ ਦੇ ਰਿਕਾਰਡ ਤੋੜੇ। ਅਤੇ ਫਿਰ ਮੇਰੀ ਜਿਹੜਾ ਪਰਿਵਾਰਕ ਤੌਰ 'ਤੇ ਤਾਂ ਅਸੀਂ ਫਿਰ ਟਕਸਾਲੀ ਕਾਂਗਰਸੀ ਹੋ ਗਏ ਨਾ, ਜਦੋਂ ਮੈਨੂੰ ਕਾਂਗਰਸ ਕਰਕੇ ਇੰਨੇ ਕਹਿ ਲਓ ਵੀ ਮੁਸ਼ਕਲਾਂ 'ਚੋਂ ਲੰਘਣਾ ਪਿਆ, ਅਤੇ ਅਲਟੀਮੇਟਲੀ ਖੁਦ ਮੈਂ ਪੋਲੀਟਿਕਸ 'ਚ ਆ ਗਿਆ। ਅਤੇ ਇਹ ਇੱਕ ਕਹਿ ਲਓ ਵੀ ਉਸ ਤਰ੍ਹਾਂ ਦਾ ਉਸ ਪ੍ਰੋਸੈਸ 'ਚੋਂ ਨਿਕਲਿਆ ਹੋਇਆ ਬੰਦਾ ਮੈਂ, ਜਿਨ੍ਹਾਂ ਦੇ ਪਰਿਵਾਰਕ ਤੌਰ 'ਤੇ ਸਾਡੀ ਕਾਂਗਰਸ ਨਾਲ ਸਾਂਝ ਸੀਗੀ। ਇਹੋ ਜਿਹੀ ਗੱਲ ਨਹੀਂ ਹੈ। ਤੁਸੀਂ ਉਹੀ ਮੈਂ ਗੱਲ ਕਰ ਰਿਹਾ ਕਿ ਜਿਵੇਂ ਜਸਪਿੰਦਰ ਕਹਿੰਦਾ, ਤੁਸੀਂ ਵੀ ਕਹਿੰਦਾ ਕਿ ਮੈਂ ਵੀ ਟਕਸਾਲੀ ਹਾਂ, ਫਿਰ ਟਕਸਾਲੀਆਂ ਨੂੰ ਕੱਟ ਕੇ ਇੱਕ ਨਵਾਂ ਬੰਦਾ ਲੈ ਕੇ ਆਉਣਾ ਸਹੀ ਹੈ? ਦੇਖੋ, ਸਹੀ ਗਲਤ ਪਾਰਟੀ ਨੇ ਜੋ ਫੈਸਲੇ ਲਏ ਹੁੰਦੇ, ਕਈ ਵਾਰੀ ਉਹਨਾਂ ਦਾ ਇਹ ਹੁੰਦਾ ਵੀ ਪਾਰਟੀ ਦੇ ਹਿੱਤ 'ਚ ਕੋਈ ਫੈਸਲਾ ਲੈਣਾ ਪੈਂਦਾ ਹੈ, ਪਾਰਟੀ ਨੇ ਲੈ ਲਿਆ। ਹੋ ਸਕਦਾ ਇਨ ਦਾ ਲੌਂਗ ਰਨ ਸਾਨੂੰ ਬਾਅਦ 'ਚ ਪਤਾ ਲੱਗੇ, ਪਾਰਟੀ ਮਹਿਸੂਸ ਕਰੇ ਵੀ ਇਹ ਫੈਸਲਾ ਸਾਥੋਂ ਗਲਤ ਹੋ ਗਿਆ, ਉਹ 'ਤੇ ਕਮੈਂਟ ਕਰ ਲਈ। ਮੈਂ ਕੋਈ ਪਾਰਟੀ ਦੀ ਹਾਈ ਕਮਾਂਡ ਦਾ ਪਾਰਟ ਤਾਂ ਹੈ ਨਹੀਂਗਾ ਵੀ ਮੈਂ ਕਮੈਂਟ ਕਰਾਂ ਵੀ ਗਲਤ ਹੈ ਕਿ ਠੀਕ ਹੈ ਫੈਸਲਾ। ਹਲਕੇ ਦੇ ਲੋਕਾਂ ਦੀ ਆਵਾਜ਼ ਕੀ ਆਉਂਦੀ? ਤੁਸੀਂ ਸੁਣਦੇ ਹੀ ਆ, ਸਾਰਾ ਦਿਨ ਹੀ ਸੁਣਦੇ ਹੋ ਲੋਕਾਂ ਦੀ ਆਵਾਜ਼। ਖੈਰ ਲੋਕਾਂ ਨੇ ਇਸ ਚੀਜ਼ ਨੂੰ ਕੋਈ ਬਹੁਤਾ ਵਧੀਆ ਨਹੀਂ ਸਮਝਿਆ ਵੀ ਕਿਸੇ ਨਵੇਂ ਬੰਦੇ ਨੂੰ ਲੈ ਕੇ ਆਓ ਜਾਂ ਕੋਈ ਹੋਰ ਹੈ, ਕੋਈ ਐਕਸਪੀਰੀਅੰਸ ਉਹਦਾ ਹੋਵੇ, ਕੋਈ ਗਾਇਕੀ 'ਚ ਅੱਛਾ ਗਾਇਆ ਹੋਵੇ ਉਹਨਾਂ ਨੇ, ਜਿਹੜੀ ਲੋਕ ਆਸ਼ਿਸ਼ ਕਰਦੇ ਹੋਣ, ਤਾਂ ਫਿਰ ਕੋਈ ਲੋਕ ਐਕਸੈਪਟ ਕਰ ਲੈਂਦੇ ਨੇ। ਹੁਣ ਇਹਦੇ ਲਈ ਇਹ ਹੈ ਵੀ ਲੋਕਾਂ 'ਚ ਜਾ ਕੇ ਤੁਸੀਂ ਖੁਦ ਕਮੈਂਟ ਲੈ ਸਕਦੇ ਹੋ। ਮੈਂ ਤਾਂ ਕੀ ਕਹਿ ਸਕਦਾ ਵੀ ਲੋਕ ਕੀ ਸੋਚਦੇ ਨੇ, ਜਾਂ ਜੇ ਮੈਨੂੰ ਕਹਿੰਦੇ ਵੀ ਨੇ, ਜੇ ਮੈਂ ਅੱਜ ਕਹਾਂ ਵੀ ਗਲਤ ਕਹਿੰਦੇ ਆ ਜਾਂ ਠੀਕ ਕਹਿੰਦੇ ਆ, ਤਾਂ ਕੋਈ ਮੈਨੂੰ ਇਸ ਗੱਲ ਨੂੰ ਮੰਨੂਗਾ? ਅਗਲਾ ਕਹਿੰਦਾ ਇਹਦਾ ਆਪਦਾ ਸ਼ਾਇਦ ਇੰਟਰਸਟ ਹੈਗਾ ਟਿਕਟ ਲੈਣ 'ਚ, ਇਸ ਕਰਕੇ ਕੰਡੈਮ ਕਰ ਰਿਹਾ ਹੈ। ਇਸ ਕਰਕੇ ਮੈਨੂੰ ਕਮੈਂਟ ਨਹੀਂ ਕਰਨਾ ਚਾਹੀਦਾ। ਇਹ ਪਾਰਟੀ ਨੂੰ
ਸਰਵੇ ਕਰਾ ਲੈਣਾ ਚਾਹੀਦਾ, ਲੋਕਾਂ ਦੀ ਆਵਾਜ਼ ਸੁਣ ਲੈਣੀ ਚਾਹੀਦੀ ਹੈ, ਜਾਂ ਜਿਹੜੇ ਕੋਈ ਆਪਣੇ ਆਪ ਨੂੰ ਜਿਹੜੇ ਵੀ ਟਿਕਟ ਐਲੀਮੈਂਟ ਨੇ ਉਹਨਾਂ ਦੀ ਸੁਣ ਲੈਣੀ ਚਾਹੀਦੀ ਹੈ, ਤਾਂ ਫਿਰ ਉਵੇਂ ਫੈਸਲਾ ਕਰ ਲੈਣਾ ਚਾਹੀਦਾ। ਤੁਸੀਂ 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਜਿੱਤਿਆ, ਉਦੋਂ ਇੱਕ ਆਮ ਆਦਮੀ ਪਾਰਟੀ ਤੇ ਹੁਣ ਵੀ ਕਿਹੜੇ ਲੋਕ ਹੈ ਲਾ ਰਹੇ ਇਲਜ਼ਾਮ ਲਗਾ ਰਹੇ ਆ ਟਿਕਟਾਂ ਵੇਚਣ ਦੇ, ਕਿ ਟਿਕਟਾਂ 2017 ਦੇ ਵਿੱਚ ਵੀ ਦਿੱਲੀ ਵਾਲਿਆਂ ਨੇ ਵੇਚੀਆਂ, ਹੁਣ ਵੀ ਕਹਿੰਦੇ ਆ ਕਿ 2022 ਦੇ ਵਿੱਚ ਵੀ 33 ਦੇ ਕਰੀਬ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਇਆ ਲੋਕਾਂ ਨੂੰ ਟਿਕਟਾਂ ਦਿੱਤੀਆਂ। ਕੀ ਲੱਗਦਾ ਹੈ ਇਲਜ਼ਾਮਾਂ ਨੂੰ, ਤੁਸੀਂ ਇਹ ਪਾਰਟੀ ਦਾ ਹਿੱਸਾ ਰਹੇ ਹੋ, ਸਭ ਕੁਝ ਕੋਈ ਹੈ ਇਲਜ਼ਾਮਾਂ 'ਚ ਸੱਚਾਈ ਹੈ ਕਿ ਵੈਸੀ ਗੱਲ ਹੈ? ਦੇਖੋ ਇਲਜ਼ਾਮ ਜਿਹੜੀ ਜਿੱਥੋਂ ਤੱਕ ਤਾਂ ਹੈਗੀ ਹੈ ਨਾ ਜੀ, ਵੀ ਕਿਸੇ ਤੋਂ ਗੱਲਾਂ ਮੈਂ ਵੀ ਜਿੰਨੀਆਂ ਕੁ ਤੁਸੀਂ ਸੁਣੀਆਂ ਉਨੀਆਂ ਕੁ ਮੈਂ ਸੁਣੀਆਂ ਨੇ, ਉਹਨੂੰ ਜੇ ਤੁਸੀਂ ਸੱਚਾਈ ਮੰਨਦੇ ਹੋ ਤਾਂ ਮੈਂ ਵੀ ਸੱਚਾਈ ਮੰਨ ਲੈਂਦਾ, ਜੇ ਤੁਸੀਂ ਸਮਝਦੇ ਹੋ ਇਹ ਤਾਂ ਕਿਹਾ ਸੁਣਿਆ ਲੋਕਾਂ ਦਾ ਰੌਲਾ ਪਾਈ ਜਾਂਦੇ ਨੇ, ਮੈਂ ਵੀ ਕਹਿ ਸਕਦਾ ਵੀ ਹਾਂ ਇਹ ਤਾਂ ਜੀ ਲੋਕ ਕਹੀ ਜਾਂਦੇ ਜਾਂ ਕੋਈ ਹੋਰ ਹੈ। ਬਟ ਬੰਦੇ ਨਾਲ ਜਿਹਦੇ ਨਾਲ ਕੋਈ ਆਪ ਦਾ ਐਕਸਪੀਰੀਅੰਸ ਹੋਵੇ ਉਹ ਦੱਸ ਸਕਦਾ ਬੰਦਾ। ਮੇਰੀ ਆਪਣੀ ਜਿਹੜੀ ਟਿਕਟ ਹੈ, ਮੈਨੂੰ ਜਿਹੜੀ ਪਾਰਟੀ ਨੇ ਮੈਸੇਜ ਭੇਜਿਆ ਸੀ, ਮੈਨੂੰ ਔਨ ਮੈਰਿਟ ਸਿਲੈਕਟ ਕੀਤਾ ਸੀ, ਮੈਂ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਨੂੰ ਇੱਕ ਪੈਸਾ ਵੀ ਦਿੱਤਾ ਹੋਵੇ ਮੰਗੇ ਤੋਂ। ਉਹ ਅਲੱਗ ਗੱਲ ਹੈ, ਜੋ ਪਾਰਟੀ 'ਚ ਕੰਮ ਕਰਦੇ ਸੀ ਹੋ ਸਕਦਾ ਜੇਬ 'ਚੋਂ ਪੈਸੇ ਖਰਚੇ ਹੋਣ ਪਾਰਟੀ ਲਈ, ਕੋਈ ਰੈਲੀ ਆ ਗਈ, ਕੋਈ ਪ੍ਰੋਗਰਾਮ ਆ ਗਿਆ, ਕੋਈ ਮੈਨੀਫੈਸਟੋ ਲਾਂਚ ਕਰਨਾ ਹੈ, ਜਾਂ ਡੇ ਟੂ ਡੇ ਕੋਈ ਵਰਕਿੰਗ 'ਚ ਮੈਂ ਕੋਈ ਪੈਸੇ ਖਰਚੇ ਹੋਣ, ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਥੋਂ ਪਾਰਟੀ ਨੇ ਕੋਈ ਪੈਸਾ ਮੰਗਿਆ ਜਾਂ ਟਿਕਟ ਵਾਸਤੇ ਮੈਨੂੰ ਕਿਹਾ ਹੋਵੇ ਇੱਕ ਪੈਸਾ ਵੀ। ਮੈਂ ਕਹਿ ਸਕਦਾ ਇਸ ਚੀਜ਼ ਹੋ ਸਕਦਾ ਕਈ ਵਾਰੀ ਕੀ ਹੁੰਦਾ ਹੈ ਵੀ ਪਾਰਟੀਆਂ ਕੋਈ ਫੰਡ ਇਕੱਠਾ ਕਰਦੀਆਂ, ਕਿਸੇ ਤੋਂ ਫੰਡ ਵੱਧ ਘੱਟ ਲੈ ਲਿਆ ਹੋਵੇ, ਕਿਸੇ ਨੇ ਲਾਲਚ ਆ ਕੇ ਆਪ ਹੀ ਕਹਿਤਾ ਹੋਵੇ ਮੈਂ ਫੰਡ ਦੇਣ ਨੂੰ ਤਿਆਰ ਹਾਂ ਜੀ, ਮੈਨੂੰ ਟਿਕਟ ਦੇ ਦਿਓ, ਤੇ ਕੁਦਰਤੀ ਤੌਰ ਤੇ ਉਹ ਮੈਰਿਟ ਤੇ ਵੀ ਆ ਗਿਆ ਹੋਵੇ, ਬੰਦਾ ਫੰਡ ਵੀ ਦੇਤਾ ਹੋਵੇ, ਉਹ ਜਿਹਨੂੰ ਬਾਅਦ 'ਚ ਇਲਜ਼ਾਮ ਲਾਈ ਜਾਵੇ ਮੇਰੇ ਤੋਂ ਪੈਸੇ ਲਏ ਨੇ, ਤਾਂ ਮੈਂ ਨਹੀਂ ਕਹਿ ਸਕਦਾ। ਜੇ ਹੁਣ ਮੈਂ ਉਦੋਂ ਕੰਮ ਕਰਦਾ ਸੀ ਪਾਰਟੀ 'ਚ, ਕੁਦਰਤੀ ਮੇਰਾ ਕੋਈ ਖਰਚਾ ਹੁੰਦਾ ਸੀ, ਮੇਰੀ ਜੀ ਕੋਈ એનર્ਜੀ ਵੇਸਟ ਹੁੰਦੀ ਸੀ, ਮੇਰਾ ਪਰਿਵਾਰਕ ਆਪਦੇ ਇੰਟਰਸਟ ਸੀਗੇ ਉਹ ਸਫਰ ਹੁੰਦੇ ਸੀ। ਜੇ ਮੈਂ ਅੱਜ ਸਾਰੇ ਉਹ ਪਾਰਟੀ ਦੇ ਸਿਰ ਤੇ ਮੜਦੇ ਆ ਵੀ ਉਹਨਾਂ ਕਰਕੇ ਮੇਰਾ ਆਹ ਨੁਕਸਾਨ ਹੋ ਗਿਆ ਜੀ, ਮੇਰੇ ਇੰਨੇ ਪੈਸੇ ਲੱਗ ਗਏ ਜਾਂ ਕੋਈ ਹੋਰ ਹੈ, ਮੇਰੇ ਖਿਆਲ 'ਚ ਸਿਆਣਪ ਨਹੀਂ ਹੈ। ਪਾਰਟੀਆਂ ਇੱਕ ਦੂਜੇ ਦੇ ਸਹਿਯੋਗ ਨਾਲ ਚੱਲਦੀਆਂ ਨੇ, ਤੇ ਸਹਿਯੋਗ ਕੋਈ ਆਪਦੀ ਮਿਹਨਤ ਨਾਲ ਦੇ ਦਿੰਦਾ, ਕੋਈ ਪੈਸੇ ਨਾਲ ਦੇ ਦਿੰਦਾ, ਕੋਈ ਕਿਸੇ ਤਰੀਕੇ ਨਾਲ ਦਿੰਦਾ, ਕੋਈ ਲਿਆਕਤ ਨਾਲ ਦਿੰਦਾ, ਸਾਰਾ ਚੱਲਦਾ ਪਾਰਟੀਆਂ 'ਚ। ਕਿਹੜੀ ਪਾਰਟੀ ਹੈ ਜਿਹੜੀ ਫੰਡ ਨਹੀਂ ਲੈਂਦੀ? ਤੇ ਜੇ ਉਸ ਪੱਖੋਂ ਜੇ ਕੋਈ ਬੰਦਾ ਫੰਡ ਦੇ ਕੇ ਬਾਅਦ 'ਚ ਕਹਿੰਦਾ ਵੀ ਮੈਂ ਪੈਸੇ ਦੇ ਕੇ ਟਿਕਟ ਲਈ ਹੈ ਜਾਂ ਕੋਈ ਹੋਰ ਹੈ, ਸ਼ਾਇਦ ਉਹਨਾਂ ਦੀ ਹੋ ਸਕਦਾ ਹੋਵੇ ਵੀ, ਕੋਈ ਮੈਂ ਨਹੀਂ ਕਹਿ ਸਕਦਾ, ਪਰ ਮੇਰਾ ਐਕਸਪੀਰੀਅੰਸ ਇਸ ਤਰ੍ਹਾਂ ਦਾ ਨਹੀਂ ਹੈਗਾ। 2022 ਦੇ ਵਿੱਚ ਕਿਵੇਂ ਦੇਖ ਰਹੇ ਹੋ ਮੁਕਾਬਲਾ, ਕਿਹੜੀਆਂ ਪਾਰਟੀਆਂ ਦਾ ਮੁੱਖ ਹੋਣ ਵਾਲਾ? ਮੁੱਖ ਪਾਰਟੀਆਂ ਕੋਈ 4 ਪਾਰਟੀਆਂ ਚੋਣ ਲੜ ਰਹੀਆਂ, ਪਿਛਲੀ ਵਾਰ 3 ਪਾਰਟੀਆਂ ਦੇ ਵਿੱਚ ਮੁਕਾਬਲਾ ਸੀ, ਇਸ ਵਕਤ ਬੀਜੇਪੀ ਵੀ ਮੈਦਾਨ ਦੇ ਵਿੱਚ ਹੈ। ਕਿਵੇਂ ਦੇਖ ਰਹੇ ਹੋ 2022 ਦੀਆਂ ਚੋਣਾਂ ਨੂੰ ਤੁਸੀਂ? ਦੇਖੋ ਹਜੇ ਨਾ ਸਿਚੁਏਸ਼ਨ ਤਾਂ ਕਲੀਅਰ ਹੈ ਨਹੀਂ ਕੋਈ। ਠੀਕ, ਆਪਾਂ ਜੇ ਕਹੀਏ ਵੀ ਹਾਂ ਜੀ ਆਹ ਪਾਰਟੀ ਜਿੱਤੂਗੀ, ਆਹ ਹਾਰੂਗੀ ਜਾਂ ਕੋਈ ਹੋਰ ਹੈ, ਮੇਰੇ ਖਿਆਲ 'ਚ ਤਕਰੀਬਨ ਸਾਰੇ ਐਟ ਪਾਰ ਜੇ ਚੱਲ ਰਹੇ ਨੇ ਫਾਰ ਦੀ ਟਾਈਮ ਬਿੰਗ। ਤਾਂ ਕੱਲ੍ਹ ਨੂੰ ਕਿੱਧਰ ਨੂੰ ਹਵਾ ਜਾਂਦੀ ਦਿਸਦੀ ਹੈ, ਕਿਵੇਂ ਜਾਂਦੀ ਹੈ, ਉਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਜਦੋਂ ਇਲੈਕਸ਼ਨਾਂ ਹੁੰਦੀਆਂ ਤਕਰੀਬਨ, ਮੈਂ ਤਾਂ 2009 'ਚ ਵੀ 2014 'ਚ ਵੀ ਮੈਂ 2 ਇਲੈਕਸ਼ਨਾਂ ਤਾਂ ਫੇਸ ਕੀਤਾ ਬੀਇੰਗ ਆਫੀਸਰ, ਵੀ ਕਿਵੇਂ ਪਾਵਰ ਜਿਹੜੀ ਹੈਗੀ ਹੈ ਆਪ ਦਾ ਅਸਰ ਸੂਖ ਯੂਜ਼ ਕਰਦੀ ਹੈ ਕਿਸੇ ਦੀ ਮਾਂਹ ਮਰੋੜਨ ਲਈ। ਠੀਕ ਹੈ, ਤੇ ਹੁਣ ਵੀ ਉਸ ਤਰ੍ਹਾਂ ਦੇ ਤੁਹਾਨੂੰ ਪਤਾ ਹੀ ਹੈ ਵੀ ਸਾਮ ਦਾਮ ਦੰਡ ਭੇਦ ਜਿਹੜੀ ਰਾਜਨੀਤੀ ਹੈ ਉਹ ਸਾਰੀਆਂ ਪਾਰਟੀਆਂ ਵਰਤਦੀਆਂ। ਮੇਰਾ ਤਾਂ ਹੁਣ 5 ਸਾਲ ਦਾ ਇੱਧਰ ਵੀ ਐਕਸਪੀਰੀਅੰਸ ਹੋ ਗਿਆ, ਮੈਂ ਦੇਖ ਹੀ ਰਿਹਾ ਸਾਰਾ ਕੁਛ। ਠੀਕ ਹੈ, ਉਸ ਪੱਖੋਂ ਮੈਂ ਕਹਿ ਸਕਦਾ ਵੀ ਇਸ ਤਰ੍ਹਾਂ ਦੇ ਟੈਕਟਿਕਸ, ਲੋਕ ਲਭਾਊ ਸਕੀਮਾਂ, ਲੋਕ ਲਭਾਊ ਨਾਅਰੇ, ਲੋਕ ਲਭਾਊ ਕਿਸੇ ਤਰ੍ਹਾਂ ਤਰੀਕੇ ਦੇ ਹੋਰ ਜਿਹੜੀਆਂ ਈਵਨ ਹੋ ਸਕਦਾ ਕਿਸੇ ਦੀ ਬਾਂਹ ਮਰੋੜੀ ਵਾਲੇ ਕੰਮ ਵੀ ਚੱਲਦਾ ਹੋਵੇ, ਤਾਂ ਫਿਰ ਉਹ ਸਾਰੇ ਫੈਕਟਰ ਚੱਲ ਕੇ ਅਲਟੀਮੇਟਲੀ ਤਾਂ ਕਈ ਵਾਰੀ ਤਾਂ ਐਂਡ 'ਤੇ ਵੀ ਨਹੀਂ ਪਤਾ ਲੱਗਦਾ। ਇੱਕ ਦਿਨ ਪਹਿਲਾਂ ਸਿਚੁਏਸ਼ਨ ਕੁਛ ਹੋਰ ਹੁੰਦੀ ਹੈ, ਅਗਲੇ ਦਿਨ ਕੁਛ ਹੋਰ ਹੁੰਦੀ ਹੈ। ਇਹ ਅੱਜ ਕੱਲ੍ਹ ਫਾਸਟ ਚੇਂਜਿੰਗ ਜਿਹੜੀ ਵਰਲਡ ਹੈ ਨਾ, ਇਹਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦਾ ਪਾਰਟ ਪਲੇ ਕਰਦਾ, ਲੋਕ ਦਾ ਪਾਰਟ ਪਲੇ ਕਰਦੇ ਆ, ਕੁਛ ਨਹੀਂ ਪਤਾ ਲੱਗਦਾ ਐਂਡ ਤੱਕ ਕੀ ਹੋ ਜਾਏ ਸਾਰੀਆਂ ਪਾਰਟੀਆਂ ਦਾ। ਠੀਕ ਹੈ ਵੀ ਕਿਸੇ ਨੂੰ ਸ਼ੁਰੂ 'ਚ ਅੱਜ ਮਿਲਿਆ ਹੁੰਦਾ, ਕਿਸੇ ਨੂੰ ਐਂਡ 'ਤੇ, ਜਿਵੇਂ ਪਿਛਲੀ ਵਾਰੀ ਜੋ ਹਜੇ ਡੈਮੋਕ੍ਰੈਟਿਕ ਪ੍ਰੋਸੈਸ ਸ਼ੁਰੂ ਹੋਇਆ ਸੀਗਾ ਪੰਜਾਬ ਦੇ ਵਿੱਚ ਇਲੈਕਸ਼ਨ ਦਾ, ਉਦੋਂ ਇਹ ਲੱਗ ਰਿਹਾ ਸੀ ਵੀ ਆਮ ਆਦਮੀ ਪਾਰਟੀ ਸਰਕਾਰ ਬਣੂਗੀ, 100 ਸੀਟਾਂ ਆਉਣਗੀਆਂ, ਤੇ ਐਂਡ 'ਤੇ ਜਾ ਕੇ ਕੁਛ ਘਟਨਾਵਾਂ ਇਹੋ ਜਿਹੀਆਂ ਹੋਈਆਂ, ਲੁਟਕ ਕੇ 20 ਤੇ ਸਰਕਾਰ ਤਾਂ ਕੀ ਬਣਨੀ ਸੀ, ਉਹ ਪੋਜੀਸ਼ਨ ਮਸਾਂ ਬਣ ਸਕੇ, ਉਹ ਵੀ ਅਕਾਲੀ ਦਲ ਦਾ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ। ਇਹ ਚੀਜ਼ਾਂ ਕੁਛ ਨਹੀਂ ਪਤਾ ਲੱਗਦਾ ਸਿੱਧੂ ਸਾਹਿਬ ਕੀ ਵਜ੍ਹਾ। ਤੁਹਾਨੂੰ ਆਮ ਆਦਮੀ ਪਾਰਟੀ ਨੇ ਮਾਣ ਬਖਸ਼ਿਆ ਸੀ, ਇਹ ਨਹੀਂ ਪਛਤਾਵਾ ਆਉਂਦਾ ਮਨ 'ਚ ਵੀ ਜਿਹੜੀ ਪਾਰਟੀ ਨੇ ਮੈਨੂੰ ਐਮਐਲਏ ਬਣਾਇਆ, ਮੈਨੂੰ ਉਹ ਮੈਂ ਪਾਰਟੀ ਨਹੀਂ ਛੱਡਣੀ ਚਾਹੀਦੀ ਸੀ? ਕਦੇ ਆਇਆ ਗੱਲ ਇਹ? ਨਹੀਂ, ਉਹਦਾ ਜਦੋਂ ਹੁਣ ਦੇਖੋ ਮੈਂ ਉਦੋਂ ਐਨਾਲਿਸਿਸ ਕਰਕੇ ਹਾਂਜੀ ਆਪ ਦਾ ਫੈਸਲਾ ਲਿਆ, ਤਾਂ ਫਿਰ ਹੁਣ ਪਛਤਾਉਣ ਕਾਹਦੇ ਵਾਸਤੇ? ਪਛਤਾਵਾ ਤਾਂ ਫਿਰ ਮੈਨੂੰ ਇਹ ਵੀ ਹੋਣਾ ਚਾਹੀਦਾ ਵੀ ਮੈਂ ਨੌਕਰੀ ਕਿਉਂ ਛੱਡੀ। ਪਛਤਾਵਾ ਮੈਨੂੰ ਇਹ ਵੀ ਹੋਣਾ ਚਾਹੀਦਾ ਵੀ ਯਾਰ ਮੈਂ ਇੰਜੀਨੀਅਰ ਬਣ ਗਿਆ, ਫਿਰ ਮੈਂ ਉਦੋਂ ਆਈਐਸ ਕਿਉਂ ਨਹੀਂ ਕੀਤੀ। ਪਛਤਾਵਾ ਤਾਂ ਮੈਨੂੰ ਇਸ ਚੀਜ਼ ਦਾ ਵੀ ਹੋਣਾ ਚਾਹੀਦਾ ਵੀ ਯਾਰ ਮੈਂ ਇੰਜੀਨੀਅਰਿੰਗ ਕਰ ਲਈ, ਡਾਕਟਰੀ ਕਿਉਂ ਨਹੀਂ ਕੀਤੀ। ਪਛਤਾਵਾ ਮੈਨੂੰ ਐ ਵੀ ਹੋਣਾ ਚਾਹੀਦਾ ਵੀ ਯਾਰ ਮੈਂ ਮਾਨਸਾ 'ਚ ਕਿਉਂ ਜੰਮ ਪਿਆ, ਮੈਂ ਲੁਧਿਆਣੇ ਕਿਉਂ ਨਹੀਂ ਜੰਮਿਆ। ਪਛਤਾਵਾ ਤਾਂ ਮੈਨੂੰ ਇਸ ਚੀਜ਼ ਦਾ ਵੀ ਹੋਣਾ ਚਾਹੀਦਾ ਫਿਰ, ਹੈ ਨਾ, ਵੀ ਮੈਂ ਜੀ ਇੱਕ ਜ਼ਿਮੀਂਦਾਰਾਂ ਦੇ ਪਰਿਵਾਰ ਦੇ ਜੰਮ ਪਿਆ, ਮੈਂ ਕਿਸੇ ਵੱਡੇ ਸ਼ਾਹੂਕਾਰ ਦੇ ਕਿਉਂ ਨਹੀਂ ਜੰਮਿਆ। ਪਛਤਾਵੇ ਲਈ ਤਾਂ ਜ਼ਿੰਦਗੀ ਸਾਰੀ 'ਚ ਜਿਸ ਮਰਜ਼ੀ ਇਸ਼ੂ 'ਤੇ ਕਰੀ ਜਾਓ, ਬਟ ਐਟ ਦੀ ਸੇਮ ਟਾਈਮ
ਬੰਦੇ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਹ ਵਾਹਿਗੁਰੂ ਦਾ। ਖਾਸ ਕਰਕੇ ਮੈਨੂੰ ਇਸ ਕਰਕੇ ਵੀ ਮੈਂ ਇੱਕ ਹਾਲਵਾ ਜੱਟਾਂ ਦਾ ਮੁੰਡਾ ਸੀ, ਉਹਨੇ ਹੱਥ ਧਰਿਆ। ਆ ਜਿਹੜੇ ਕਾਲਜ ਦੀ ਸਰਜ਼ਮੀਨ ਤੇ ਬੈਠੇ ਆ, ਇੱਥੋਂ ਮੈਂ ਪ੍ਰੀ ਇੰਜੀਨੀਅਰਿੰਗ ਟੌਪ ਕਰਕੇ ਕਹਿ ਲਓ ਵੀ ਇੰਜੀਨੀਅਰਿੰਗ ਕਾਲਜ 'ਚ ਗਿਆ, ਇੰਜੀਨੀਅਰਿੰਗ ਕੀਤੀ, ਵਧੀਆ ਜੌਬ ਮਿਲੀ। ਠੀਕ ਹੈ, ਮੈਂ ਐਸਸੀ ਦੇ ਅਹੁਦੇ ਤੋਂ ਫਿਰ ਆਪਦੀ ਮਰਜ਼ੀ ਨਾਲ ਛੱਡ ਕੇ ਆਇਆ ਤੇ ਉਦੋਂ ਬਾਅਦ ਐਮਐਲਏ ਬਣ ਗਿਆ। ਤੇ ਫਿਰ ਮੈਨੂੰ ਹਜੇ ਵੀ ਜੇ ਮੈਂ ਕਹਾਂ ਵੀ ਮੈਨੂੰ ਆਹ ਚਾਹੀਦਾ, ਇਹਦਾ ਮਤਲਬ ਕਿਸੇ ਚੀਜ਼ ਦੀ ਘਾਟ ਹੈ। ਹੁਣ ਇੱਥੋਂ ਤੱਕ ਜਿਸ ਮੁਕਾਮ ਤੇ ਮੈਂ ਪਹੁੰਚਿਆ, ਕਿੰਨੇ ਕੁ ਲੋਕ ਪਹੁੰਚਦੇ ਨੇ? 1% ਵੀ ਨਹੀਂ ਪਹੁੰਚਦੇ। ਤੇ ਫਿਰ ਜੇ ਮੈਂ 1% 'ਚ ਆ ਕੇ ਫਿਰ ਵੀ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਨਾ ਕਰਾਂ ਵੀ ਸੱਚੇ ਪਾਤਸ਼ਾਹ ਤੇਰੀ ਮੇਰੀ ਵੀ ਨਾਲ ਇੱਥੇ ਤੱਕ ਪਹੁੰਚੇ ਹਾਂ, ਫਿਰ ਇਹਦਾ ਮਤਲਬ ਮੈਂ ਉਹ ਤੋਂ ਸੈਟੀਸਫਾਈਡ ਨਹੀਂ ਹੈਗਾ। ਫਿਰ ਮੈਨੂੰ ਇਹਦਾ ਮਤਲਬ ਕਿਸੇ ਹੋਰ ਤਰ੍ਹਾਂ ਦੀ ਸਜ਼ਾ ਵੀ ਦੇ ਸਕਦਾ ਵਾਹਿਗੁਰੂ ਜਾਂ ਕੋਈ ਹੋਰ ਹੈ, ਫਿਰ ਮੈਨੂੰ ਉਹ ਵੀ ਤਾਂ ਮੰਨਣੀ ਪਊਗੀ ਨਾ। ਜਿੱਥੇ ਆਪਾਂ ਹੈਗੇ ਇਦੋਂ ਥੱਲੇ ਵੀ ਨਹੀਂ ਜਾ ਸਕਦੇ। ਸਭ ਕੁਝ ਹੋ ਸਕਦਾ, ਵਕਤ ਨਾਲ ਕੀ ਨਹੀਂ ਬਦਲਦਾ, ਸਭ ਕੁਝ ਹੋ ਜਾਂਦਾ। ਜੇ ਵਕਤ ਨੇ ਮੈਨੂੰ ਐਮਐਲਏ ਬਣਾਤਾ ਤਾਂ ਐਮਐਲਏ ਤੋਂ ਥੱਲੇ ਵੀ ਜਾ ਸਕਦਾ। ਇਹ 'ਚ ਕਿਹੜੀ ਗੱਲ ਹੈਗੀ ਹੈ? ਫਿਰ ਵੀ ਉਹਦੇ ਹੁਕਮ 'ਚ ਰਹਿਣ ਦੀ ਵੀ ਤੌਫੀਕ ਪੜ੍ਹ ਲਿਖ ਕੇ ਆਈ ਹੋਈ ਹੈ। ਇਸ ਕਰਕੇ ਮੈਨੂੰ 1% ਵੀ ਪਛਤਾਵਾ ਨਹੀਂ ਵੀ ਮੈਂ ਜਿੱਥੇ ਪਹੁੰਚਿਆ ਵੀ ਉੱਥੇ ਮੈਂ ਹੋਰ ਪਹੁੰਚ ਸਕਦਾ ਸੀ, ਇਹ ਹੋ ਸਕਦਾ ਸੀ, ਐਂ ਹੋ ਸਕਦਾ ਸੀ। ਐਂ ਤਾਂ ਫਿਰ ਐਂ ਵੀ ਲਾ ਲੈਂਦੇ। ਪਛਤਾਵਾ ਇਸ ਗੱਲ ਦਾ ਵੀ ਇਹ 100 ਸੀਟ ਵਾਲੀ ਪਾਰਟੀ 'ਚ ਅਸੀਂ ਇਲੈਕਸ਼ਨ ਲੜੇ ਸੀ, ਫਿਰ ਸਰਕਾਰ ਨਹੀਂ ਬਣੀ। ਜੇ ਸਰਕਾਰ ਬਣਦੀ ਅਸੀਂ ਮੰਤਰੀ ਬਣ ਜਾਂਦੇ, ਹੋ ਸਕਦਾ ਮੇਰਾ ਮੁੱਖ ਮੰਤਰੀ ਦਾ ਲੱਗ ਜਾਂਦਾ। ਇਹ ਚੀਜ਼ਾਂ ਤੇ ਫਿਰ ਪਛਤਾਵਾ ਕਰੀ ਜਾਈਏ। ਜੋ ਕੁਛ ਬਣ ਗਏ ਬਹੁਤ ਬਣ ਗਏ, ਬਸ ਇਹ ਵਾਹਿਗੁਰੂ ਦੇ ਸ਼ੁਕਰ ਹੈ। ਇੱਕ ਗੱਲ ਚੱਲਦੀ ਹੁੰਦੀ ਹੈ, ਕਹਿੰਦੇ ਵੀ ਜਦੋਂ ਵਿਰੋਧੀ ਧਿਰ ਸੀ ਤੁਸੀਂ, ਉਸ ਤੋਂ ਬਾਅਦ ਤਾਂ ਚਲੋ ਤੁਸੀਂ ਉਹ ਸੱਤਾਧਾਰੀ ਪਾਰਟੀ 'ਚ ਆ ਗਏ ਹੋ ਕਿ 70-30 ਹੁੰਦਾ। ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਰਹਿੰਦੇ ਆ ਕਿ 70 ਜੇ ਕੋਈ ਖਾਂਦਾ, ਮੌਜੂਦਾ ਸੱਤਾਧਾਰੀ ਖਾਂਦੇ ਆ ਤੇ 30% ਆਪੋਜੀਸ਼ਨ। ਤੁਸੀਂ ਕੋਈ ਖਾਧਾ 30%? ਸਿੱਧੂ ਸਾਹਿਬ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਨਾ, ਇਹ ਇਕੱਲੇ ਮਾਨਸਾ 'ਚ ਨਹੀਂ, ਤੁਸੀਂ ਪੰਜਾਬ 'ਚ ਕਿਸੇ ਨੂੰ ਪੁੱਛ ਲਓ ਵੀ ਇਹ 5 ਸਾਲਾਂ 'ਚ ਕੋਈ ਬੰਦਾ ਕਹੇ ਵੀ ਯਾਰ ਮੇਰਾ ਫੋਨ ਨਹੀਂ ਚੱਕਿਆ। ਹੋ ਸਕਦਾ ਕੋਈ ਹਜ਼ਾਰਾਂ 'ਚੋਂ ਇੱਕ ਫੋਨ ਰਹਿ ਗਿਆ ਹੋਵੇ, ਕੋਈ ਐਮਰਜੈਂਸੀ 'ਚ ਉਹਦਾ ਦੁਆਰੇ ਆ ਗਿਆ ਹੋਵੇ, ਜਾਂ ਮੈਂ ਮਿਸਪਲੇਸ ਕਰ ਗਿਆ ਹੋਵਾਂ, ਹੈ ਨਾ। ਦੂਜਾ ਕੋਈ ਮਿਲਣਾ ਇਹਨੂੰ ਮਿਲੇ ਨਾ ਹੋਈਏ। ਤੀਜਾ ਕੋਈ ਮੇਰੀ ਸਮਰੱਥਾ ਦਾ ਕੰਮ ਹੋਵੇ, ਮੈਂ ਕਰਾ ਸਕਦਾ ਹੋਵਾਂ, ਠੀਕ ਹੈ ਨਾ, ਤੇ ਨਾ ਕਰਾਇਆ ਹੋਵੇ। ਜਾਂ ਵੀ ਅਗਲਾ ਕਹਿੰਦਾ ਕੰਮ ਤਾਂ ਕਰਾਤਾ ਸੀ ਯਾਰ, ਪੈਸੇ ਲੈ ਗਿਆ। ਫਿਰ ਤਾਂ ਮੈਂ ਕਹਿ ਸਕਦਾ ਜਦੋਂ ਮੈਂ ਇਸ ਲਾਈਨ ਦੇ ਵਿੱਚ ਹੈ ਹੀ ਨਹੀਂ, ਮੇਰਾ ਇਸ ਪੱਖੋਂ ਮੈਨੂੰ ਮਾਨਸਾ ਦੇ ਲੋਕ ਵੀ ਜਾਣਦੇ ਆ, ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਉਹ ਵੀ ਜਾਣਦੇ ਨੇ, ਜਿਨ੍ਹਾਂ ਲੋਕਾਂ ਦਾ ਮੇਰੇ ਨਾਲ ਵਾਹ ਪਿਆ ਉਹ ਵੀ ਜਾਣਦੇ ਨੇ। ਤੇ ਫਿਰ 70-30 ਦਾ ਮੈਂ ਆਪ ਉਹਨਾਂ ਕੀ ਜਾਣਦਾ ਜਿੰਨਾ ਕਿ ਤੁਸੀਂ ਕਹਿਣਾ ਵੀ ਕੌਣ ਕਹਿੰਦਾ ਹੈ, ਕੌਣ ਸੁਣਦਾ ਹੈ ਨਾ। ਤੇ ਮੈਂ ਇਸ 70-30 ਵਾਲੇ 'ਚ ਕੀ, ਮੈਂ ਤਾਂ ਕਿਸੇ 1-1 ਵਾਲੇ 'ਚ ਜਾਂ 1-10 ਵਾਲੇ 'ਚ ਜਾਂ 100 ਵਾਲੇ 'ਚ ਮੈਂ ਤਾਂ ਕਿਸੇ 'ਚ ਇਨਵੋਲਵ ਨਹੀਂ ਹੈਗਾ। ਬਾਕੀ ਲੋਕਾਂ ਦੀ ਤੁਹਾਨੂੰ ਪਤਾ ਹੀ ਹੈ, ਜਦੋਂ ਮੈਂ ਇਲੈਕਸ਼ਨ ਲੜੀ ਸੀ 1,73,000 ਵੋਟਾਂ ਪੋਲ ਹੋਈਆਂ ਸੀ ਮਾਨਸਾ ਹਲਕੇ ਜੀ। ਮੈਨੂੰ 70,586 ਵੋਟਾਂ ਪਈਆਂ ਸੀ, ਸਭ ਤੋਂ ਵੱਧ ਵੋਟਾਂ ਪਈਆਂ ਸੀ, ਮੈਂ ਐਮਐਲਏ ਬਣਿਆ। ਪਰ ਉਸ ਵੇਲੇ ਵੀ 1 ਲੱਖ ਤੋਂ 1,500 ਵੋਟ ਉਹ ਮੇਰੇ ਵਿਰੁੱਧ ਪਈ ਸੀ। ਇਹਦਾ ਮਤਲਬ ਮੇਰਾ ਜਿੰਨੀਆਂ ਕਿ ਮੈਨੂੰ ਵੋਟਾਂ ਪਈਆਂ, ਮੈਨੂੰ 43-44% ਵੋਟਾਂ ਪਈਆਂ ਸੀ, ਠੀਕ ਹੈ ਨਾ। ਇਹਦਾ ਮਤਲਬ ਤਕਰੀਬਨ 55-56% ਲੋਕਾਂ ਨੇ ਮੇਰੇ ਵਿਰੋਧ 'ਚ ਵੋਟ ਪਾਈ। ਬਿਲਕੁਲ ਠੀਕ ਹੈ ਨਾ। ਤੇ ਹੁਣ ਵੀ ਤਾਂ ਇਹੀ ਹੈ ਸਿਚੁਏਸ਼ਨ। ਜੇ ਕੋਈ ਮੇਰੇ ਨਾਲ ਮੰਨ ਲਓ 40% ਲੋਕ ਨੇ, ਮੇਰੇ ਨਾਲ 50% ਨੇ, ਮੇਰੇ ਨਾਲ 30% ਨੇ, ਮੇਰੇ ਨਾਲ 10% ਨੇ, ਚਲੋ ਮੰਨ ਲਓ 1% ਹੈ, ਤਾਂ ਫਿਰ ਬਾਕੀ ਤਾਂ ਵਿਰੋਧ 'ਚ ਹੀ ਨੇ ਨਾ, ਨਹੀਂ ਤਾਂ ਮੇਰੇ ਨਾਲ ਹੁੰਦੇ। ਤੇ ਇਹੋ ਜਿਹਾ ਕਿਹੜਾ ਇਨਸਾਨ ਹੈ ਇਸ ਦੁਨੀਆ 'ਤੇ ਜੰਮਿਆ ਹੋਇਆ, ਚਾਹੇ ਪੋਲੀਟਿਕਸ 'ਚ ਰਿਹਾ ਹੋਵੇ, ਚਾਹੇ ਕੋਈ ਅਫਸਰ ਰਿਹਾ ਹੋਵੇ, ਜਿਹਦਾ ਕੋਈ ਵਿਰੋਧ ਨਾ ਹੋਇਆ ਹੋਵੇ? ਕੋਈ ਹੈ ਇਹੋ ਜਿਹਾ? ਤੁਸੀਂ ਦੱਸ ਦਿਓ, ਤੁਸੀਂ ਵੱਡੇ ਪੱਤਰਕਾਰ ਹੋ, ਵੀ ਕੀ ਤੁਹਾਡਾ ਕੋਈ ਵਿਰੋਧੀ ਹੈ ਜਾਂ ਨਹੀਂ ਹੈ? ਉਹ ਤਾਂ ਵਿਰੋਧ 'ਚ ਵਿਕਾਸ ਕਹਿੰਦੇ ਆ। ਵਿਰੋਧ 'ਚ ਵਿਕਾਸ, ਫਿਰ ਹੋ ਸਕਦਾ ਉਸ ਤਰ੍ਹਾਂ ਦੇ ਵਿਰੋਧਾਂ 'ਚ ਮੇਰਾ ਵਿਕਾਸ ਹੋਇਆ ਹੋਵੇ, ਤੇ ਮੈਂ ਆਪਣਾ ਵਿਕਾਸ ਤੋਂ ਬਾਅਦ ਵੀ ਮੈਨੂੰ ਇੰਨਾ ਕੁ ਪਤਾ ਹੈ ਵੀ ਮੈਂ ਜੋ ਆਪਦੇ ਜਿਹੜੇ ਕੋਈ ਮਰਜ਼ਾਦਾ ਹੁੰਦੀ ਹੈ ਉਹ ਛੇਤੀ ਲੰਘਦਾ ਨਹੀਂ। ਇਸੇ ਕਰਕੇ ਤੁਸੀਂ ਆਪ ਹੀ ਦੱਸ ਕੇ ਹਟੇ ਹੋ ਵੀ ਸਾਡੇ ਇੱਥੇ ਸਾਰਿਆਂ ਨੇ ਵਿਰੋਧ ਕੀਤਾ ਸਿੱਧੂ ਮੂਸੇਵਾਲੇ ਦਾ। ਮੈਂ ਕਿੰਨਾ ਕੁ ਕੀਤਾ ਹੈ? ਪ੍ਰੈਸ ਦੇ ਵਿੱਚ ਆਉਂਦਾ ਹੀ ਹੈ, ਪੇਪਰਾਂ 'ਚ ਆਉਂਦਾ ਹੀ ਹੈ, ਲੋਕ ਦੱਸਦੇ ਹੀ ਹੈ। ਮੈਂ ਤਾਂ ਸਭ ਤੋਂ ਪਹਿਲਾ ਬੰਦਾ ਮਾਨਸਾ ਦਾ ਜਿਨ੍ਹਾਂ ਨੇ ਉਹਨੂੰ ਵੈਲਕਮ ਕੀਤਾ, ਤੇ ਨਾਲ ਇਹ ਵੀ ਕਿਹਾ ਜੇ ਪਾਰਟੀ ਟਿਕਟ ਦਿੰਦੀ ਹੈ ਅਸੀਂ ਜਿਤਾ ਕੇ ਹੀ ਭੇਜਾਂਗੇ। ਪਰ ਗੱਲ ਇਹ ਹੈ ਵੀ ਇਹ ਜਦੋਂ ਆਏ ਨੂੰ ਹਜੇ 2-3 ਦਿਨ ਹੋਏ ਸੀ, ਮੈਂ ਉਦੋਂ ਉਹਦਾ ਹੱਕ ਦੇ ਵਿੱਚ ਬੋਲਿਆ ਸੀ, ਠੀਕ ਹੈ। ਪਰ ਹੁਣ ਉਹਦਾ ਜਿਹੜਾ ਇਸ ਤਰ੍ਹਾਂ ਦਾ ਕਿਰਦਾਰ ਚੱਲ ਰਿਹਾ ਜਾਂ ਕੋਈ ਹੋਰ ਹੈ ਜਿਹਨੇ ਕਹਿ ਲਓ ਵੀ ਹੈਲਪ ਲੈਣੀ ਹੈ, ਉਹ ਕਹੀ ਨਾ ਵੀ ਮੈਨੂੰ ਹੈਲਪ ਦਿਓ, ਫਿਰ ਆਪਣੇ ਆਪ ਥੋੜ੍ਹਾ ਜਾਣਾ ਹੁੰਦਾ। ਉਹ ਕਹਿੰਦਾ ਪੂਰਾ ਤੋਲ ਕਹਿੰਦਾ ਥੜੇ ਤੇ ਨਾ ਚੜ, ਫਿਰ ਤੁਸੀਂ ਕੀ ਕਰੋਗੇ? ਠੀਕ ਹੈ ਨਾ। ਇਸ ਤਰ੍ਹਾਂ ਵਿਹਾਰ ਫਿਰ ਇੱਕ ਦੂਜੇ ਨਾਲ ਚੱਲਦਾ ਕਰਦਾ। ਜੇ ਇੱਕ ਸਕੇ ਭਰਾਵਾਂ ਦੇ ਵਿੱਚ ਵੀ ਮਤਭੇਦ ਹੋ ਜਾਂਦੇ ਹੁੰਦੇ ਨੇ, ਫਿਰ ਪਾਰਟੀਆਂ 'ਚ ਕੰਮ ਕਰਦੇ ਆ, ਮਤਭੇਦ ਹੁੰਦਿਆਂ ਨੂੰ ਜਾਂ ਕਿਸੇ ਦਾ ਜੇ ਵਤੀਰਾ ਬਹੁਤ ਵਧੀਆ ਤੁਹਾਡੇ ਨਾਲ ਸ਼ਲਾਘਾਯੋਗ ਹੈ, ਤਾਂ ਫਿਰ ਉਹਦੇ ਨਾਲ ਪ੍ਰੇਮ ਭਾਵਨਾ ਨਾਲ ਪੇਸ਼ ਆਉਣ ਦੇ ਵਿੱਚ ਵੀ ਕੋਈ ਹਰਜ ਨਹੀਂ ਹੁੰਦਾ। ਸਾਰਾ ਕੁਝ ਚੱਲਦਾ ਪਾਰਟੀਆਂ 'ਚ, ਹੈ ਨਾ। ਅੱਜ ਆਪਾਂ ਕੀ ਕਰ ਰਹੇ ਹਾਂ, ਕੱਲ੍ਹ ਨੂੰ ਕੀ ਕਰਾਂਗੇ। ਜਦੋਂ ਮੈਂ ਇਲੈਕਸ਼ਨ ਲੜੀ ਸੀ ਮੈਨੂੰ ਪਤਾ ਸੀ ਮੈਂ ਪਾਰਟੀ ਬਦਲਣੀ ਹੈ, ਮੈਨੂੰ ਪਤਾ ਸੀ ਮੈਂ ਕਾਂਗਰਸ ਜਾਊਂਗਾ,
ਮੈਨੂੰ ਪਤਾ ਸੀ ਵੀ ਸਾਡੀ ਸਰਕਾਰ ਨਹੀਂ ਬਣੂ, ਕਾਂਗਰਸ ਦੀ ਬਣੂਗੀ। ਇਸ ਕਰਕੇ ਕੁਛ ਨਹੀਂ ਪਤਾ ਹੁੰਦਾ ਫਿਊਚਰ ਦਾ। ਫਿਊਚਰ ਦੇ ਵਿੱਚ ਕਿਸ ਨੇ ਕਿਸ ਤਰ੍ਹਾਂ ਦਾ ਮੌਕੇ ਮੁਤਾਬਕ ਫੈਸਲਾ ਲੈਣਾ ਹੈ। ਜੇ ਕੇਜਰੀਵਾਲ ਜੀ ਵਿਕਰਮ ਮਜੀਠੀਆ ਤੋਂ ਮਾਫੀ ਨਾ ਮੰਗਦੇ ਤਾਂ ਸ਼ਾਇਦ ਅਸੀਂ ਇਹ ਫੈਸਲਾ ਨਾ ਲੈਂਦੇ, ਪਾਰਟੀ ਇਕੱਠੀ ਰਹਿੰਦੀ। ਸਭ ਤੋਂ ਵੱਡਾ ਉਸ ਗੁੱਸਾ ਉਹ ਗੱਲ ਦਾ। ਹੋਰ ਵੀ ਤਾਂ ਕਈ ਗੁੱਸੇ ਨੇ। ਇੱਕ ਪਾਸੇ ਉਹ ਕਹਿੰਦੇ ਸੀ ਅਸੀਂ ਪਬਲਿਕ ਨੂੰ ਪੁੱਛ ਕੇ, ਪਬਲਿਕ ਓਪੀਨੀਅਨ ਨਾਲ ਫੈਸਲੇ ਲੈਣੇ ਨੇ, ਜਨਤਾ ਨੂੰ ਪੁੱਛ ਕੇ ਫੈਸਲੇ ਲੈਣੇ। ਤੇ ਖਹਿਰਾ ਸਾਹਿਬ ਨੂੰ ਜੋ ਕੱਢਿਆ ਸੀ, ਕਿਸੇ ਤੋਂ ਪੁੱਛਿਆ, ਸਾਨੂੰ 20 MLA ਨੂੰ ਨਹੀਂ ਪੁੱਛਿਆ, ਪਬਲਿਕ ਤਾਂ ਦੂਰ ਦੀ ਗੱਲ ਹੈ। ਇਸ ਕਰਕੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿੱਥੇ ਆ ਕੇ ਤੁਸੀਂ ਮਾਯੂਸ ਹੁੰਦੇ ਹੋ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿਸੇ ਨੂੰ। ਤੇ ਜਦੋਂ ਤੁਸੀਂ ਕਿਸੇ ਨਾਲ ਮਾਯੂਸ ਹੁੰਦੇ ਹੋ ਤਾਂ ਨੈਚੁਰਲੀ ਹੈ ਕਿਸੇ ਦੇ ਬਿਹੇਵੀਅਰ ਤੋਂ, ਤਾਂ ਫਿਰ ਉਹ ਤੋਂ ਦੂਰੀ ਬਣਨੀ ਸੁਭਾਵਿਕ ਹੁੰਦੀ ਹੈ। ਮਾਨ ਸਾਹਿਬ, ਤੁਸੀਂ ਗੱਲ ਕੀਤੀ ਹੈ ਵੀ 2 ਗੱਲਾਂ ਤੁਸੀਂ ਸਾਨੂੰ ਦੱਸੀਆਂ। ਜੇ ਪੂਰੀਆਂ ਗੱਲਾਂ ਤੁਹਾਨੂੰ ਦੱਸੀਆਂ ਵੀ ਕਿਹੜੀਆਂ ਕਮੀਆਂ, ਮੈਂ ਨਵੀਂ ਰਾਜਨੀਤੀ ਦੀਆਂ ਗੱਲਾਂ ਕਰਨ ਆਈ ਸੀ ਆਪ, ਕਿਹੜੀਆਂ ਕਮੀਆਂ ਰਹੀਆਂ ਜਿਨ੍ਹਾਂ ਦੇ ਕਰਕੇ ਲੱਗਿਆ ਕਿ ਨਹੀਂ ਇਹ ਨਵੀਂ ਰਾਜਨੀਤੀ ਨਹੀਂ, ਇਹ ਪੁਰਾਣੀ ਹੈ? ਕਿਹੜੀਆਂ ਕਮੀਆਂ ਰਹੀਆਂ ਬਾਰੇ? ਸਿੱਧੂ ਸਾਹਿਬ, ਮੇਰੀ ਨਾ ਆਪਣੀ ਇੱਕ ਆਪਣਾ ਐਨਾਲਿਸਿਸ ਹੈ, ਹਾਂਜੀ, ਜਾਂ ਇੱਕ ਐਕਸਪੀਰੀਅੰਸ ਹੈ। ਠੀਕ ਹੈ। ਮੈਂ 25 ਸਾਲ ਐਜ ਕਲਾਸ 1 ਆਫਿਸਰ ਨੌਕਰੀ ਕਰਕੇ ਆਇਆ। ਤਾਂ ਅਸੀਂ ਜੋ ਕੋਈ ACR ਲਿਖਦੇ ਸੀ ਨਾ ਉਹਦੇ ਸਬੋਰਡੀਨੇਟ ਦੀ, ਤਾਂ 3 ਗੱਲਾਂ ਅਹਿਮ ਹੁੰਦੀਆਂ ਸੀ ਜਿੱਤੇ ਅਸੀਂ ਖੁਦ ਪਰਸਨਲੀ ਕਮੈਂਟ ਕਰਨਾ ਹੁੰਦਾ ਸੀ ਉਹ 'ਤੇ, ਆਪਦੇ ਸਬੋਰਡੀਨੇਟ 'ਤੇ, ਵੀ ਕੀ ਉਹ ਆਮ ਜਨਤਾ ਦੀ ਪਹੁੰਚ ਅੰਦਰ ਹੈ। ਨੰਬਰ 2, ਕੀ ਉਹ ਦਿਆਨਤਦਾਰ ਹੈ। ਨੰਬਰ 3, ਕੀ ਉਹ ਗਰੀਬ ਅਤੇ ਕਮਜ਼ੋਰ ਵਰਗਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਰੱਖਦਾ ਹੈ। ਤੇ ਹੁਣ ਇੱਥੇ ਜੇ ਮੈਂ MLA ਬਣ ਕੇ ਆ ਗਿਆ, ਮੈਂ 25 ਸਾਲ ਕਿੰਨੇ ਬੰਦਿਆਂ ਦੀ ACR 'ਤੇ ਕਮੈਂਟ ਕਰਦਾ ਰਿਹਾ। ਤੇ ਜੇ ਇਹ ਗੱਲਾਂ ਮੈਨੂੰ ਨਹੀਂ ਯਾਦ ਹੈਗੀਆਂ ਜਾਂ ਮੈਂ ਉਹ 'ਤੇ ਨਹੀਂ ਚੱਲਣਾ ਚਾਹੁੰਦਾ ਤਾਂ ਫਿਰ ਮੇਰਾ ਤਜਰਬਾ ਕਾਹਦਾ ਹੈ? 25 ਸਾਲ ਫਿਰ ਮੈਂ ਕੀ ਖਾਕ ਛਣ ਕੇ ਆਇਆ। ਇਸ ਲਈ ਮੇਰਾ ਇਹ ਮੰਨਣਾ ਹੈ ਵੀ ਚਾਹੇ ਕੋਈ ਕਿਸੇ ਦਫ਼ਤਰ ਦਾ ਬਾਬੂ ਹੈ, ਚਾਹੇ ਉਹ ਅਫਸਰ ਹੈ, ਡਿਪਟੀ ਕਮਿਸ਼ਨਰ ਹੈ, ਚਾਹੇ ਚੀਫ ਸੈਕਟਰੀ ਹੈ, ਚਾਹੇ ਕੈਬਨਿਟ ਸੈਕਟਰੀ ਹੈ, ਉਸ ਤਰ੍ਹਾਂ ਹੀ ਜੇ ਪੋਲੀਟਿਕਸ ਦੇ ਵਿੱਚ ਇੱਕ ਪੰਚਾਇਤ ਮੈਂਬਰ ਹੈ, ਇੱਕ ਸਰਪੰਚ ਹੈ, ਇੱਕ MLA ਹੈ, ਇੱਕ MP ਹੈ, ਮੁੱਖ ਮੰਤਰੀ ਹੈ, ਪ੍ਰਧਾਨ ਮੰਤਰੀ ਹੈ, ਉਹ ਕਿਸੇ ਵੀ ਅਹੁਦੇ 'ਤੇ ਹੈਗਾ, ਤਾਂ ਸਾਰਿਆਂ 'ਚ ਇਹ 3 ਗੱਲਾਂ ਜ਼ਰੂਰੀ ਨੇ। ਜੇ ਤੁਸੀਂ ਕਿਸੇ ਨੂੰ ਮਿਲ ਹੀ ਨਹੀਂ ਸਕਦੇ, ਕਿਸੇ ਦੀ ਪਹੁੰਚ ਅੰਦਰ ਹੀ ਨਹੀਂ ਹੈਗੇ, ਫਿਰ ਤੁਸੀਂ ਕਾਹਦੇ ਅਫਸਰ ਹੋ, ਕਾਹਦੇ ਮੁਲਾਜ਼ਮ ਹੋ, ਕਾਹਦੇ ਲੀਡਰ ਹੋ। ਜੇ ਤੁਸੀਂ ਦਿਆਨਤਦਾਰੀ ਨਹੀਂ ਹੈਗੇ, ਲੋਕਾਂ ਦੇ ਗੀਝਿਆਂ ਕੰਨੀ ਦੇਖੀ ਜਾਣਾ ਜਿਹੜੇ ਕੰਮ ਕਰਾਉਣ ਆਉਂਦੇ ਨੇ, ਫਿਰ ਤੁਸੀਂ ਕਾਹਦੇ ਅਫਸਰ ਮੁਲਾਜ਼ਮ ਹੋ ਅਤੇ ਕਾਹਦੇ ਤੁਸੀਂ ਲੀਡਰ ਹੋ। ਅਤੇ ਜੇ ਤੁਹਾਡੇ ਕੋਲ ਕੋਈ ਗਰੀਬ ਬੰਦਾ ਆਉਂਦਾ ਹੈ, ਕਮਜ਼ੋਰ ਬੰਦਾ ਆਉਂਦਾ ਹੈ, ਰੁੜਿਆ ਤੁਰਿਆ ਆਉਂਦਾ ਹੈ, ਉਹਨੂੰ ਦੇਖ ਕੇ ਤੁਹਾਡਾ ਮਨ ਨਹੀਂ ਪਸੀਜਦਾ, ਹਮਦਰਦੀ ਵਾਲਾ ਵਤੀਰਾ ਤੁਸੀਂ ਉਹਦੇ ਨਾਲ ਨਹੀਂ ਕਰਦੇ, ਤਾਂ ਫਿਰ ਤੁਸੀਂ ਕੀ ਹੋ? ਇਸ ਕਰਕੇ ਮੇਰਾ ਇਹ ਹੈ ਵੀ ਜਿੱਥੇ ਜੇ ਕਿਸੇ ਨੇ ਹੁਣ ਤੱਕ ਖਤਾ ਖਾਧੀ ਹੈ, ਚਾਹੇ ਉਹ ਅਕਾਲੀਆਂ ਦੀ ਸਰਕਾਰ ਹੈ, ਚਾਹੇ ਕਾਂਗਰਸ ਦੀ ਸਰਕਾਰ ਹੈ, ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਲਈਏ ਜਾਂ ਕੋਈ ਹੋਰ ਹੈ, ਜਿਹੜੇ ਇਹ ਗੱਲਾਂ ਕਰਦੇ 70-30 ਵਾਲੀਆਂ ਜਾਂ ਕੋਈ ਹੋਰ ਹੈ, ਤਾਂ ਫਿਰ ਉਹ ਇਹਦਾ ਮਤਲਬ 3 ਗੱਲਾਂ 'ਚੋਂ ਕਿਤੇ ਨਾ ਕਿਤੇ ਫੇਲ ਹੋਏ ਨੇ। ਜੇ ਕੈਪਟਨ ਸਾਹਿਬ 'ਤੇ ਇਹ ਇਲਜ਼ਾਮ ਲੱਗਦਾ ਹੈ ਵੀ ਉਹ ਮਿਲਦੇ ਨਹੀਂ ਸੀ ਕਿਸੇ ਨੂੰ, ਇਹਦਾ ਮਤਲਬ ਆਮ ਜਨਤਾ ਦੀ ਪਹੁੰਚ 'ਚ ਨਹੀਂ ਸੀਗੇ ਉਹ। ਨੰਬਰ 2, ਜੇ 70-30 ਵਾਲੀਆਂ ਗੱਲਾਂ ਚੱਲਦੀਆਂ, ਇਟ ਮੀਨਸ ਵੀ ਸਾਡੇ ਜਿਹੜੇ ਉਹਨਾਂ 'ਤੇ ਹੀ ਗੱਲ ਚੱਲੂਗੀ ਨਾ ਇਹ 70-30 ਵਾਲੀ, ਜੇ ਉਹ ਆਪਦੀ ਵਰਕਿੰਗ ਦੇ ਵਿੱਚ ਦਿਆਨਤਦਾਰ ਨਹੀਂ ਹੈਗੇ, ਅਤੇ ਜੇ ਦੂਜੇ ਲੋਕ ਕਹਿੰਦੇ ਨੇ ਵੀ ਇਹ ਤਾਂ ਗੱਲ ਵੀ ਨਹੀਂ ਸੁਣਦੇ ਸਾਡੀ ਜਾਂ ਕੋਈ ਹੋਰ ਹੈ, ਇਹਦਾ ਮਤਲਬ ਤੀਜਾ ਐਲੀਗੇਸ਼ਨ ਉਹਨਾਂ 'ਤੇ ਲੱਗੂਗਾ ਨਾ ਵੀ ਇਹ ਕਮਜ਼ੋਰ ਪ੍ਰਤੀ, ਕਿਸੇ ਗਰੀਬ ਪ੍ਰਤੀ ਹਮਦਰਦੀ ਵਾਲਾ ਵਤੀਰਾ ਨਹੀਂ ਰੱਖਦੇ। ਆਹ 3 ਤਾਂ ਗੱਲਾਂ ਨੇ, ਉਹ 3 ਕੋਈ ਵੀ ਕਰ ਲਵੇ। ਜਿਹੜਾ ਵੀ ਬੰਦਾ ਹੁਣ ਵੀ ਆਉਣ ਵਾਲੇ ਟਾਈਮ ਦੇ ਵਿੱਚ ਚਾਹੇ ਕੋਈ ਲੀਡਰ ਬਣਦਾ, ਚਾਹੇ ਅਫਸਰ ਬਣਦਾ, ਇਹ 3 ਗੱਲਾਂ ਦਾ ਧਿਆਨ ਰੱਖੇ, ਆਪਦੀ ਮਰਜ਼ਾਦਾ 'ਚ ਰਹੇ, ਤਾਂ ਉਹ 'ਤੇ ਐਲੀਗੇਸ਼ਨ ਕਿਉਂ ਲੱਗੂਗਾ? ਨਹੀਂ ਤਾਂ ਫਿਰ ਐਲੀਗੇਸ਼ਨ ਲੱਗਦੀ ਨੇ। ਫਿਰ ਵਿਜੀਲੈਂਸਾਂ ਵੀ ਹੈਗੀਆਂ, ED ਵੀ ਹੈਗੀ ਹੈ, ਸਾਰਾ ਕੁਛ ਹੈ, ਫਿਰ ਉਹਨਾਂ ਨੇ ਆਪਦਾ ਕੰਮ ਕਰਨਾ ਹੈ। ਇਸ ਕਰਕੇ ਇਹ ਤਾਂ ਇੱਕ ਆਪਣਾ ਸਿਸਟਮ ਹੈ ਜਿਹਦੇ ਵਿੱਚ ਤੁਹਾਨੂੰ ਮਰਜ਼ਾਦਾ 'ਚ ਰਹਿਣਾ ਬਹੁਤ ਜ਼ਰੂਰੀ ਹੈ। ਅਤੇ ਮਰਜ਼ਾਦਾ ਵਾਲੀਆਂ 3 ਗੱਲਾਂ ਮੈਂ ਕਮੀਆਂ ਪੁੱਛਿਆ ਸੀ ਆਪ ਦੀਆਂ, ਤੁਸੀਂ ਗੱਲ ਹੋਰ ਪਾਸੇ ਘੁਮਾ ਕੇ ਪੂਰੀ ਲੈ ਆਏ। ਕਮੀਆਂ ਦੱਸੋ ਮੈਨੂੰ ਵੀ ਤੁਸੀਂ ਕੀ ਐਨਾਲਿਸਿਸ ਕੀਤਾ? 2 ਤਾਂ ਤੁਸੀਂ ਦੱਸ ਦਿੱਤੀਆਂ, ਡਿਕਟੇਟਰਸ਼ਿਪ ਦਾ ਫੈਸਲਾ ਸੁਣਾਇਆ ਜਾਂਦਾ ਹੈ, ਹੋਰ ਦੱਸਦਾ ਕਿ ਮੈਂ ਮਜੀਠੀਏ ਤੋਂ ਮਾਫੀ, ਹੋਰ ਕਿਹੜੀਆਂ ਜਿਹੜੀਆਂ ਲੱਗੀਆਂ? ਕਿਉਂਕਿ 1-2 ਗੱਲਾਂ ਨਹੀਂ, ਕਈ ਗੱਲਾਂ ਮੰਨ ਕੇ ਫਿਰ ਬੰਦਾ ਫੈਸਲਾ ਲੈਂਦਾ ਵੱਡਾ। ਨਹੀਂ, ਇਹ ਗੱਲਾਂ ਘੱਟ ਨੇ ਫੈਸਲਾ ਲੈਣ ਲਈ। ਜੇ ਅਸੀਂ ਪੋਸਟਰ ਲਵਾਏ ਕੰਧਾਂ 'ਤੇ, ਪਹਿਲੀ ਵਾਰ ਕਿਸੇ 'ਤੇ ਐਲੀਗੇਸ਼ਨ ਕੰਧਾਂ 'ਤੇ ਪੋਸਟਰ ਲਾ ਕੇ ਲੱਗੇ ਹੋਣ, ਇਹ ਛੋਟੀ ਗੱਲ ਹੈ? ਤੁਸੀਂ ਕਿਸੇ ਦੇ ਕੈਰੀਅਰ ਨਾਲ, ਕਿਸੇ ਦੀ ਇੱਜ਼ਤ ਮਾਣ ਨਾਲ, ਕਿਸੇ ਦੇ ਪਰਿਵਾਰ ਦੀਆਂ ਭਾਵਨਾਵਾਂ ਨਾਲ, ਉਹਦੇ ਰਿਸ਼ਤੇਦਾਰਾਂ ਦੀਆਂ, ਦੋਸਤਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹੋ, ਪੋਸਟਰ ਲਾਉਣਾ ਛੋਟੀ ਗੱਲ ਹੁੰਦੀ ਹੈ? ਅਤੇ ਫਿਰ ਤੁਸੀਂ ਲਿਖਤੀ ਰੂਪ 'ਚ ਮਾਫੀ ਮੰਗ ਲਓ ਵੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈ ਜੀ, ਸਾਥੋਂ ਕਿਹਾ ਗਿਆ ਜੀ, ਹੁਣ ਅਸੀਂ ਮਾਫੀ ਮੰਗਦੇ ਹਾਂ, ਉਹਨਾਂ ਨੂੰ ਠੇਸ ਪਹੁੰਚੀ ਹੈ, ਹੋਰ ਇਹ ਛੋਟੀ ਗੱਲ ਹੈ? ਇੱਕ ਮੁੱਖ ਮੰਤਰੀ ਦੇ ਲੈਵਲ ਤੋਂ ਛੋਟੀ ਗੱਲ ਸਮਝਦੇ ਤੁਸੀਂ? ਫਿਰ ਤਾਂ ਇਹ ਹੈ ਵੀ ਜੋ ਬਾਦਲਾਂ ਨੇ ਕੀਤਾ ਉਹ ਵੀ ਛੋਟੀਆਂ ਗੱਲਾਂ ਨੇ, ਜੋ ਕੈਪਟਨ ਸਾਹਿਬ ਕਰਕੇ ਉਹ ਵੀ ਸਾਰੀਆਂ ਛੋਟੀਆਂ ਗੱਲਾਂ ਨੇ। ਫਿਰ ਤਾਂ ਜਦੋਂ ਤੁਸੀਂ ਇੱਕ ਨਵੀਂ ਪਾਰਟੀ ਬਣਾਏ, ਤੁਸੀਂ ਕੋਈ ਮਿਸ਼ਨ ਲੈ ਕੇ ਚੱਲੇ ਹੋ, ਠੀਕ ਹੈ, ਤਾਂ ਉਹਦੇ 'ਤੇ ਇੰਨਾ ਐਲੀਗੇਸ਼ਨ ਵੀ ਦੂਜੇ ਐਲੀਗੇਸ਼ਨ ਦੂਜਿਆਂ ਵੱਡਿਆਂ 'ਤੇ, ਜਿਨ੍ਹਾਂ ਨੂੰ ਲੋਕ ਕਹੀ ਹੋਈ ਜਾਂਦੇ ਨੇ ਵੀ ਮਾੜੇ ਨੇ, ਤਾਂ ਉਹਨਾਂ ਨੂੰ ਵੱਡਾ ਐਲੀਗੇਸ਼ਨ ਉਹ 'ਤੇ ਆ ਜਾਂਦਾ ਹੈ। ਜੇ ਬੰਦਾ ਕੋਈ ਵੀ ਆਪਦੇ ਆਪ ਨੂੰ ਇਹ ਕਹਿੰਦਾ ਨਾ ਵੀ ਮੈਂ ਸਭ ਤੋਂ ਤਕੜਾ, ਦੇਖੋ
ਇੱਕ ਮੱਲ ਹੁੰਦਾ ਹੈ, ਉਹ ਝੰਡੀ ਲੈ ਕੇ ਚੱਲਦਾ ਅਖਾੜੇ 'ਚ, ਉਹ ਤਾਂ ਉਹੀ ਫੜਦਾ ਨਾ ਝੰਡੀ, ਨਹੀਂ ਤਾਂ ਉਹਦਾ ਝੰਡੀ ਹੁੰਦੀ ਹੈ ਸਾਰਿਆਂ ਤੇ। ਉਹ ਝੰਡੀ ਵਾਲਾ ਮੱਲ ਸੀ ਇੰਡੀਆ 'ਚ, ਝੰਡੀ ਵਾਲਾ ਮੱਲ ਪੈਦਾ ਹੋਇਆ ਸੀ। ਤੇ ਉਹਦੇ ਤੋਂ ਜੇ ਤੁਸੀਂ ਵੀ ਮਾਫੀ ਮੰਗ ਲਈ, ਉਹੀ ਝੰਡੀ ਛੱਡਦੇ ਵੀ ਅੱਛਾ ਜੀ ਮੂਹਰੋਂ ਆ ਜੇ ਵੀ ਤੁਹਾਡੇ ਨਾਲ ਤਾਂ ਨਹੀਂ ਮੈਂ ਘੁਲਦਾ ਜੀ, ਤੇ ਫਿਰ ਕਾਹਦੀ ਗੱਲ ਹੈ? ਫਿਰ ਝੰਡੀ ਕਿਉਂ ਚੱਕੀ ਸੀ? ਮਿਸ਼ਨ ਕਿਉਂ ਲੈ ਕੇ ਚੱਲੇ ਸੀ ਐਡਾ ਵੱਡਾ? ਕਿਉਂ ਲੋਕਾਂ ਨੂੰ ਲਾਰੇ ਲਾਏ ਸੀ? ਇਸ ਕਰਕੇ ਮੇਰਾ ਮਕਸਦ ਇਹ ਹੈ ਵੀ ਗਲਤੀ ਤਾਂ ਇਹ ਹੁੰਦੀ ਹੈ ਵੀ ਜੇ ਮੇਰੀ ਹੁਣ ਤੁਸੀਂ ਫਾਰ ਐਗਜ਼ਾਮਪਲ ਤੁਸੀਂ ਕਹਿਣਾ ਹੋ ਤੁਹਾਨੂੰ ਪਛਤਾਵਾ ਨਹੀਂ, ਇਹ ਨਹੀਂ ਹੈ, ਤੁਸੀਂ ਗੱਲ ਵੀ ਇੱਥੋਂ ਸ਼ੁਰੂ ਕੀਤੀ ਵੀ ਤੁਸੀਂ ਆਮ ਆਦਮੀ ਪਾਰਟੀ ਛੱਡਤੀ ਜੀ, ਤੁਹਾਨੂੰ MLA ਬਣਾਇਆ ਸੀ, ਤਾਂ ਇਹਦਾ ਮਤਲਬ ਪਾਰਟੀ ਛੱਡਣਾ ਵੱਡੀ ਗਲਤੀ ਹੈ ਤੁਹਾਡੇ ਮੁਤਾਬਕ। ਜਿਹੜੇ ਲੋਕ ਕਰਪਸ਼ਨ ਕਰ ਨਹੀਂ ਮੈਂ ਇਸ ਚੀਜ਼ ਨੂੰ ਆਪਾਂ ਇਨਫਰੈਂਸ ਡਰਾ ਕਰ ਲੈਂਦੇ ਇਸ ਤਰੀਕੇ ਨਾਲ ਢਾਲ ਲੈਂਦੇ ਆ ਵੀ ਪਾਰਟੀ ਛੱਡਣੀ ਵੱਡੀ ਗੱਲ ਹੈ, ਵੀ ਇਹਦਾ ਮਤਲਬ 70-30 'ਚ ਪੈਣਾ ਸੌਖੀ ਠੀਕ ਹੈ। ਜਨਤਦਾਰ ਨਾ ਹੋਣਾ, ਵੀ ਲੋਕਾਂ ਦੀ ਜੇਬਾਂ ਕੱਟੀ ਜਾਓ, ਕਿਸੇ ਦੀ ਗੱਲ ਨਾ ਸੁਣੋ, ਹਮਦਰਦੀ ਵਾਲਾ ਵਤੀਰਾ ਨਾ ਕਰੋ, ਫਿਰ ਇਹਦਾ ਮਤਲਬ ਬਾਕੀ ਸਾਰੀਆਂ ਗੱਲਾਂ ਪਿੱਛੇ ਰਹਿੰਦੀਆਂ। ਪਾਰਟੀ ਵੱਡੀ, ਹਾਂ ਜੇ ਪਾਰਟੀ ਛੱਡਣੀ ਹੀ ਸਭ ਤੋਂ ਵੱਡਾ ਗੁਨਾਹ ਹੈ, ਫਿਰ ਮੈਂ ਸਭ ਤੋਂ ਵੱਡਾ ਗੁਨਾਹਗਾਰ ਹਾਂ। ਫਿਰ ਆਪਾਂ ਬਾਦਲ ਨੂੰ, ਮਜੀਠੇ ਨੂੰ, ਕੈਪਟਨ ਨੂੰ, ਫਿਰ ਇਹਨੂੰ ਕਿਹੜੇ ਗੁਨਾਹ ਦੀ ਸਜ਼ਾ ਦੇ ਰਹੇ? ਉਹਨੇ ਤਾਂ ਪਾਰਟੀ ਨਹੀਂ ਛੱਡੀ। ਮੈਨੂੰ ਦੱਸੋ, ਸੁਖਬੀਰ ਸਿੰਘ ਬਾਦਲ ਨੇ ਪਾਰਟੀ ਛੱਡੀ ਹੈ, ਬਿਕਰਮ ਸਿੰਘ ਮਜੀਠੀ ਨੇ ਪਾਰਟੀ ਛੱਡੀ ਹੈ, ਬੀਬੀ ਹਰਸਿਮਰਤ ਨੇ ਪਾਰਟੀ ਛੱਡੀ ਹੈ, ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਛੱਡੀ, ਉਹ ਤਾਂ ਆਪਦੀ ਪਾਰਟੀ 'ਚ ਖੜੇ ਨੇ। ਤੇ CM ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਗਏ ਸੀ ਹੁਣ ਫਿਰੋਜ਼ਪੁਰ ਰੈਲੀ ਤੇ, ਕੁਰਸੀਆਂ ਖਾਲੀ ਪਈਆਂ ਸੀ, ਉਹਨੇ ਪਾਰਟੀ ਛੱਡੀ, ਉਹ ਤਾਂ ਸ਼ੁਰੂ ਤੋਂ ਆਪਦੀ ਪਾਰਟੀ 'ਚ ਨੇ। ਫਿਰ ਉਹਨਾਂ 'ਤੇ ਕਾਹਦਾ ਇਲਜ਼ਾਮ ਲਾਉਣੇ ਆਪਾਂ? ਫਿਰ ਇਲਜ਼ਾਮ ਹੀ ਇਸ ਗੱਲ ਤੋਂ ਇਕੱਲਾ ਇਹ ਦੇਖੋ ਹੁਣ ਜੋ ਲੀਡਰ ਜਿੱਤਣੇ ਆਪਾਂ ਕਰਨੇ ਨੇ ਵੀ ਜੀ ਪਾਰਟੀ ਛੱਡੀ ਹੈ ਕਿ ਨਹੀਂ ਛੱਡੀ। ਸਾਡੀ ਪਾਰਟੀ 'ਚ ਉਹੋ ਜਿਹੇ ਲੋਕਾਂ ਨੂੰ ਪ੍ਰਧਾਨ ਵੀ ਬਣਾਇਆ, ਉਹੋ ਜਿਹੇ ਲੋਕਾਂ ਨੂੰ ਟਿਕਟਾਂ ਵੀ ਦਿੱਤੀਆਂ, ਜਿਹੜੀਆਂ ਕਈ ਪਾਰਟੀਆਂ 'ਚੋਂ ਘੁੰਮੇ ਆਏ ਤੇ ਫਿਰ ਪਾਰਟੀ 'ਚ ਆ ਕੇ ਉਹ ਟਿਕਟਾਂ ਵੀ ਮੰਗਦੇ ਹੈ, ਉਹਦੇ ਹੀ ਮੰਗਦੇ। ਇਹਦਾ ਮਤਲਬ ਫਿਰ ਉਹਨਾਂ ਲਈ ਇਹ ਗੱਲ ਛੋਟੀ ਹੋ ਜਾਂਦੀ ਹੈ। ਸਿਰਫ ਇਕੱਲੇ ਨਾਜ਼ਰ ਸਿੰਘ 'ਤੇ ਪੈਰਾਮੀਟਰ ਹੈ ਵੀ ਤੂੰ ਪਾਰਟੀ ਕਿ ਛੱਡੀ, ਮੈਂ ਉਹਦਾ ਗੁਨਾਹ ਕਬੂਲਦਾ, ਸਾਰਾ ਕੁਝ ਛੱਡ ਦਿੰਦਾ। ਪਰ ਜਿਹੜੇ ਹੋਰ ਪਾਰਟੀਆਂ ਛੱਡੀ ਬੈਠੇ ਨੇ, ਜਿੰਨੀਆਂ ਦੂਜੇ ਪਾਰਟੀਆਂ ਦੇ ਵਿੱਚ ਵੀ ਇਸ ਤਰੀਕੇ ਨਾਲ ਕਿੰਨੇ ਬਥੇਰੇ ਹੈਗੇ ਨੇ ਜਿਹਨਾਂ ਨੇ ਦਲ ਬਦਲੇ ਜੀ, ਗਦਾਰੀਆਂ ਕੀਤੀਆਂ, ਫਲਾਨਾ ਕੀਤਾ, ਫਿਰ ਉਹਨਾਂ ਨੂੰ ਪਕੜੀ ਸਜ਼ਾ ਦੇਣੀ, ਅਤੇ ਨਾਲ ਉਹ ਕਰਪਟ ਵੀ ਨੇ, ਨਾਲ ਉਹ ਜਨਤਾ ਦੀ ਗੱਲ ਵੀ ਨਹੀਂ ਸੁਣਦੇ, ਕੁਛ ਵੀ ਨਹੀਂ ਕਰਦੇ। ਫਿਰ ਇਹਦਾ ਮਤਲਬ ਉਹ ਤਾਂ ਵੱਡੀ ਸਜ਼ਾ ਦੇ ਭਾਗੀਦਾਰ ਨੇ, ਅਤੇ ਲੋਕ ਉਹਨਾਂ ਨੂੰ ਵੀ ਚੁਣ ਲੈਂਦੇ ਨੇ। ਇਸ ਕਰਕੇ ਮੇਰੇ ਮੁਤਾਬਕ ਇਹ ਹੈ ਵੀ ਜੇ ਤੁਹਾਡੇ ਮਤਭੇਦ ਹੋ ਜਾਂਦੇ ਨੇ, ਜੇ ਭਰਾ ਅੱਡ ਹੋ ਜਾਂਦੇ ਨੇ, ਪਾਰਟੀਆਂ ਕੀ ਚੀਜ਼ ਹੁੰਦੀਆਂ, ਫਿਰ ਤੁਹਾਨੂੰ ਬਜਾਏ ਕਿ ਉੱਥੇ ਘੁੱਟਣ ਨਾਲੋਂ ਅਲੱਗ ਹੋ ਜਾਣਾ ਚਾਹੀਦਾ। ਮਾਨਸਾ ਲਈ ਕੀ ਕੀਤਾ ਹੈ ਬਦੌਰ MLA? ਮਾਨਸਾ ਦੇ ਲਈ, ਮਾਨਸਾ ਦੇ ਲੋਕਾਂ ਲਈ ਕਿਹੜੇ ਕੰਮ ਕੀਤੇ ਆ ਤਾਂ ਕਿ ਲੋਕ ਇਹ ਕਹਿਣ ਠੀਕ ਹੈ ਕਿ ਨਾਜ਼ਰ ਸਿੰਘ ਨੂੰ ਚੁਣਿਆ ਸੀ ਆ ਸਾਡੇ ਕੰਮ ਕਰਕੇ ਗਿਆ? ਹਾਂ, ਇਹ ਠੀਕ ਹੈ। ਐਜ਼ MLA ਮਤਲਬ ਕਿ ਪੁੱਛਣਾ ਹੀ ਬਣਦਾ ਅਤੇ ਦੱਸਣਾ ਹੀ ਬਣਦਾ। ਹਾਂਜੀ, ਮੇਰਾ ਸਭ ਤੋਂ ਪਹਿਲਾਂ ਗੱਲ ਤਾਂ ਇਹ ਸੀਗਾ ਵੀ ਮੈਂ ਇਹ ਸਮਝਦਾ ਵੀ ਜਿਹੜੇ ਲੋਕਾਂ ਦੀਆਂ ਨਾ ਰੋਜ਼ ਦੀਆਂ ਸਮੱਸਿਆਵਾਂ ਨੇ, ਉਹਨਾਂ ਦੇ ਹੱਲ ਲਈ ਘੱਟੋ ਘੱਟ ਸੁਣਵਾਈ ਤਾਂ ਹੋਵੇ ਉਹਨਾਂ ਦੀ ਕਿਤੇ ਨਾ ਕਿਤੇ। ਅਤੇ ਮੈਂ ਉਦੋਂ ਮਤਲਬ ਕਿ ਜਾ ਕੇ ਜਦੋਂ MLA ਬਣਿਆ ਸੀ, ਹਫਤੇ ਦੇ ਵਿੱਚ ਹੀ ਦਫ਼ਤਰ ਖੋਲ੍ਹ ਲਿਆ ਸੀ ਇੱਥੇ ਜੀ, ਇੰਡੀਪੈਂਡੈਂਟ ਦਫ਼ਤਰ ਖੋਲ੍ਹਿਆ। ਮੇਰੇ ਕੋਈ ਪਰਿਵਾਰਕ ਤੌਰ 'ਤੇ ਇਹ ਨਹੀਂ ਵੀ ਕੋਈ ਇੰਟਰਫੀਰੈਂਸ ਹੈ ਜਾਂ ਕੋਈ ਹੋਰ ਹੈ, ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਹੈ, ਕੋਈ ਮੇਰਾ ਕੋਈ ਭਾਣਜਾ ਹੋਵੇ, ਭਤੀਜਾ ਹੋਵੇ, ਉਹ ਵੀ ਨਹੀਂ ਹੈ। ਕੋਈ ਮੇਰੇ ਨਾਲ ਜਿਹੜੇ ਮੁੰਡੇ ਕੰਮ ਕਰਦੇ ਸੀ, ਉਹਨਾਂ 'ਚੋਂ ਜਿਹੜੇ ਆਪਟ ਕੀਤਾ, ਜਿਨ੍ਹਾਂ ਨੇ ਮੈਂ ਇੱਥੇ ਕੰਮ ਕਰਨਾ ਜੀ, ਠੀਕ ਹੈ, ਜਿਨ੍ਹਾਂ ਨੇ ਮੈਨੂੰ ਜਿਤਾਉਣ 'ਚ ਯੋਗਦਾਨ ਪਾਇਆ ਸੀ, ਉਹ ਬੱਚਿਆਂ ਨੇ ਮੇਰੇ ਕੋਲ ਜੋਬ ਕੀਤੀ ਹੈ। ਮੈਂ ਉਹਨੂੰ ਪੈਸੇ ਦਿੰਦਾ ਰਿਹਾ, ਸਾਰਾ ਕੁਛ ਉਹਨਾਂ ਦੇ ਹਰ ਤਰ੍ਹਾਂ ਦੀ ਦੇਖਭਾਲ ਵੀ ਕਰਦਾ ਰਿਹਾ। ਅਤੇ ਦੂਜੇ ਪਾਸੇ ਜਿਹੜੀ ਮਤਲਬ ਕਿ ਇਹ ਹੈ ਵੀ ਕੋਈ ਵੀ ਆ ਗਿਆ ਤਾਂ ਉਹਨੂੰ ਇਹ ਨਹੀਂ ਕਦੇ ਨਿਰਾਸ਼ਾ ਹੋਈ ਵੀ ਯਾਰ MLA ਨਹੀਂ ਮਿਲਦਾ। ਲੋਕਾਂ ਦਾ ਇੱਥੋਂ ਤੱਕ ਵਿਸ਼ਵਾਸ ਸੀ ਸਾਡੇ ਦਫ਼ਤਰ 'ਤੇ ਵੀ ਕਈ ਵਾਰੀ ਇਹ ਹੁੰਦਾ ਵੀ ਮੈਂ ਤਾਂ ਦਫ਼ਤਰ ਚੱਲਿਆ ਜੀ, ਆ ਮੈਂ ਕਾਗਜ਼ ਫੜਾ ਕੇ ਚੱਲਿਆ, ਸ਼ਾਮ ਨੂੰ ਲੈ ਲੂੰ, MLA ਸਾਹਿਬ ਦੇਖ ਕੇ ਤੇ ਦਸਤਖਤ ਕਰ ਦੇਣ, ਲੈ ਜਾਂਦੇ ਸੀ। ਅਤੇ ਨਹੀਂ ਤਾਂ ਦਫ਼ਤਰਾਂ 'ਚੋਂ ਕਾਗਜ਼ ਗਵਾਚ ਜਾਂਦੇ ਨੇ ਵੀ ਕਿੱਥੇ ਹੈ ਜੀ ਕਾਗਜ਼ ਤੁਹਾਡਾ, ਕਿਹਨੂੰ ਫੜਾ ਕੇ ਗਏ ਸੀ, ਕਿਵੇਂ ਗਏ ਸੀ। ਸਾਡੇ ਇਸ ਤਰ੍ਹਾਂ ਕਦੇ ਨਹੀਂ ਹੋਇਆ। ਨੰਬਰ 2 'ਤੇ ਸਾਡੇ ਦੇਖੋ ਜਿਹੜੇ ਸਰਕਾਰੀ ਮੁਲਾਜ਼ਮ ਨੇ, ਪੈਨਸ਼ਨਰਸ ਨੇ, ਹੋਰ ਨੇ, ਇਹਨੂੰ ਖਜ਼ਾਨੇ ਤੋਂ ਬੜੀ ਸਮੱਸਿਆ ਆਉਂਦੀ ਹੈ। ਅਤੇ ਮੇਰੇ ਖਿਆਲ 'ਚ ਮੇਰਾ ਇਸ ਤਰ੍ਹਾਂ ਦਾ ਕਹਿ ਲਓ ਵਰਕਿੰਗ ਸੀ। ਸਾਡੇ ਖਜ਼ਾਨੇ 'ਚੋਂ ਮੇਰੇ ਖਿਆਲ 'ਚ ਵੀ 3-4 ਹਜ਼ਾਰ ਬੰਦੇ ਨੂੰ ਹੁਣ ਤੱਕ ਮੈਂ ਸੈਂਕੜੇ ਕਰੋੜ ਰੁਪਏ ਦਵਾਤਾ ਹੋਣਾ, ਇਹ ਐਟ ਦੀ ਕਲਿੱਕ ਆਫ ਬਟਨ। ਅਤੇ ਹਜੇ ਤੱਕ ਕਿਸੇ ਨੂੰ ਲਾਂਭਾ ਨਹੀਂ ਆਇਆ। ਜੇ ਕੋਈ ਹੋਰ ਬੰਦੇ ਨੂੰ ਤੁਸੀਂ ਇਸ ਤਰ੍ਹਾਂ ਦਾ ਹੋਵੇ ਨਾ, ਕੰਮ ਹੁੰਦੇ ਹੋਣ ਖਜ਼ਾਨੇ 'ਚ ਜਾਂ ਕੋਈ ਹੋਰ ਹੈ, ਮੇਰੇ ਖਿਆਲ 'ਚ 10 ਦਿਨ ਨਾ ਪੈਣ ਜੇ ਉਹ ਰੌਲਾ ਪੈ ਜੇ ਵੀ ਉਹ ਤੁਹਾਡੇ ਨਾਂ 'ਤੇ ਪੈਸੇ ਖਾਈ ਜਾਂਦਾ ਜੀ, ਉਹ ਹਜੇ ਤੱਕ ਇੱਕ ਲਾਂਭਾ ਕੋਈ ਆਇਆ ਦਿਖਾ ਦਿਓ, ਠੀਕ ਹੈ। ਨੰਬਰ 2 'ਤੇ ਬਿਜਲੀ ਬੋਰਡ ਦੇ ਜਿਹੜੇ ਚੇਅਰਮੈਨ ਸੀ, ਮੇਰੇ ਕਲਾਸ ਫੈਲੋ ਵੀ ਸੀ, ਮੇਰੇ ਦੋਸਤ ਵੀ ਸੀਗੇ, ਅਤੇ ਉਹਨਾਂ ਦੀ ਲਵਾਉਣ 'ਚ ਜਾਂ ਕਾਂਗਰਸ ਜਾਣ 'ਚ ਉਹ ਵੀ ਇੱਕ ਪਾਰਟ ਸੀਗਾ। ਤਾਂ ਆਪਾਂ ਜਿਹੜੀ ਮਤਲਬ ਕਿ ਜਿੰਨੇ ਲੋਕਾਂ ਦੀ ਇਸ ਪੱਖੋਂ ਬਿਜਲੀ ਬੋਰਡ ਦੇ ਵਿੱਚ ਸੇਵਾ ਕੀਤੀ ਹੈ, ਆਪਦੇ ਅਸਰ ਸੂਖ ਨਾਲ ਟਰਾਂਸਫਾਰਮਰ ਜੋ ਜੀਰੀ ਦਾ ਸੀਜ਼ਨ ਹੁੰਦਾ ਨਾ, ਅਕਸਰ ਟਰਾਂਸਫਾਰਮਰ ਲੋਕਾਂ ਜ਼ਿਮੀਂਦਾਰਾਂ ਦੇ ਸੜਨੇ ਸ਼ੁਰੂ ਹੋ ਜਾਂਦੇ ਨੇ, ਓਵਰਲੋਡਿੰਗ ਹੋ ਜਾਂਦੀ ਹੈ, ਕਦੇ ਅੰਡਰਲੋਡਿੰਗ ਹੋ ਗਈ, ਪਟਾਕੇ ਪੈ ਗਏ ਟਰਾਂਸਫਾਰਮਰਾਂ ਦੇ। ਤਾਂ ਮੇਰੇ ਖਿਆਲ 'ਚ ਈਵਨ ਦਫ਼ਤਰਾਂ ਨੂੰ ਵੀ ਮੈਂ ਐਲੋਕੇਟ ਕਰਵਾਉਂਦਾ ਰਿਹਾ ਸੈਂਟਰਲ ਸਟੋਰ 'ਚੋਂ, ਯਾਰ ਵੀ ਇਹਨਾਂ ਨੂੰ ਟਰਾਂਸਫਾਰਮਰ ਭੇਜੋ, ਇਹਨਾਂ ਨੇ ਅੱਗੇ ਦੇਣੇ ਹੈ।
ਤੇ ਜ਼ਿਮੀਂਦਾਰ ਕੋਈ ਇਹ ਕਹਦੇ ਵੀ ਜਿਹੜਾ ਮੇਰੇ ਕੰਟੈਕਟ 'ਚ ਆਇਆ ਵੀ ਉਹਨੂੰ ਇੱਥੇ ਵੇਟ ਵੀ ਕਰਨੀ ਪਈ ਹੋਵੇ। ਮੈਂ ਬਲਕਿ ਟਾਈਮ ਲੈ ਕੇ ਉਹਨੂੰ ਦੱਸਦਾ ਸੀ ਵਾਪਸ ਵੀ ਤੁਸੀਂ ਜੀ ਕੱਲ੍ਹ ਨੂੰ ਇੰਨੇ ਵਜੇ ਆ ਕੇ ਟਰਾਂਸਫਾਰਮਰ ਲੈ ਜਾਓ ਚੱਕ ਕੇ, ਠੀਕ ਹੈ। ਹੋਰ ਡੇ ਟੂ ਡੇ ਕੰਮਾਂ 'ਚ ਜਾਂ ਕੋਈ ਹੋਰ ਹੈ, ਮੇਰੇ ਕੋਲੇ ਲੋਕ ਆਉਂਦੇ ਜਾਂਦੇ ਸੀ। ਤੇ ਜਿੱਥੋਂ ਤੱਕ ਕੰਮ ਕਰਾਉਣ ਦੀ ਗੱਲ ਹੈਗੀ ਹੈ, ਜਿੰਨੀਆਂ ਕੁ ਸਮੱਸਿਆਵਾਂ ਮੈਂ ਇੱਥੋਂ ਦੀ ਸਮਝ ਰੱਖਦਾ ਸੀ ਮਾਨਸਾ ਤੇ ਜੰਮਪਲ ਹੋਣ ਕਰਕੇ, ਤਾਂ ਭੀਖੀ ਬਲਾਕ ਇੱਕ ਇਹੋ ਜਿਹਾ ਜਿੱਥੇ ਸਾਡੇ ਬਹੁਤ ਡਰੇਨਾਂ ਪੈਂਦੀਆਂ ਨੇ, ਤੇ ਉਹ ਡਰੇਨਾਂ ਦਾ ਆਏ ਵਾਰੀ ਜਾਣੀ ਮਤਲਬ ਕਿ ਫਲੱਡਿੰਗ ਹੁੰਦੀ ਸੀ ਤੇ ਫਸਲਾਂ ਮਾਰੀਆਂ ਜਾਂਦੀਆਂ ਸੀ। ਮੈਂ ਆਉਣ ਸਾਰ ਪਹਿਲੇ ਸਾਲ ਤਾਂ ਜਦੋਂ ਮੈਂ ਆਇਆ ਸਾਰੀ ਵਾਚ ਕੀਤੀ, ਨੈਕਸਟ ਈਅਰ 'ਚ ਹੀ ਇੰਟਰਸਟ ਲੈ ਕੇ ਸਾਰੀਆਂ ਡਰੇਨਾਂ ਸਾਫ਼ ਕਰਾਈਆਂ ਜੀ। ਤੇ ਉਦੋਂ ਬਾਅਦ ਤੁਸੀਂ ਲੋਕਾਂ ਜਾ ਕੇ ਪੁੱਛੋ, ਲੋਕ ਦੱਸਣਗੇ। ਇਹ ਨਹੀਂ ਹੈ ਵੀ ਮੈਂ ਦੱਸ ਰਿਹਾ, ਲੋਕਾਂ ਤੋਂ ਪੁੱਛੋ ਵੀ ਉਹ ਭਾਈ ਉਦੋਂ ਬਾਅਦ ਤੁਹਾਡੇ ਕੋਈ ਡਰੇਨਾਂ ਦੀ ਪ੍ਰੋਬਲਮ ਆਈ, ਠੀਕ ਹੈ। ਤੇ ਇਹ ਇੱਕ ਆਪਦੇ ਵਿਜ਼ਨ ਦੀ ਗੱਲ ਹੀ ਹੁੰਦੀ ਹੈ ਨਾ। ਨੰਬਰ 2 ਤੇ ਕਿੰਨੇ ਜਾਣੀ ਮਤਲਬ ਕਿ ਤੁਸੀਂ ਦੇਖੋ ਵੀ ਇੱਥੇ ਮਾਨਸਾ ਦੇ ਜਿਹੜੇ ਪ੍ਰੋਜੈਕਟ ਸੀਗੇ, ਹੁਣ ਜਿਵੇਂ ਸਾਡੇ ਵਾਟਰ ਵਰਕ ਸੀਗਾ, ਉੱਥੇ ਪੂਰਾ ਜਾਣੀ ਕਹਿ ਲਓ ਵੇਸਟ ਪਈ ਹੁੰਦੀ ਸੀ, ਪੂਰਾ ਘਾਹ ਉੱਗਿਆ ਹੁੰਦਾ ਸੀ, ਜੰਗਲ ਬਣਿਆ ਹੁੰਦਾ ਸੀਗਾ। ਤੇ ਉਹ ਸੈਂਟਰਲ ਪਾਰਕ ਬਣਿਆ, ਮੇਰੇ ਟਨੌਰ 'ਚ ਬਣਿਆ 3-4 ਕਰੋੜ ਰੁਪਏ ਲੱਗ ਕੇ। ਉੱਥੇ ਇੱਕ ਸੜਕ ਹੈ ਸਾਡੀ ਗਾਂਧੀ ਹਾਇਰ ਸੈਕੰਡਰੀ ਸਕੂਲ ਤੋਂ ਚਕੇਰੀਆਂ ਵਾਲੇ ਫਾਟਕ ਨੂੰ ਜਾਂਦੀ ਹੈ ਜੀ। ਉਹ ਹਮੇਸ਼ਾ ਛੱਪੜ ਹੀ ਬਣਿਆ ਰਹਿੰਦਾ ਸੀ, ਉੱਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀਗਾ। ਤੇ ਉਹ ਹੁਣ ਤੁਸੀਂ ਜਾ ਕੇ ਦੇਖੋ, ਤੁਹਾਨੂੰ ਪਤਾ ਹੀ ਨਹੀਂ ਲੱਗੇ ਮੈਂ ਇਹ ਸੜਕ ਕਦੋਂ ਟੱਪ ਗਿਆ। ਸਭ ਤੋਂ ਵਧੀਆ ਸੜਕ ਬਣੀ ਹੈ। ਤੇ ਹੋਰ ਸਾਡੇ ਉੱਥੇ 33 ਫੁੱਟ ਰੋਡ ਹੈ ਇੱਕ ਕਚਹਿਰੀ ਦੇ ਬੈਕ 'ਤੇ, ਉੱਥੇ ਦਾ ਸੀਵਰ ਫਾਲਟ ਹੀ ਪੈ ਗਿਆ ਸੀ, ਪਹਿਲੀ ਸਰਕਾਰ ਵੇਲੇ ਪਾਇਆ ਸੀ ਨਾ ਜਿਸ ਕਿਸੇ ਨੇ ਵੀ, ਤਾਂ ਉਹ ਟੈਕਨੀਕਲੀ ਫਾਲਟ ਸੀਗਾ ਜਿਹਦੇ ਕਰਕੇ ਸਾਰੇ ਪਾਸੇ ਓਵਰਫਲੋ ਕਰਦਾ ਸੀ। ਮੈਂ ਉਹਦਾ ਐਸਟੀਮੇਟ ਅਪਰੂਵ ਕਰਾ ਕੇ 85 ਕਰੋੜ ਰੁਪਏ ਦਾ ਉਹ ਸੀਵਰ ਹੀ ਦੁਬਾਰੇ ਨਵਾਂ ਪਵਾਇਆ, ਤੇ ਨਾਲ ਉਹਤੇ ਹੁਣ ਕੰਮ ਚੱਲ ਰਿਹਾ, ਨੀਅਰ ਕੰਪਲੀਸ਼ਨ ਹੈ। ਤੇ ਲੋਕਾਂ ਦੀ ਸਮੱਸਿਆ ਦੂਰ ਹੋਊਗੀ ਜਦੋਂ ਕੰਪਲੀਟ ਹੋ ਗਿਆ। ਤੇ ਕਿੰਨੇ ਕੰਮ ਹੋਰ ਨੇ ਜਿਹੜੇ ਇਸ ਤਰ੍ਹਾਂ ਦੇ ਅਸੀਂ ਕੀਤੇ ਨੇ। ਚਾਹੇ ਤੁਸੀਂ ਕਹਿ ਲਓ ਵੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਾਸਤੇ 15 ਕਰੋੜ ਰੁਪਇਆ ਹੁਣੇ ਗ੍ਰਾਂਟ ਲੈ ਕੇ ਦਿੱਤੀ ਸੀ। ਉਹ ਬੇਸ਼ੱਕ ਹੁਣ ਸਿੱਧੂ ਸਾਹਿਬ ਨੂੰ ਪਾਵਰ ਦਿੱਤੀ ਹੈ ਵੰਡਣ ਦੀ, ਪਰ ਉਹਦੇ ਲਈ ਐਫਰਟ ਤਾਂ ਮੈਂ ਕੀਤੀ ਸੀ ਨਾ। ਤੇ ਹੋਰ ਪਤਾ ਨਹੀਂ ਕਿੰਨੇ ਕੰਮ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਕਰਾਏ ਨੇ ਰੋਜ਼ਮਰਾ ਦੀ ਲੋਕਾਂ ਦੇ ਜ਼ਿੰਦਗੀ ਦੇ। ਕਿਸੇ ਨੇ ਕੋਈ ਆਧਾਰ ਕਾਰਡ 'ਚ ਕਰੈਕਸ਼ਨ ਕਰਾਉਣੀ ਹੈ, ਕਿਸੇ ਨੇ ਕੋਈ ਰਾਸ਼ਨ ਕਾਰਡ 'ਚ ਕਰੈਕਸ਼ਨ ਕਰਾਉਣੀ ਹੈ, ਕਿਸੇ ਦੀ ਕੋਈ ਪੈਨਸ਼ਨ ਹੈ, ਕਿਸੇ ਦਾ ਕੋਈ ਇਸ ਤਰ੍ਹਾਂ ਦੇ ਕੰਮ ਨੇ। ਉਹਦੇ ਵਿੱਚ ਲੋਕਾਂ ਦੀ ਹੈਲਪ ਹੁੰਦੀ ਰਹੀ ਹੈ। ਤੇ 9 ਤੋਂ 5 ਟਾਈਮ ਬਹੁਤ ਹੁੰਦਾ ਹੈ ਕੰਮ ਕਰਨ ਲਈ। ਜਿਹੜਾ ਕੋਈ ਆਵੇ ਤਾਂ ਫਿਰ ਉਹਦੀ ਗੱਲ ਸੁਣ ਕੇ ਕੰਮ ਕਰਨੇ ਚਾਹੀਦੇ ਨੇ। ਤੇ ਮੇਰੇ ਖਿਆਲ 'ਚ ਲੰਬੀ ਲਿਸਟ ਹੈ, ਜੇ ਮੈਂ ਸ਼ਾਇਦ ਮੇਰੇ ਆਪਣੇ ਜਸਪ੍ਰੀਤ ਦਿਓ ਉਹ ਕੱਢ ਕੇ ਦਿਓ। ਦੇਖੋ ਡਰੇਨਾਂ ਦੀ ਸਫਾਈ ਵਾਲੀ ਮੈਂ ਪਹਿਲਾਂ ਕਹੀ ਚੁੱਕਿਆ, ਸੈਂਟਰਲ ਪਾਰਕ ਦੀ ਵੀ ਗੱਲ ਕਰ ਚੁੱਕਿਆ, ਤੇ ਸਮਾਰਟ ਸਕੂਲ ਬਣਾਉਣ ਦੀ ਵੀ ਗੱਲ ਕਰ ਰਿਹਾ। ਇੱਕ ਸਾਡੇ ਨਾ ਇੱਥੇ ਸ਼ੂਟਿੰਗ ਦੇ ਵਿੱਚ 2 ਬੱਚੇ ਏਸ਼ੀਅਨ ਗੋਲਡ ਮੈਡਲਿਸਟ ਬਣੇ ਸੀ, ਠੀਕ ਹੈ। ਅਸੀਂ ਉਸ ਨੂੰ ਲੈ ਕੇ ਫਾਫੜੇ ਭਾਈ ਕੇ ਹੁਣ ਇੱਕ ਮਾਡਰਨ ਰੇਂਜ ਬਣਵਾਈ ਹੈ, ਸ਼ੂਟਿੰਗ ਰੇਂਜ, ਉਹ ਵੀ ਸਾਡੀ ਪ੍ਰਾਪਤੀ ਹੈ, ਠੀਕ ਹੈ। ਤੇ ਨੰਬਰ 2 ਤੇ ਜਿਹੜਾ ਸਾਡੇ ਇੱਥੇ ਨਾ ਇੱਕ ਮੂਸਾ ਰਜਵਾਹਾ ਕਰਕੇ ਨਹਿਰੀ ਸੂਆ ਹੈ, ਕਨਾਲ ਵੀ ਕਹਿ ਦਿੰਦੇ ਹਾਂ, ਨਹਿਰ ਕਹਿ ਦਿੰਦੇ ਹਾਂ ਆਪਾਂ, ਉਹਦੀ ਹੁਣ ਜਿਹੜੀ ਕੰਕਰੀਟ ਲਾਈਨਿੰਗ ਸ਼ੁਰੂ ਹੋ ਗਈ ਹੈ। ਉਹਦੇ ਨਾਲ ਕੁਦਰਤੀ ਤੌਰ ਤੇ ਹੈ 14-15 ਕਰੋੜ ਰੁਪਏ ਦਾ ਪ੍ਰੋਜੈਕਟ ਆ ਉਹ। ਉਹਦੇ ਨਾਲ ਸਾਨੂੰ ਘੱਟੋ ਘੱਟ 20% ਪਾਣੀ ਦੀ ਸੇਵਿੰਗ ਹੋਣੀ ਹੈ। ਤੇ ਉਹ ਜ਼ਿਮੀਂਦਾਰਾਂ ਨੂੰ, ਕਿਉਂਕਿ ਸਾਡਾ ਏਰੀਆ ਇੱਥੇ ਥੋੜ੍ਹਾ ਜਿਹਾ ਕਹਿ ਲਓ ਪਾਣੀ ਦੀ, ਨਹਿਰੀ ਪਾਣੀ ਦੀ ਬਹੁਤ ਡਿਮਾਂਡ ਹੈ, ਉਹ ਵੀ ਸਮੱਸਿਆ ਉਹਨਾਂ ਦੀ ਹੱਲ ਹੋਊਗੀ। ਤੇ ਜਿਹੜਾ ਮਾਨਸਾ ਬਰਨਾਲਾ ਮੇਨ ਰੋਡ ਹੈ, ਪਹਿਲਾਂ ਖੱਡੇ ਪਏ ਹੋਏ ਸੀ, ਐਕਸੀਡੈਂਟ ਵੀ ਹੋ ਜਾਂਦੇ ਸੀ। ਇਹਦਾ ਨਵੀਨੀਕਰਨ ਕਰਾਇਆ। ਤੁਸੀਂ ਦੇਖੋ ਵੀ ਹੁਣ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਜਦੋਂ ਅਸੀਂ ਬਰਨਾਲੇ ਤੋਂ ਆਉਂਦੇ ਸੀ ਇੱਧਰ ਨੂੰ, ਲੋਕ ਕਹਿੰਦੇ ਸੰਗਰੂਰ ਏਰੀਏ 'ਚ ਵਧੀਆ ਬਣੀ ਹੋਈ ਆ, ਮਾਨਸਾ ਏਰੀਏ, ਹੁਣ ਉਹ ਕਹਿੰਦੇ ਮਾਨਸਾ ਏਰੀਏ ਸੜਕ ਵਧੀਆ ਬਣੀ ਹੋਈ ਆ ਜੀ ਮਾਨਸਾ ਜ਼ਿਲ੍ਹੇ 'ਚ, ਤੇ ਅੱਗੇ ਜਾ ਕੇ ਸੰਗਰੂਰ ਆ ਜਾਂਦੀ ਹੈ, ਕਿਉਂਕਿ ਫਿਰ ਵੀ ਪੁਰਾਣੀ ਬਣੀ ਆ, ਥੋੜ੍ਹੀ ਮੋਟੀ ਡਿਟੀਰੀਏਟ ਹੋ ਜਾਂਦੀ ਹੈ। ਹੁਣ ਲੋਕ ਉਹ ਕਹਿੰਦੇ ਆਹ ਬਹੁਤ ਵਧੀਆ ਕਰਾਤਾ ਤੁਸੀਂ ਕੰਮ। ਤੇ ਇਸੇ ਤਰੀਕੇ ਨਾਲ ਹੀ ਜਿਹੜੀ ਸਾਡੀ ਲੈ ਕੇ ਰਮਿੱਤੇ ਵਾਲਾ ਚੌਕ ਤੋਂ ਲੈ ਕੇ ਕੈਂਚੀਆਂ ਤੱਕ ਪਹਿਲਾਂ ਸਿੰਗਲ ਰੋਡ ਹੁੰਦੀ ਸੀ, ਹੁਣ 4 ਲੇਨਿੰਗ ਹੈ। ਤੇ ਇਹ ਮੇਰੇ ਟਨੌਰ 'ਚ ਹੀ ਸਾਰੀ ਬਣੀ ਹੈ, ਸਾਰਾ ਕੁਝ ਹੋਇਆ। ਤੇ ਇੱਕ PSPCL ਦਾ ਬਿਜਲੀ ਬੋਰਡ ਦਾ ਕਹਿ ਲਓ, ਭੀਖੀ ਸਬ ਡਿਵੀਜ਼ਨ ਦਾ ਦਫ਼ਤਰ ਜਾਣੀ ਮਤਲਬ ਕਿ ਅਨਸੇਫ ਡਿਕਲੇਅਰ ਕਰਤਾ ਸੀ। ਸਾਰੇ ਪੰਜਾਬ 6 ਦਫ਼ਤਰ ਬਣੇ ਸੀ ਸਬ ਡਿਵੀਜ਼ਨਾਂ ਦੇ, ਇੱਕ ਭੀਖੀ 'ਚ ਬਣਵਾ ਕੇ ਦਿੱਤਾ ਹੈ, ਠੀਕ ਹੈ। ਉੱਥੇ ਨਾਲ ਪਿੰਡ ਹੈਗਾ ਗੁਰਥੜੀ, ਉੱਥੇ ਅਨਮੈਂਡ ਗ੍ਰਿਡ ਬਣਵਾ ਕੇ ਦਿੱਤਾ ਹੈ, ਠੀਕ ਹੈ ਜੀ, ਕੰਪਲੀਟ ਹੋ ਗਿਆ ਸਾਰਾ ਕੁਛ। ਤੇ ਇਹਦੇ ਨਾਲ ਹੀ ਜਾਣੀ ਮਤਲਬ ਕਿ ਸਾਡੇ ਸ਼ਹਿਰ ਦੇ ਵਿੱਚ ਪਹਿਲਾਂ ਇਹ ਹੁੰਦਾ ਸੀ ਵੀ ਸੜਕਾਂ ਦੇ ਵਿੱਚੋਂ ਅੰਦਰੋਂ ਸ਼ਹਿਰ ਦੇ ਵਿੱਚ ਲੰਘਣ ਨੂੰ ਔਖਾ ਸੀਗਾ, ਖੱਡੇ ਹੁੰਦੇ ਸੀ, ਹੋਰ ਹੁੰਦੇ ਸੀ। ਹੁਣ ਤੁਸੀਂ ਸ਼ਹਿਰ ਜਾਓ, ਸਾਫ਼ ਸੁਥਰੀਆਂ ਸੜਕਾਂ ਬਣੀਆਂ ਹੋਈਆਂ, ਠੀਕ ਹੈ ਨਾ। ਹੁਣ ਜਿਹੜੇ 1-2 ਪ੍ਰੋਜੈਕਟ ਰਹਿੰਦੇ ਨੇ ਅੰਡਰ ਪ੍ਰੋਸੈਸ ਨੇ, ਉਹ ਵੀ ਹੈਗੇ ਨੇ ਜਿਹੜੇ ਚੱਲ ਰਹੇ ਨੇ ਕੰਮ।
ਤੇ ਨਾਲ ਜਾਣੀ ਮਤਲਬ ਕਿ ਮੇਨ ਸੜਕਾਂ ਦਾ। ਤੇ ਇੱਕ ਲੋਕਾਂ ਦੀ ਕਾਫੀ ਵੱਡੀ ਡਿਮਾਂਡ ਸੀ ਵੀ ਭੀਖੀ ਸਬ ਤਹਿਸੀਲ ਤਾਂ ਸੀਗੀ ਵੀ ਇਹਨੂੰ ਤਹਿਸੀਲ ਦਾ ਦਰਜਾ ਦਿਵਾਇਆ ਜਾਵੇ। ਹੁਣ 10 ਦਸੰਬਰ ਨੂੰ ਮਾਨਯੋਗ CM ਸਾਹਿਬ ਚਰਨਜੀਤ ਸਿੰਘ ਚੰਨੀ ਜੀ ਇੱਥੇ ਆਏ ਸੀ, ਉਹਨਾਂ ਤੋਂ ਇਹ ਅਨਾਉਂਸ ਕਰਵਾਇਆ ਵੀ ਇਹਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇ। ਠੀਕ ਹੈ ਨਾ ਜੀ। ਇਹ ਇੱਕ ਭੀਖੀ ਦੇ ਵਿੱਚ ਬਹੁਤ ਵੱਡਾ ਟੋਆ ਸੀ ਤੇ ਜ਼ਮੀਨ ਦੀ ਲੋਕ ਇਨਕਰੋਚਮੈਂਟ ਕਰੀ ਜਾਂਦੇ ਸੀ। ਹੋਰ ਸੀ ਉੱਥੇ ਵੀ ਇੱਕ ਬਹੁਤ ਵੱਡਾ ਪਾਰਕ ਬਣਾਇਆ, ਤੁਸੀਂ ਜਾ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ। ਭੀਖੀ ਵਰਗੇ ਟਾਊਨ ਦੇ ਵਿੱਚ ਐਡਾ ਵੱਡਾ ਪਾਰਕ, ਤੇ ਮਾਨਸਾ ਜਾਓ ਤੁਸੀਂ 32-33 ਏਕੜ ਦੇ ਵਿੱਚ ਵਾਟਰ ਵਰਕਸ ਦੇ ਵਿੱਚ ਪਾਰਕ ਬਣਿਆ ਹੋਇਆ ਅਲੱਗ-ਅਲੱਗ ਤਰ੍ਹਾਂ ਦਾ। ਕਾਫੀ ਲੰਮੀ ਲਿਸਟ ਚੱਕੀ ਫਿਰਦੇ ਹੋ ਤੁਸੀਂ। ਤੇ ਨਹੀਂ ਮੇਰੇ ਕੋਲ ਹੈ ਹੀ ਇਸ ਤਰ੍ਹਾਂ ਕੋਈ ਉਹ ਨਹੀਂ ਹੈ। ਅੱਛਾ ਆਖਰੀ 100 ਕਰੋੜ ਰੁਪਏ ਦੇ ਨਹਿਰੀ ਖਾਲ, ਸਾਡੇ ਏਰੀਏ 'ਚ ਨਹਿਰਾਂ ਦੇ ਪਾਣੀ ਦੀ ਬਹੁਤ ਜ਼ਰੂਰਤ ਹੈ। ਹਾਂਜੀ ਠੀਕ ਹੈ। 207 ਖਾਲੇ ਨਵੇਂ 100 ਕਰੋੜ ਰੁਪਏ ਦੀ ਲਾਗਤ ਆਉਣੀ ਆ, ਉਹ ਮਨਜ਼ੂਰ ਕਰਵਾਏ ਨੇ। ਪ੍ਰੋਜੈਕਟ ਕਰਾਇਆ ਕੋਟਲਾ ਬ੍ਰਾਂਚ ਦਾ ਹੈ ਨਾ, ਪਿੱਛੇ ਪੈ ਕੇ, ਤੇ ਉਹਦੇ ਵਿੱਚ 15 ਕਰੋੜ ਰੁਪਈਆ ਖਰਚ ਕੇ ਤਾਂ ਖਾਲੇ ਨਵੇਂ ਬਣ ਵੀ ਚੁੱਕੇ ਨੇ ਤੇ ਬਾਕੀ 31 ਮਾਰਚ ਤੱਕ ਹੋਰ ਪ੍ਰੋਗਰੈਸ ਹੋ ਜਾਣੀ ਹੈ। ਉਹ ਸਾਰਾ 100 ਕਰੋੜ ਰੁਪਈਆ ਇਰੀਗੇਸ਼ਨ ਨੂੰ ਇੰਪਰੂਵ ਵੀ ਕਰੇਗਾ ਤੇ ਲੋਕਾਂ ਨੂੰ ਫਾਇਦਾ ਤਾਂ ਜ਼ਿਮੀਂਦਾਰਾਂ ਨੂੰ ਹੋਏਗਾ, ਸਾਡੀ ਕਿਸਾਨੀ ਨੂੰ ਫਾਇਦਾ ਹੋਏਗਾ। ਤੇ ਕਿਸਾਨੀ ਨੂੰ ਜਿਹੜਾ ਫਾਇਦਾ ਹੁੰਦਾ ਹੈ ਉਹ ਆਮ ਪਬਲਿਕ ਦਾ ਫਾਇਦਾ ਹੈ, ਦੇਸ਼ ਦਾ ਫਾਇਦਾ ਹੈ। ਇਸ ਕਰਕੇ ਉਸ ਤਰ੍ਹਾਂ ਦੇ ਅਸੀਂ ਕੰਮ ਕਰਾਏ ਨੇ। ਤੇ ਨਾਲ ਹੀ ਨਗਰ ਕੌਂਸਲ ਮਾਨਸਾ ਦੀ ਬਿਲਡਿੰਗ ਨਵੀਂ ਦਫ਼ਤਰ ਦੀ ਬਣ ਰਹੀ ਹੈ, ਅਸਾਰੀ ਅਧੀਨ ਹੈ। ਤੇ ਵਰਕਿੰਗ ਵੂਮਨ ਵਾਸਤੇ ਹੋਸਟਲ ਦੀ ਅਸਾਰੀ ਕਰਵਾਈ ਹੈ। ਠੀਕ ਹੈ ਨਾ, ਉਹ ਜਾ ਕੇ ਤੁਸੀਂ ਪ੍ਰੋਜੈਕਟ ਦੇਖੋ। ਹਾਂ, ਇੰਨੇ ਪ੍ਰੋਜੈਕਟ ਕਰਾਉਣ ਤੋਂ ਬਾਅਦ ਵੀ ਮੈਨੂੰ ਅਫਸੋਸ ਆਇਆ ਵੀ ਮੇਰੇ ਜਿਹੜੇ ਸੁਪਨੇ ਸੀ ਕਈ ਕੰਮ ਰਹਿ ਗਏ ਹੈ, ਹਾਲੇ ਪੂਰੇ ਨਹੀਂ ਹੋਏ। ਹਜੇ ਪੂਰੇ ਨਹੀਂ ਹੋਏ, ਕਿਉਂਕਿ ਕਦੇ ਵੀ ਕੋਈ ਸਰਕਾਰ ਇਹ ਨਹੀਂ ਕਹਿ ਸਕਦੀ ਵੀ ਮੈਂ ਜੀ ਸਾਰੇ ਕੰਮ ਅਸੀਂ ਪੂਰੇ ਕਰਤੇ। ਨਾ ਕੋਈ ਸਰਪੰਚ ਕਹਿ ਸਕਦਾ, ਨਾ ਕੋਈ MLA ਕਹਿ ਸਕਦਾ। ਮੋਰਓਵਰ ਬੇਸ਼ੱਕ ਸਾਡੀ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ, ਲੋਕਲ ਬਾਡੀਜ਼ ਹੈ, ਕਮੇਟੀ ਬਣੀ ਹੋਈ ਹੈ, ਪਿੰਡਾਂ 'ਚ ਪੰਚਾਇਤਾਂ ਬਣੀਆਂ ਹੋਈਆਂ। ਮੇਰੇ ਉੱਪਰ ਸਾਡੇ ਜ਼ਿਲ੍ਹੇ ਦਾ ਇੱਕ ਰਾਜ ਸਭਾ ਦਾ ਮੈਂਬਰ ਵੀ ਹੈ, ਲੋਕ ਸਭਾ ਦੀ ਮੈਂਬਰ ਵੀ ਹੈ ਮੈਡਮ ਹਰਸਿਮਰਤ ਤੋਂ ਪਿਛਲੀਆਂ 2-3 ਪਲਾਨ ਤੋਂ ਚੱਲ ਰਹੀ। ਠੀਕ ਹੈ ਨਾ, ਚਾਹੇ ਜ਼ਿੰਮੇਵਾਰੀ ਉਹਨਾਂ ਦੀ ਵੀ ਹੈ, ਪਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਦਾ। ਤਾਂ ਮੈਂ ਆਪਦਾ ਜਿਹੜਾ ਕੋਈ ਲੋਕਾਂ ਨਾਲ ਕੋਈ ਹੋਰ ਵੀ 1-2 ਕੰਮਾਂ ਦੇ ਵਾਅਦੇ ਕੀਤੇ ਸੀਗੇ, ਜਿਵੇਂ ਸਾਡੇ ਇੱਥੇ ਭਾਈ ਗੁਰਦਾਸ ਦਾ ਛੱਪੜ ਹੈ ਵੀ ਉਹ ਮੈਂ ਸਾਫ਼ ਕਰਵਾਊਂਗਾ। ਉਹ ਚਾਹੇ ਪੋਲੀਟੀਕਲ ਕੁਛ ਅੜਚਨਾ ਕ੍ਰੀਏਟ ਕੀਤੀਆਂ ਗਈਆਂ ਜਾਂ ਕੋਈ ਹੋਰ ਹੈ ਨਾ, ਤੁਹਾਨੂੰ ਪਤਾ ਹੀ ਆ ਪਾਰਟੀਆਂ ਦੇ ਵਿੱਚ ਕੀ ਕੁਛ ਹੁੰਦਾ, ਖਾਸ ਕਰਕੇ ਜੋ ਬੰਦਾ ਕੋਈ ਰੀਜੁਆਇਨ ਕਰਦਾ ਹੈ, ਨਾਲ ਦੇ ਬੰਦੇ ਕਿਸ ਤਰ੍ਹਾਂ ਦੇ ਲੱਤਾਂ ਖਿੱਚਦੇ ਹੋਰ ਕਰਦੇ ਆ, ਉਸ ਤਰ੍ਹਾਂ ਦੀਆਂ ਗੱਲਾਂ ਵੀ ਮੈਂ ਸਮੱਸਿਆਵਾਂ ਆਈਆਂ। ਤੇ ਉਹ ਮੇਰਾ ਪ੍ਰੋਜੈਕਟ ਹਜੇ ਮੇਰਾ ਸੁਪਨਾ ਹੀ ਹੈ ਉਹ, ਤੇ ਜੇ ਵਾਹਿਗੁਰੂ ਕਿਰਪਾ ਕਰੂਗਾ ਤਾਂ ਉਹਨੂੰ ਫਿਰ ਦੁਬਾਰੇ ਅਸੀਂ ਉਹਨੂੰ ਕਰਵਾਵਾਂਗੇ। ਮਤਲਬ ਇੱਛਾ ਹੈ ਪੂਰੀ ਦੁਬਾਰਾ ਚੋਣ ਲੜਨ ਦੀ? ਇੱਛਾ ਚੋਣ ਲੜ ਕੇ ਕੋਈ ਪਾਵਰ ਲੈਣ ਦੀ ਨਹੀਂ ਹੈ, ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਸਮਾਜ ਪ੍ਰਤੀ ਜਿਹੜੀ ਨਿਭਾਉਣੀ ਬਣਦੀ ਹੈ ਹਰੇਕ ਬੰਦੇ ਨੂੰ। ਜੇ ਕੋਈ, ਮੈਂ ਇਹ ਨਹੀਂ ਕਹਿੰਦਾ ਮਾਨਸਾ ਦੇ ਵਿੱਚ ਇਕੱਲਾ ਨਾਜਰ ਸਿੰਘ ਪੜ੍ਹਿਆ ਲਿਖਿਆ ਹੈ, ਨਾਜਰ ਸਿੰਘ ਇਕੱਲਾ ਇਮਾਨਦਾਰ ਹੈ ਜਾਂ ਨਾਜਰ ਸਿੰਘ ਹੀ ਇਕੱਲਾ ਤਜਰਬੇਕਾਰ ਹੈ। ਮਾਨਸਾ ਦੇ ਵਿੱਚ ਹੋਰ ਵੀ ਬਹੁਤ ਨੇ, ਪਰ ਕਈ ਬੰਦੇ ਇਹ ਕਹਿ ਦਿੰਦੇ ਨੇ, ਪੱਲਾ ਛਡਾ ਲੈਂਦੇ ਨੇ ਵੀ ਮੈਂ ਕੀ ਲੈਣਾ ਇਸ ਕੰਮ ਤੋਂ। ਠੀਕ ਹੈ ਨਾ, ਪਰ ਨਾਜਰ ਸਿੰਘ ਇਸ ਕੰਮ ਤੋਂ ਪੱਲਾ ਨਹੀਂ ਛਡਾਉਂਦਾ। ਮੈਂ ਜ਼ਿੰਮੇਵਾਰੀ 5 ਸਾਲ ਨਿਭਾਈ ਹੈ ਤੇ 5 ਸਾਲ ਜੇ ਮੈਨੂੰ ਸਰਕਾਰ ਲੋਕ ਫੇਰ ਦਿੰਦੇ ਨੇ, ਆਪਦਾ ਫਤਵਾ ਦਿੰਦੇ ਨੇ, ਜਾਂ ਮੈਨੂੰ ਕਿਸ ਤਰੀਕੇ ਇਸ ਤਰ੍ਹਾਂ ਸਬੱਬ ਬਣਦਾ ਮੈਨੂੰ ਸੇਵਾ ਕਰਨ ਦਾ ਮੌਕਾ, ਉਹ ਵੀ ਕਰੂੰਗਾ। ਤੇ ਨਹੀਂ ਤਾਂ ਮੇਰੇ ਕੋਲੇ ਹੋਰ ਕੰਮ ਕਰਨ ਨੂੰ ਬਥੇਰੇ ਨੇ, ਉਸ ਤਰੀਕੇ ਨਾਲ ਵੀ ਲੋਕਾਂ ਦੀ ਸੇਵਾ ਕਰਾਂਗੇ, ਉਹ ਐਸੀ ਗੱਲ ਨਹੀਂ ਹੈ। ਜੇ ਪਾਰਟੀ ਟਿਕਟ ਨਹੀਂ ਦਿੰਦੀ ਆਜ਼ਾਦ ਲੜੋਗੇ? ਇਹ ਮੌਕਾ ਦੱਸੂਗਾ, ਲੋਕ ਦੱਸਣਗੇ। ਲੋਕਾਂ ਨੇ ਜਿਸ ਤਰ੍ਹਾਂ ਦੀ ਰਾਏ ਹੋਏਗੀ ਜਾਂ ਕੋਈ ਹੋਰ ਹੈ, ਉਸ ਤਰ੍ਹਾਂ ਹੀ ਹੋ ਜਾਂਦਾ ਹੁੰਦਾ ਸਬੱਬ। ਮੈਂ ਤੁਹਾਨੂੰ ਦੱਸੀ ਜਾਂਦਾ ਵੀ ਆਪਾਂ ਨੂੰ ਹਜੇ ਘੰਟੇ ਨੂੰ ਨਹੀਂ ਪਤਾ ਆਪਾਂ ਕੀ ਚਾਹਣ ਵਾਲੇ ਹੁੰਦੇ, ਜਿਹੜੇ ਤੁਹਾਡੇ ਚਾਹਣ ਵਾਲੇ ਤੁਹਾਨੂੰ ਪਹਿਲਾਂ ਸਪੋਰਟ ਕੀਤੀ ਹੈ, ਉਹ ਕਹਿ ਦਿੰਦੇ ਕਿ ਤੁਹਾਨੂੰ ਅਸੀਂ ਚਾਹੁੰਦੇ ਹਾਂ ਲੜਨਾ, ਫਿਰ ਲੜੋਗੇ? ਜੇ ਕਹਿ ਦਿੰਦੇ ਨੇ ਤੇ ਉਹ ਇਸ ਤਰ੍ਹਾਂ ਦੀ ਮੈਨੂੰ ਵਿਸ਼ਵਾਸ ਦਿਵਾਉਂਦੇ ਨੇ ਵੀ ਤੁਹਾਡੇ ਲਈ ਮਿਹਨਤ ਕਰਾਂਗੇ, ਹੋਰ ਕਰਾਂਗੇ, ਫਿਰ ਹਰਜ ਵੀ ਕੀ ਹੈ ਲੋਕਤੰਤਰ ਦੇ ਵਿੱਚ। ਇਹ ਮੈਨੂੰ ਲੱਗਦੀ ਹੈ ਵੀ ਸ਼ਾਇਦ ਲੋਕ ਨਾ ਇਸ ਚੀਜ਼ ਨੂੰ ਗਲਤ ਸਮਝ ਰਹੇ ਨੇ, ਜਾਂ ਉਹਨਾਂ ਨੂੰ ਸਮਝ ਨਹੀਂ ਹੈ ਵੀ ਮੇਰੇ 'ਤੇ ਦੋਸ਼ ਦੇਈ ਜਾਂਦੇ ਨੇ ਵੀ ਸ਼ਾਇਦ ਪਾਰਟੀ ਬਦਲੀ ਹੈ ਤੇ ਨਾਜਰ ਸਿੰਘ ਨੇ ਪਹਿਲੀ ਵਾਰ ਬਦਲੀ ਹੈ, ਹੋਰ ਕਿਸੇ ਨੇ ਬਦਲੀ ਕੋਈ ਨਹੀਂ। ਇਸ ਤਰ੍ਹਾਂ ਹੀ ਤੁਹਾਡਾ ਕੁਐਸਚਨ ਵੀ ਮੈਨੂੰ ਉਸ ਤਰ੍ਹਾਂ ਜਿਹੀ ਲੱਗਦਾ ਹੈ ਵੀ ਆਜ਼ਾਦ ਇਲੈਕਸ਼ਨ ਲੜਨੀ ਸ਼ਾਇਦ ਨਾਜਰ ਸਿੰਘ ਹੀ ਲੜੂਗਾ ਪਹਿਲਾਂ, ਹੋਰ ਕੋਈ ਲੜੂਗਾ ਨਹੀਂ। ਜੇ ਤਾਂ ਪਹਿਲਾਂ ਕੋਈ ਕਿਸੇ ਨੇ ਨਹੀਂ ਲੜੀ, ਠੀਕ ਹੈ, ਜਾਂ ਆਜ਼ਾਦ ਇਲੈਕਸ਼ਨ ਲੜਨ 'ਤੇ ਕੋਈ ਬੰਦਿਸ਼ ਹੈ, ਜਾਂ ਮੈਂ ਆਜ਼ਾਦ ਇਲੈਕਸ਼ਨ ਲੜਨ ਵਾਲੇ ਪੈਰਾਮੀਟਰ ਪੂਰੇ ਨਹੀਂ ਕਰਦਾ ਤੁਹਾਡੇ ਮੁਤਾਬਕ, ਫਿਰ ਤਾਂ ਮੈਂ ਕਹਿਦਾ ਮੈਂ ਨਾ ਜੀ ਮੈਂ ਨਹੀਂ ਲੜਦਾ, ਹੈ ਨਾ। ਤੇ ਨਹੀਂ ਤਾਂ ਫਿਰ ਹਾਲਾਤਾਂ ਮੁਤਾਬਕ 100 ਕੁਛ ਹੁੰਦਾ। ਆਪਾਂ ਤੁਸੀਂ ਦਫ਼ਤਰ ਆਏ ਸੀ, ਹੈ ਨਾ, ਦਫ਼ਤਰ ਆਏ, ਆਪਾਂ ਜਾਣਾ ਮੇਰੇ ਘਰ ਵੱਲ ਸੀਗਾ, ਚੱਲਦੇ ਕਰਦੇ ਆਪਾਂ ਫੈਸਲਾ ਇੱਧਰ ਕਰ ਲਿਆ ਵੀ ਉੱਥੇ ਜਾ ਕੇ ਬਹਿ ਜਾਂਦੇ ਹਾਂ। ਠੀਕ ਹੈ ਨਾ, ਇੱਥੋਂ ਜਾ ਕੇ ਘੰਟੇ ਨੂੰ ਨਹੀਂ ਪਤਾ ਆਪਾਂ ਕਿੱਧਰ ਨੂੰ ਜਾਵਾਂਗੇ, ਤੁਸੀਂ ਕਿੱਧਰ ਜਾਓਗੇ, ਮੈਂ ਕਿੱਧਰ ਜਾਊਂ। ਤੇ ਇਸ ਕਰਕੇ ਆਉਣ ਵਾਲੇ ਟਾਈਮ ਬਾਰੇ ਬਹੁਤ ਹੀ ਫੈਸਲਾ ਮੌਕੇ ਮੁਤਾਬਕ ਤੇ ਲੋਕਾਂ ਦੀ ਰਾਏ ਮੁਤਾਬਕ, ਦੋਸਤਾਂ ਮਿੱਤਰਾਂ ਦੀ ਰਾਏ ਮੁਤਾਬਕ, ਪਰਿਵਾਰਕ ਮੈਂਬਰਾਂ ਦੀ ਰਾਏ ਮੁਤਾਬਕ ਹੁੰਦਾ ਹੈ, ਨਾ ਕਿ ਕਿਸੇ ਦਾ ਪਰਸਨਲ ਫੈਸਲਾ ਹੁੰਦਾ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਸਿੱਧੂ ਸਾਹਿਬ, ਥੈਂਕ ਯੂ ਸੋ ਮਚ। ਤਾਂ ਗੱਲਬਾਤ ਕੀਤੀ ਨਾਜਰ ਸਿੰਘ ਮਾਨਸ਼ਾਹੀਆ ਦੇ ਨਾਲ, ਮਾਨਸਾ ਦੇ ਵਿਧਾਇਕ ਨੇ,
ਉਹਨਾਂ ਦੇ ਨਾਲ ਗੱਲਬਾਤ ਕੀਤੀ, ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ, ਫਿਰ ਕਾਂਗਰਸ ਜੁਆਇਨ ਕੀਤੀ ਤਾਂ ਉਹਨਾਂ ਨੇ ਉਹ ਰੀਜ਼ਨ ਵੀ ਦੱਸੇ ਕਿ ਕਿਉਂ ਪਾਰਟੀ ਬਦਲਣੀ ਪਈ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਰਟੀ ਬਦਲਣੀ ਗੁਨਾਹ ਨਹੀਂ ਹੁੰਦੀ, ਆਪਣੇ ਵਿਚਾਰਾਂ ਆਪਣੇ ਅਸੂਲਾਂ ਤੋਂ ਪਾਸੇ ਜਾਣਾ ਉਹ ਗਲਤ ਹੁੰਦਾ, ਤੇ ਜੇਕਰ ਕੋਈ ਫੈਸਲਾ ਗਲਤ ਲੈਂਦੀ ਹੈ ਪਾਰਟੀ ਤਾਂ ਫਿਰ ਜ਼ਰੂਰੀ ਨਹੀਂ ਕਿ ਨਾਲ ਬਣੇ ਰਹੀਏ। ਤੇ ਨਾਲ ਹੀ ਉਹਨਾਂ ਕੰਮ ਗਿਣਾਏ ਕਿ ਜੋ ਉਹਨਾਂ ਨੇ ਮਾਨਸਾ ਦੇ ਲਈ ਕੀਤੇ, ਤੇ ਅੱਗੇ ਵੀ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਮੇਰੇ ਚਾਹੁਣ ਵਾਲੇ ਚਾਹੁਣਗੇ, ਜੇਕਰ ਪਾਰਟੀ ਟਿਕਟ ਦਿੰਦੀ ਹੈ ਤਾਂ ਉਹ ਵੀ ਵਧੀਆ ਗੱਲ ਹੈ, ਜੇ ਲੋਕ ਚਾਹੁਣ ਵਾਲੇ ਚਾਹੁਣਗੇ ਤਾਂ ਹੋ ਸਕਦਾ ਹੈ ਉਹ ਕਹਿੰਦੇ ਆਜ਼ਾਦ ਵੀ ਲੜਿਆ ਜਾਵੇ, ਕਿਉਂਕਿ ਆਜ਼ਾਦ ਲੜਨਾ ਵੀ ਉਹ ਕਹਿੰਦੇ ਗੁਨਾਹ ਨਹੀਂ, ਤੇ ਲੋਕਤੰਤਰ ਦੇ ਵਿੱਚ ਅਜਿਹਾ ਵੀ ਹੈ ਕਿ ਗੁਨਾਹ ਹੈ ਵੀ ਨਹੀਂ, ਹਰ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਹੈ ਲੋਕਤੰਤਰ। ਤਾਂ ਉਹਨਾਂ ਨੇ ਵੀ ਜਿਹੜੀ ਡੈਮੋਕ੍ਰੇਸੀ ਦੀ ਇੱਕ ਸਾਨੂੰ ਐਗਜ਼ਾਮਪਲ ਦਿੰਦੇ ਹੋਏ ਕਿਹਾ ਕਿ ਜੋ ਫੈਸਲਾ ਲੋਕ ਕਰਨਗੇ ਮੈਨੂੰ ਸਾਥ ਦੇਣਗੇ ਤਾਂ ਮੈਂ ਚੋਣ ਜ਼ਰੂਰ ਲੜੂੰਗਾ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ, ਮਾਨਸਾ।